ਅੱਜ ਅਸੀਂ ਯੂਨੀਵਰਸਿਟੀ ਕਾਲਜ ਜੈਤੋ ਦੇ ਪਦਮ ਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਲਾਇਬ੍ਰੇਰੀ ਹਾਲ ਦੇ ਵਿੱਚ ਇੱਕ ਸਮਾਗਮ ਰਚਾਉਣ ਜਾ ਰਹੇ ਹਾਂ, ਜਿਹੜਾ ਕਿ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਹੈ। 21 ਫਰਵਰੀ ਨੂੰ ਮਾਂ ਬੋਲੀ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਂਦਾ ਕੌਮਾਂਤਰੀ ਪੱਧਰ 'ਤੇ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੋ ਖਾਸ ਸੱਦਾ ਦਿੱਤਾ ਹੈ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜੋ ਹੋਣਗੇ ਉਹ ਨੇ ਪ੍ਰਸਿੱਧ ਨੌਜਵਾਨ ਗਲਪਕਾਰ ਕਹਾਣੀਕਾਰ ਗੁਰਮੀਤ ਕੜਿਆਲਵੀ, ਜੋ ਕਿ ਸਮਾਜ ਭਲਾਈ ਅਫਸਰ ਨੇ ਫਰੀਦਕੋਟ। ਉਹਨਾਂ ਦਾ ਰੂਬਰੂ ਸਮਾਗਮ ਹੋਏਗਾ ਔਰ ਪੰਜਾਬੀ ਭਾਸ਼ਾ ਬਾਰੇ, ਪੰਜਾਬੀ ਮਾਂ ਬੋਲੀ ਬਾਰੇ ਉਹ ਵਿਚਾਰ ਜਿਹੜੇ ਆ ਉਹ ਆਪਣੇ ਮੁਖਾਰਬਿੰਦ ਰਾਹੀਂ ਸਾਡੇ ਸਭ ਵਿਦਿਆਰਥੀਆਂ ਨਾਲ, ਅਧਿਆਪਕਾਂ ਨਾਲ ਸਾਂਝੇ ਕਰਨਗੇ। ਇਸ ਤੋਂ ਇਲਾਵਾ ਅਸੀਂ ਇੱਕ ਹੋਰ ਲੇਖਕ ਨੂੰ ਵੀ ਸੱਦਾ ਦਿੱਤਾ ਹੈ, ਜੋ ਕਿ ਹਾਈਕੂ ਲਿਖਣ ਦੇ ਵਿੱਚ ਬਹੁਤ ਮੁਹਾਰਤ ਰੱਖਦੇ ਨੇ, ਮੁਕਤਸਰ ਨੂੰ ਬਿਲੋਂਗ ਕਰਦੇ ਨੇ, ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੋ ਮੁੱਖ ਵਕਤਾ ਹੋਣਗੇ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਗੁਰਮੀਤ ਕੜਿਆਲਵੀ ਜੀ ਔਰ ਇਸ ਦੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਉਹ ਸ਼੍ਰੀ ਕਸ਼ਮੀਰੀ ਲਾਲ ਜੀ। ਕਸ਼ਮੀਰੀ ਲਾਲ ਜੀ ਸਾਡੇ ਲਈ ਕੁਝ ਲਾਇਬ੍ਰੇਰੀ ਲਈ ਪੁਸਤਕਾਂ ਵੀ ਲੈ ਕੇ ਆਉਣਗੇ, ਸਾਨੂੰ ਭੇਟ ਕਰਨਗੇ। ਅਸੀਂ ਹਾਰਦਿਕ ਧੰਨਵਾਦੀ ਹੋਵਾਂਗੇ ਉਹਨਾਂ ਦੇ। ਸੋ ਉਸ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ, ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਤੁਸੀਂ ਇੱਕ ਵੀਡੀਓ ਜ਼ਰੀਏ ਜਿਹੜਾ ਹੈ ਉਹ YouTube ਦੇ ਉੱਪਰ ਵੀ ਮਾਣ ਸਕੋਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਉਸੇ ਰਿਵਾਇਤ ਦੀ ਲੀਕ ਤੇ ਚੱਲਦੇ ਹੋਏ ਮੇਰੀ ਸਭ ਨੂੰ ਖੜੇ ਰਹਿਣ ਦੀ ਗੁਜ਼ਾਰਿਸ਼ ਹੈ ਤਾਂ ਕਿ ਯੂਨੀਵਰਸਿਟੀ ਧੁਨੀ ਦੀ ਪੇਸ਼ਕਾਰੀ ਕੀਤੀ ਜਾ ਸਕੇ। ਤੇ ਇਸ ਮੌਕੇ ਕਾਲਜ ਵਿੱਚ ਪਹੁੰਚੇ ਸਾਡੇ ਮੁੱਖ ਮਹਿਮਾਨ ਸ਼੍ਰੀ ਗੁਰਮੀਤ ਕੜਿਆਲਵੀ ਜੀ ਦਾ, ਉਹਨਾਂ ਦੇ ਨਾਲ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ ਦਾ, ਪ੍ਰੋਫੈਸਰ ਸਾਹਿਬਾਨ ਦਾ, ਇੱਥੇ ਪਹੁੰਚੇ ਹੋਏ ਹਰ ਵਿਦਿਆਰਥੀ ਦਾ ਮੈਂ ਹਾਰਦਿਕ ਸਵਾਗਤ ਕਰਦੀ ਹਾਂ। ਕਹਿੰਦੇ ਅਗਰ ਕਿਸੇ ਦਾ ਸਵਾਗਤ ਕਰਨ ਲਈ, ਵੈਲਕਮ ਕਰਨ ਲਈ ਆਪਾਂ ਨੂੰ ਸ਼ਬਦਾਂ ਦੀ ਘਾਟ ਮਹਿਸੂਸ ਹੁੰਦੀ ਹੋਵੇ ਤਾਂ ਇਹ ਕੰਮ ਫੁੱਲ ਬੜੀ ਆਸਾਨੀ ਦੇ ਨਾਲ ਕਰ ਦਿੰਦੇ ਹਨ। ਤਾਂ ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਮੈਂ ਗੁਜ਼ਾਰਿਸ਼ ਕਰਦੀ ਹਾਂ ਪ੍ਰੋਫੈਸਰ ਡਾਕਟਰ ਗੁਰਬਿੰਦਰ ਕੌਰ ਨੂੰ ਕਿ ਉਹ ਬੁਕੇਜ਼ ਦੀ ਰਸਮ ਅਦਾਇਗੀ ਕਰਨ ਦੇ ਵਿੱਚ ਮਦਦ ਕਰਨ। ਸਰਦਾਰ ਗੁਰਮੀਤ ਸਿੰਘ ਕੜਿਆਲਵੀ ਜੀ ਦਾ ਕਾਲਜ ਵੱਲੋਂ ਹਾਰਦਿਕ ਸਵਾਗਤ। ਵਿਸ਼ੇਸ਼ ਮਹਿਮਾਨ ਉਹਨਾਂ ਦਾ ਵੀ ਕਾਲਜ ਵੱਲੋਂ ਹਾਰਦਿਕ ਸਵਾਗਤ। ਸਾਡੇ ਕਾਲਜ ਦੇ ਜੋ ਪ੍ਰਿੰਸੀਪਲ ਸਰ ਨੇ ਇੱਕ ਬਹੁਤ ਹੀ ਜ਼ਰੂਰੀ ਕੰਮ ਉਹਨਾਂ ਨੂੰ ਪੈ ਗਿਆ ਐਂਡ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਸ ਫੰਕਸ਼ਨ ਦੇ ਵਿੱਚ ਪਹੁੰਚ ਸਕਾਂ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਏ ਹੋਏ ਮਹਿਮਾਨਾਂ ਦੇ ਸਵਾਗਤ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਾ ਰਹੇ। ਰਸਮੀ ਤੌਰ ਤੇ ਸਵਾਗਤ ਦੀ ਰਸਮ ਅਦਾਇਗੀ ਕਰਨ ਲਈ ਮੈਂ ਮੰਚ ਤੇ ਸੱਦਾ ਦਿੰਦੀ ਹਾਂ ਡਾਕਟਰ ਸੁਭਾਸ਼ ਚੰਦਰ ਨੂੰ। ਮੈਂ ਰਿਕੁਐਸਟ ਕਰਦੀ ਹਾਂ ਸਰ ਨੂੰ ਕਿ ਉਹ ਡਾਇਸ ਤੇ ਆਉਣ ਤੇ ਫਾਰਮਲ ਵੈਲਕਮ ਦੀ ਰਸਮ ਅਦਾ ਕਰਨ। ਥੈਂਕ ਯੂ ਮੈਡਮ ਡਾਕਟਰ ਦਿਵਿਆ ਜੋਤੀ। ਮੈਂ ਅੱਜ ਦੇ ਮੁੱਖ ਮਹਿਮਾਨ ਡਾਕਟਰ ਗੁਰਮੀਤ ਸਿੰਘ ਜੀ ਕੜਿਆਲਵੀ ਤੇ ਕਸ਼ਮੀਰੀ ਲਾਲ ਚਾਵਲਾ ਜੀ ਦਾ ਆਪਣੇ ਕਾਲਜ ਦੇ ਸਾਰੇ ਸਟਾਫ ਵੱਲੋਂ, ਪ੍ਰਿੰਸੀਪਲ ਸਾਹਿਬ ਵੱਲੋਂ ਤੇ ਮੇਰੇ ਪਿਆਰੇ ਸਟੂਡੈਂਟਸ ਵੱਲੋਂ ਮੈਂ ਜੀ ਆਇਆਂ ਆਖਦਾ ਇਹਨਾਂ ਨੂੰ ਤੇ ਬਹੁਤ ਹੀ ਆਪਦੇ ਕਾਲਜ ਦੇ ਵਿੱਚ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਅਸੀਂ। ਅੱਜ ਇਹ ਰਸਮ ਅਸਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਅਦਾ ਕਰਨੀ ਹੁੰਦੀ ਹੈ। ਪ੍ਰਿੰਸੀਪਲ ਸਾਹਿਬ ਨੂੰ ਬਹੁਤ ਹੀ ਜ਼ਰੂਰੀ ਕੰਮ ਪੈ ਗਿਆ ਤੇ ਉਹਨਾਂ ਦੇ ਬਿਹਾਫ ਤੇ ਇਹ ਰਸਮ ਮੈਂ ਅਦਾ ਕਰ ਰਿਹਾ। ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੁੱਖ ਵਕਤਾ ਦੇ ਵਿਚਕਾਰ ਤਾਂ ਮੈਂ ਚਾਹੁੰਦਾ ਵੀ ਉਹ ਆਪਦੇ ਜਿਹੜੇ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਸਕਣ। ਲੇਖਕ ਹੈ, ਲਿਖਣਾ ਜਾਣਦਾ ਹੈ,
ਪਰ ਬੋਲਣਾ ਮੈਨੂੰ ਨਹੀਂ ਆਉਂਦਾ ਬਹੁਤਾ। ਗੱਲਾਂ ਹੀ ਕਰਨੀਆਂ ਆਪਾਂ ਤੁਹਾਡੇ ਨਾਲ, ਤੁਹਾਡੇ ਵਰਗੀਆਂ ਹੀ ਗੱਲਾਂ। ਇਸ ਤਰ੍ਹਾਂ ਜਦੋਂ ਕਿਤੇ ਮੌਕਾ ਮਿਲਦਾ ਹੈ ਕਿਸੇ ਖਾਸ ਤੌਰ ਤੇ ਵਿਦਿਅਕ ਸੰਸਥਾ ਵਿੱਚ ਜਾਣ ਦਾ, ਉਹ ਕਾਲਜ ਹੈ ਜਾਂ ਕਿਤੇ ਕਿਤੇ ਯੂਨੀਵਰਸਿਟੀ 'ਚ ਵੀ ਜਾਣ ਦਾ ਮੌਕਾ ਮਿਲ ਜਾਂਦਾ, ਤਾਂ ਇਹੋ ਜਿਹੇ ਜਿਹੜੇ ਸਮੇਂ ਹੁੰਦੇ ਆ ਉਹ ਮੇਰੇ ਵਰਗਿਆਂ ਵਾਸਤੇ, ਜਿਹੜੇ ਵਿੱਦਿਆ ਦੇ ਖੇਤਰ ਦੇ ਨਾਲ ਨਹੀਂ ਜੁੜੇ ਹੋਏ, ਉਹ ਇੱਕ ਤਰ੍ਹਾਂ ਦੀ ਕੋਈ ਬਲੈਸਿੰਗ ਹੀ ਹੁੰਦੀ ਹੈ। ਕਿਉਂਕਿ ਉਦੋਂ ਫਿਰ ਬੱਚਿਆਂ 'ਚ ਵਿਚਰਨ ਦਾ ਮੌਕਾ ਮਿਲਦਾ ਹੈ ਤੇ ਆਪਣੇ ਆਪ ਨੂੰ ਜਵਾਨ ਜਿਹਾ ਮਹਿਸੂਸ ਕਰੀਦਾ ਹੈ। ਬੱਚਿਆਂ 'ਚ ਰਹਿਣਾ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ। ਜਦੋਂ ਅਸੀਂ ਪੜ੍ਹਦੇ ਸੀਗੇ ਸਾਡੇ ਕੱਪੜੇ ਹੋਰ ਤਰ੍ਹਾਂ ਦੇ ਹੁੰਦੇ ਸੀਗੇ, ਹੁਣ ਬੱਚੇ ਕਿਵੇਂ ਕੱਪੜੇ ਪਹਿਨਦੇ ਆ, ਉਹਨਾਂ ਦੀ ਚਾਲ ਕਿਵੇਂ ਆ, ਉਹ ਬੋਲਦੇ ਕਿਵੇਂ ਆ, ਉਹਨਾਂ ਦਾ ਇੱਕ ਦੂਜੇ ਨਾਲ ਗੱਲ ਕਰਨ ਦਾ ਇਹ ਵੀ ਸਮੇਂ ਨਾਲ ਅੰਦਾਜ਼ ਬਦਲਦਾ ਰਹਿੰਦਾ ਹੈ। ਸਾਡੇ ਵੇਲੇ ਆਹ ਮੋਬਾਈਲ ਦਾ ਜਾਂ ਹੋਰ ਸੋਸ਼ਲ ਨੈਟਵਰਕਿੰਗ ਇੰਨੀ ਨਹੀਂ ਸੀ ਹੁੰਦੀ ਗੀ। ਹੁਣ ਸੋਸ਼ਲ ਨੈਟਵਰਕਿੰਗ ਦਾ ਬੜਾ ਜ਼ਮਾਨਾ ਹੈਗਾ। ਮੋਬਾਈਲ ਵੀ ਮਹਿੰਗੇ ਆ, ਇਹਦੇ ਨਾਲ ਵਿਦਿਆਰਥੀ ਕਿਵੇਂ ਖੇਡਦੇ ਆ, ਇਹ ਸਾਰੀਆਂ ਚੀਜ਼ਾਂ ਜਾਣਨ ਦਾ ਨੇੜੇ ਮੌਕਾ ਮਿਲਦਾ ਹੈ। ਤੇ ਇੱਕ ਲੇਖ ਲਈ ਇਹ ਬਹੁਤ ਜ਼ਰੂਰੀ ਵੀ ਹੁੰਦਾ ਹੈ ਕਿ ਉਹਨੇ ਨਵੇਂ ਜਿਹੜੇ ਕੋਚ ਜਿਹੜਾ ਕੀ ਸੋਚਦਾ ਹੈਗਾ, ਨਵੀਂ ਸਾਡੀ ਜਨਰੇਸ਼ਨ ਕੀ ਸੋਚਦੀ ਹੈਗੀ ਹੈ, ਉਹਦੇ ਬਾਰੇ ਜਾਣਨਾ ਇਹ ਜ਼ਿਆਦਾ ਮਤਲਬ ਸਾਨੂੰ ਚੰਗਾ ਲੱਗਦਾ। ਸਾਡੇ ਗਿਆਨ 'ਚ ਵੀ ਵਾਧਾ ਹੁੰਦਾ। ਬਹੁਤ ਕੁਝ ਜਿਹੜਾ ਅਸੀਂ ਆਪਣੇ ਅਧਿਆਪਕ ਸਾਥੀਆਂ ਤੋਂ ਸਿੱਖ ਲੈਂਦੇ ਹਾਂ ਤੇ ਜ਼ਿਆਦਾ ਤੁਹਾਡੇ ਤੋਂ ਸਿੱਖ ਲੈਂਦੇ ਹਾਂ। ਸ਼ੁਕਰੀਆ ਕਾਲਜ ਦਾ, ਸ਼ੁਕਰੀਆ ਯੂਨੀਵਰਸਿਟੀ ਦਾ। ਡਾਕਟਰ ਪਰਮਿੰਦਰ ਤੱਗੜ ਜੀ ਜਿਹੜੇ ਪ੍ਰਿੰਸੀਪਲ ਨੇ, ਮੇਰੇ ਬਹੁਤ ਪਿਆਰੇ ਪੁਰਾਣੇ ਦੋਸਤ ਨੇ, ਉਹਨਾਂ ਦਾ ਧੰਨਵਾਦ। ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਸਬੱਬੀ ਉਹਨਾਂ ਨੂੰ ਕਿਤੇ ਜਾਣਾ ਪਿਆ ਤੇ ਉਹਨਾਂ ਦਾ ਮੈਨੂੰ ਇੱਥੇ ਹੋਣਾ ਹੋਰ ਵੀ ਚੰਗਾ ਲੱਗਦਾ। ਅੱਜ ਮਾਤ ਭਾਸ਼ਾ ਦਿਵਸ ਦੇ ਸੰਬੰਧ ਦੇ ਵਿੱਚ ਯਾਦ ਕੀਤਾ ਹੈ, ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹੈ। ਤਾਂ ਕੁਝ ਗੱਲਾਂ ਥੋੜ੍ਹੀਆਂ ਜਿਹੀਆਂ ਆਪਾਂ ਮਾਤ ਭਾਸ਼ਾ ਬਾਰੇ ਕਰਾਂਗੇ। ਉਸ ਤੋਂ ਬਾਅਦ ਚਲੋ ਕੁਝ ਮੈਂ ਆਪਦੇ ਬਾਰੇ ਵੀ ਦੱਸ ਦੂੰਗਾ, ਕਿਉਂਕਿ ਦੋਸਤੋ ਜਿਹੜੇ ਆਪਾਂ ਉਹ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ, ਉਸ ਆਪਾਂ ਲਗਭਗ ਸਾਰਿਆਂ ਨੇ ਇੱਕੋ ਜਿਹਾ ਜੀਵਨ ਹੰਢਾਇਆ। ਥੋੜੇ ਬਹੁਤੇ ਫਰਕ ਦੇ ਨਾਲ ਸਾਰੇ ਇੱਕੋ ਜਿਹੇ ਹੀ ਆ। ਜਿਹੜੀਆਂ ਮੈਂ ਬਚਪਨ ਦੇ ਵਿੱਚ ਦੁਸ਼ਵਾਰੀਆਂ ਜਾਂ ਮੁਸ਼ਕਲਾਂ ਹੰਢਾਈਆਂ, ਲਗਭਗ ਤੁਸੀਂ ਸਾਰੇ ਉਹਦਾ ਸਾਹਮਣਾ ਕਰਦੇ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਮੈਂ ਸੁਣ ਰਿਹਾ ਸੀਗਾ ਜਸਟਿਸ ਕੁਲਦੀਪ ਸਿੰਘ ਗਿੱਲ, ਜਿਹੜੇ ਤੁਹਾਡੇ ਨਵੇਂ ਜੱਜ ਬਣੇ ਨੇ, ਉਹਨੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਔਰ ਮੈਂ ਹੈਰਾਨ ਹਾਂ। ਜਿਹੜਾ ਵੀ ਕੋਈ ਕਿਸੇ ਮੁਕਾਮ ਤੇ ਪਹੁੰਚਦਾ ਬੰਦਾ, ਉਹਨਾਂ ਸਾਰਿਆਂ ਦੇ ਦੁੱਖ ਇੱਕੋ ਜਿਹੇ ਹੁੰਦੇ ਆ। ਉਹਨਾਂ ਨੇ ਸਾਰਿਆਂ ਨੇ ਇੱਕੋ ਜਿਹੇ ਹਾਲਾਤ ਹੰਢਾਏ ਹੁੰਦੇ ਆ। ਤਾਂ ਹੋ ਸਕਦਾ ਮੈਂ ਉਸ ਤੋਂ ਵੀ ਜ਼ਿਆਦਾ ਜਿਹੜੇ ਆ ਕਠਿਨ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਆਇਆ ਹੋਵਾਂ। ਮੈਂ ਬਹੁਤਾ ਨਹੀਂ ਉਹਦਾ ਮਤਲਬ ਵਰਣਨ ਕਰੂੰਗਾ, ਇੱਕ ਦੋ ਸਿਰਫ ਟਚਿੰਗ ਹੀ ਮੈਂ ਮਤਲਬ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਮੈਂ ਪੜ੍ਹਨ ਵੇਲੇ ਕਾਫੀ ਚੰਗਾ ਸੀਗਾ। ਹੁਣ ਤਾਂ 98% ਨੰਬਰ ਆਉਂਦੇ ਆ, ਫਿਰ ਵੀ ਮਾਂ ਪਿਓ ਕਹਿੰਦੇ ਆ 2% ਨੰਬਰ ਕਿੱਧਰ ਚਲੇ ਗਏ, 2 ਨੰਬਰ ਕਿੱਧਰ ਚਲੇ ਗਏ। ਤੇ ਹੁਣ ਤਾਂ ਮਾਂ ਪਿਓ ਵੀ ਕਿਹਾ ਜਾਂਦਾ, ਉਹ ਵੇਲਾ ਫਲਾਨਿਆਂ ਦਾ ਬੱਚਾ। ਮੇਰੀ ਗੁੜੀਆ ਆਉਂਦੀ ਹੈ, ਸਾਨੂੰ ਜੀ ਇਹ ਪਤਾ ਲੱਗ ਜਾਣਾ ਵੀ ਫਲਾਨਿਆਂ ਦਾ ਬੱਚਾ ਕਿਹੜਾ ਹੈ ਤੇ ਅਸੀਂ ਜਾ ਕੇ ਉਹਨੂੰ ਸੁਧਾਰ ਕੇ ਆਈਏ। ਸਾਡੇ ਵੇਲੇ ਜਿਹੜੇ ਆ ਮਤਲਬ 60, 65, 70% ਨੰਬਰ ਬਹੁਤ ਵੱਡੀ ਗੱਲ ਹੁੰਦੀ ਸੀ ਤੇ ਉਹ ਟੌਪਰ ਹੁੰਦਾ ਸੀ ਕਲਾਸ ਦਾ। ਤੇ ਚਲੋ ਚੰਗੀ ਮਾੜੀ ਕਿਸਮਤ ਨੂੰ ਅਸੀਂ ਟੌਪਰਾਂ ਦੇ ਵਿੱਚ ਸੀਗੇ। 5ਵੀਂ ਕਲਾਸ ਦੇ ਵਿੱਚ ਉਦੋਂ ਨਾ ਇੱਕ ਸਾਡੇ ਪ੍ਰੀਖਿਆ ਹੁੰਦੀ ਸੀ ਮੁਕਾਬਲੇ ਦੀ, ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ। ਹਾਲਾਤ ਇਹੋ ਜਿਹੇ ਸੀਗੇ, ਉਹਦਾ ਉਸ ਟਾਈਮ ਤੇ 2.5 ਰੁਪਏ ਦਾਖਲਾ ਫੀਸ ਹੁੰਦੀ ਸੀਗੀ। ਤੇ ਹਾਲਾਤ ਇਹ ਸੀਗੇ, ਮੈਂ ਵਜ਼ੀਫੇ ਦੀ ਪ੍ਰੀਖਿਆ ਦੇ ਵਿੱਚ ਵੀ ਜਾਣਾ ਸੀਗਾ। ਮੇਰੇ ਟੀਚਰਾਂ ਨੂੰ ਵੀ ਮਾਣ ਹੁੰਦਾ ਲਈ ਸਾਡਾ ਬੱਚਾ ਜਾਊਗਾ ਉੱਥੇ, ਜ਼ਿਲ੍ਹੇ ਚੋਂ ਪਹਿਲਾ ਨੰਬਰ ਲੈ ਕੇ ਆਊਗਾ, ਸਾਡਾ ਵੀ ਨਾਂ ਹੋਊਗਾ। ਤੇ ਮੇਰੇ ਕੋਲ ਦਾਖਲਾ ਭਰਨ ਜੋਗੇ ਪੈਸੇ ਨਹੀਂ ਸੀਗੇ। ਮੈਂ ਰਾਜ ਇੱਕ ਦਿਨ ਬੈਠਾ ਸੀਗਾ
ਤੇ ਮੇਰੇ ਹੰਝੂ ਚੋਣ ਲੱਗ ਗਏ ਅੱਖਾਂ 'ਚੋਂ। ਮੈਂ ਕਿਹਾ ਜੀ ਮਤਲਬ ਮੈਂ ਨਹੀਂ ਜਾਣਾ ਜੂਣਾਗਾ ਜੀ ਉੱਥੇ। ਤੇ ਕਹਿੰਦੇ ਕੀ ਗੱਲ? ਮੈਂ ਕਿਹਾ ਜੀ ਮੇਰੇ ਕੋਲੇ ਤਾਂ ਹੈ ਨਹੀਂ ਪੈਸੇ, ਦਾਖਲਾ ਭਰ ਲਓ। ਤੇ ਉਹ ਆਂਦੀ ਤੂੰ ਇਹਦਾ ਨਾ ਫਿਕਰ ਕਰ, ਕੋਈ ਗੱਲ ਨਹੀਂ, ਤੂੰ ਜਾਣਾ ਹੀ ਜਾਣਾ, ਤਿਆਰੀ ਕਰ ਤੂੰ ਆਪਦੀ। ਹੁਣ 2.5 ਰੁਪਏ ਦਾ ਦਾਖਲਾ ਮੇਰਾ ਭਰਿਆ। ਤੇ ਉਸ ਤੋਂ ਬਾਅਦ ਪ੍ਰੀਖਿਆ ਹੋਈ, ਮੈਂ ਜ਼ਿਲ੍ਹੇ 'ਚੋਂ ਪਹਿਲੇ ਨੰਬਰ ਤੇ ਆਇਆ। ਵਜ਼ੀਫਾ ਲੱਗਿਆ, ਉਦੋਂ 5ਵੀਂ 'ਚ ਵਜ਼ੀਫਾ ਲੱਗ ਜਾਂਦਾ ਸੀ ਉਹ ਬੱਚੇ ਨੂੰ, ਸਕਾਲਰਸ਼ਿਪ ਨੂੰ। ਤੇ ਫਿਰ 8ਵੀਂ 'ਚ ਜਾ ਕੇ ਇਕੱਠਾ ਵਜ਼ੀਫਾ ਮਿਲਿਆ। ਤੇ ਜਿਹੜੇ ਬੱਚੇ ਕੋਲੇ 2.5 ਰੁਪਏ ਦਾਖਲੇ ਦੇ ਨਹੀਂ ਸੀ, ਉਹਨੇ ਫਿਰ ਉਦੋਂ ਨਾ ਘੜੀ ਲਈ ਸੀਗੀ। ਤੇ ਫਿਰ ਕਿਵੇਂ ਉੱਡਿਆ ਫਿਰਦਾ ਹੋਊਗਾ, ਤੁਸੀਂ ਆਪ ਹਿਸਾਬ ਲਾ ਲਓ। ਤੇ ਜਣੀ ਮਤਲਬ ਸਿਆਲਾਂ ਦੇ ਵਿੱਚ ਵੀ ਮੈਂ ਨਾ ਫਿਰ ਉੱਤੋਂ ਮੂਹਰੋਂ ਟੰਗ ਕੇ ਰੱਖਦਾ ਲਈ ਘੜੀ ਦੇ ਅੱਗੇ ਮੇਰੇ ਨਾਲ ਦਿਆਂ ਨੂੰ। ਉਹ ਹੁਣ ਅਧਿਆਪਕ ਦਾ ਮੇਰੇ ਸਿਰ ਤੇ ਕਰਜ਼ਾ 2.5 ਰੁਪਏ ਬਹੁਤ ਲੰਮਾ ਸਮਾਂ ਤੁਰਿਆ ਆਉਂਦਾ। ਸਬੱਬੀ ਬਹੁਤ ਸਾਲਾਂ ਬਾਅਦ ਮੈਂ ਕਿਸੇ ਸਕੂਲ ਗਿਆ, ਸਕੂਲ ਦੀ ਚੈਕਿੰਗ ਸੀਗੀ। ਇੱਕ ਅਫਸਰ ਵਜੋਂ, ਇੱਕ ਅਧਿਕਾਰੀ ਵਜੋਂ ਮੈਂ ਸਕੂਲ ਚੈੱਕ ਕਰਨ ਗਿਆ। ਜਦੋਂ ਮੈਂ ਗੇਟ ਤੇ ਐਂਟਰ ਹੋਇਆ, ਗੱਡੀ ਰੁਕੀ ਤੇ ਮੈਂ ਜਾ ਰਿਹਾ ਵਾਂ ਤੇ ਗਾਂਹ ਜਾਂਦਿਆਂ ਨੂੰ ਨਾ 4-5 ਟੀਚਰ ਜਿਹੜੇ ਆ ਉਹ ਇਕੱਠੇ ਬੈਠੇ ਸੀਗੇ। ਤੇ ਉਹਨਾਂ ਨੇ ਵੇਖਿਆ ਵੀ ਕੋਈ ਸਰਕਾਰੀ ਗੱਡੀ ਆ ਗਈ ਆ ਤੇ ਉਹ ਹਿਲਜੁਲ ਜੀ ਨਹੀਂ ਹੋ ਜਾਂਦੀ ਹੁੰਦੀ, ਕੀ ਹੋ ਗਿਆ, ਕਿਹੜਾ ਅਫਸਰ ਆ ਗਿਆ। ਮਾਸਟਰਾਂ ਨੂੰ ਤਾਂ ਡੀਓ ਦਾ ਹੀ ਜ਼ਿਆਦਾ ਡਰ ਹੁੰਦਾ ਹੈ। ਤੇ ਉਹ ਇਸ ਤਰ੍ਹਾਂ ਹਿਲਜੁਲ ਜੀ ਹੋ ਗਈ, ਭੱਜ ਕੇ ਟੀਚਰ ਆਪਦੀਆਂ ਕਲਾਸਾਂ ਨੂੰ ਜਾਣ ਲੱਗ ਗਏ। ਤੇ ਮੈਂ ਦੇਖ ਲਿਆ ਵੀ ਇਹ ਤਾਂ ਸਾਹਮਣੇ ਮੇਰੇ ਭੈਣ ਜੀ ਬੈਠੇ, ਮੇਰੀ ਗੁਰੂ ਦੀ ਮਾਤਾ ਬੈਠੀ ਹੈ ਪ੍ਰਕਾਸ਼ ਕੌਰ। ਤੇ ਮੈਂ ਭੱਜ ਕੇ ਉਹਨਾਂ ਦੇ ਪੈਰਾਂ ਨੂੰ ਹੋ ਗਿਆ ਤੇ ਉਹਨਾਂ ਨੇ ਮੈਨੂੰ ਬੁੱਕਲ 'ਚ ਲੈ ਲਿਆ। ਤੇ ਪਤਾ ਉਹਨਾਂ ਨੂੰ ਵੀ ਲੱਗ ਗਿਆ ਵੀ ਇਹ ਮਤਲਬ ਚੈਕਿੰਗ ਤੇ ਆਇਆ। ਮੈਂ ਕਿਹਾ ਜੀ ਮੈਨੂੰ ਪਤਾ ਹੁੰਦਾ ਤੁਸੀਂ ਇੱਥੇ ਤਾਂ ਮੈਂ ਆਉਣਾ ਹੀ ਨਹੀਂ ਸੀ, ਗੇਟ 'ਚ ਨਹੀਂ ਸੀ ਐਂਟਰ ਹੋਣਾ ਹੈਗਾ। ਤੇ ਚਲੋ ਮੇਰੀਆਂ ਵੀ ਅੱਖਾਂ ਭਰ ਆਈਆਂ। ਕਹਿੰਦੀ ਨਹੀਂ ਪੁੱਤ ਤੂੰ ਕਰ ਕੰਮ ਜਿਹੜੇ ਆਇਆ ਵਾ ਕਰ ਚੈਕਿੰਗ। ਮੈਂ ਕਿਹਾ ਨਹੀਂ ਜੀ ਬਸ ਗੱਲਾਂ ਉੱਥੋਂ ਹੋਈਆਂ। ਫਿਰ ਉਹਨਾਂ ਦੀ ਰਿਟਾਇਰਮੈਂਟ ਉਸੇ ਸਕੂਲ 'ਚੋਂ ਹੋਈ। ਫਿਰ ਮੈਨੂੰ ਦੱਸਤਾ, ਉਹ ਕਹਿੰਦੇ ਮੇਰੀ ਨਾ ਥੋੜ੍ਹੇ ਮਹੀਨੇ ਤੱਕ ਰਿਟਾਇਰਮੈਂਟ ਹੈ ਤੇ ਤੁਸੀਂ ਜ਼ਰੂਰ ਆਇਓ। ਮੈਂ ਗਿਆ, ਉੱਥੇ ਮੈਨੂੰ ਬੋਲਣ ਦਾ ਮੌਕਾ ਮਿਲਿਆ। ਮੈਂ ਇਹ ਗੱਲ ਉਹਨਾਂ ਨੂੰ ਫਿਰ ਸਾਲਾਂ ਬਾਅਦ ਇਹ ਚੇਤੇ ਕਰਾਈ। ਮੈਂ ਕਿਹਾ ਮੇਰੇ ਸਿਰ 2.5 ਰੁਪਈਆਂ ਦਾ ਕਰਜ਼ਾ। ਹਰ ਇੱਕ ਵਿਦਿਆਰਥੀ ਦੇ ਸਿਰ ਆਪਣੇ ਅਧਿਆਪਕਾਂ ਦਾ ਕਰਜ਼ਾ ਹੁੰਦਾ। ਤੇ ਕਿਸੇ ਦੇ ਸਿਰ ਤੇ 2.5 ਰੁਪਈਏ ਦਾ ਹੋ ਸਕਦਾ, ਕਿਸੇ ਦੇ ਸਿਰ ਤੇ ਹੋ ਸਕਦਾ ਜ਼ਿਆਦਾ ਹੋਵੇ, ਹੋ ਸਕਦਾ ਕਿਸੇ ਦੇ ਸਿਰ ਤੇ ਰੁਪਈਆਂ ਪੈਸਿਆਂ ਦੇ ਰੂਪ ਦੇ ਵਿੱਚ ਨਾ ਹੋਵੇ ਕਰਜ਼ਾ। ਸਾਡੇ ਸਿਰ ਤੇ ਆਪਣੇ ਅਧਿਆਪਕਾਂ ਦਾ, ਆਪਣੇ ਗੁਰੂਆਂ ਦਾ ਕਰਜ਼ਾ ਹੁੰਦਾ ਤੇ ਆਪਾਂ ਉਸ ਕਰਜ਼ੇ ਨੂੰ ਚੁਕਾਉਣ ਵਾਸਤੇ ਸਾਰੀ ਉਮਰ ਲਾਉਣੀ ਹੁੰਦੀ ਹੈ। ਤੇ ਮੈਂ ਅੱਜ ਤੱਕ ਉਹ ਕਰਜ਼ਾ ਉਤਾਰਦਾ ਆ ਰਿਹਾ। ਤੇ ਇਸ ਕਰਜ਼ੇ ਨੂੰ ਉਤਾਰਨ ਵਾਸਤੇ ਮੈਂ ਵਾਰ-ਵਾਰ ਵਿਦਿਆਰਥੀਆਂ 'ਚ ਜਾਂਦਾ, ਆਪਣੇ ਲੋਕਾਂ 'ਚ ਜਾਂਦਾ, ਗਰੀਬ ਲੋਕਾਂ 'ਚ ਜਾਂਦਾ। ਜਿੰਨਾ ਹੁੰਦਾ ਮੈਂ ਆਪਣੇ ਤੌਰ ਤੇ ਉਹਨਾਂ ਦੀ ਮਤਲਬ ਹੈਲਪ ਕਰਦਾ ਰਹਿੰਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੈਂ ਆਪਣੀ ਜ਼ਿੰਦਗੀ 'ਚੋਂ ਦੇ ਸਕਦਾ। ਤੁਸੀਂ ਸਿਰਫ ਮੈਂ ਇਹ ਗੱਲ ਦੀ ਜਿਹੜੀ ਤੁਹਾਨੂੰ ਹੌਸਲਾ ਦੇਣ ਵਾਸਤੇ, ਯਾਰ ਇਹਨਾਂ ਹਾਲਾਤਾਂ ਦੇ ਵਿੱਚੋਂ ਬੰਦਿਆਂ ਨੇ ਲੰਘ ਆਉਣਾ ਹੁੰਦਾ ਹੈ। ਇਹ ਕੋਈ ਅੜਚਨਾਂ ਨਹੀਂ ਹੁੰਦੀਆਂ ਗੀਆਂ। ਸਰਦਾਰਾ ਸਿੰਘ ਜੌਹਲ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ VC ਰਹੇ ਹੈ, ਕੇਂਦਰੀ ਯੂਨੀਵਰਸਿਟੀ ਦੇ ਜਿਹੜੇ ਆ ਚਾਂਸਲਰ ਰਹੇ ਆ, ਉਹ ਪ੍ਰਧਾਨ ਮੰਤਰੀ ਦੀ ਕੌਂਸਲ ਜਿਹੜੀ ਹੁੰਦੀ ਹੈ, ਉਹਨਾਂ ਨੇ 4 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੀ ਕੌਂਸਲ ਹੁੰਦੀ ਹੈ ਤੇ ਉਹਦੇ 'ਚ 12 ਬੰਦੇ ਹੁੰਦੇ ਆ ਤੇ ਲਗਾਤਾਰ 12 ਸਾਲ ਉਹ ਕੌਂਸਲ ਦੇ ਮੈਂਬਰ ਰਹੇ। ਐਡਵਾਈਜ਼ਰੀ ਕੌਂਸਲ ਹੁੰਦੀ, ਪ੍ਰਧਾਨ ਮੰਤਰੀ ਨੂੰ ਸਲਾਹ ਦਿੰਦੀ ਆ। ਉਹ ਆਪਣੇ ਦੇਸ਼ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਮੰਨੇ ਜਾਂਦੇ ਆ ਡਾਕਟਰ ਸਰਦਾਰਾ ਸਿੰਘ ਜੌਹਲ। ਉਹਨਾਂ ਦੀ ਕਿਤਾਬ ਆ ਰੰਗਾਂ ਦੀ ਗਾਗਰ। ਮੈਂ ਆਪਣੇ ਅਧਿਆਪਕ ਸਾਥੀਆਂ ਨੂੰ ਵੀ ਬੇਨਤੀ ਕਰਦਾ, ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਬੱਚਿਓ ਉਹ ਕਿਤਾਬ ਤੁਸੀਂ ਜ਼ਰੂਰ ਪੜ੍ਹਿਓ। ਰੰਗਾਂ ਦੀ ਗਾਗਰ ਉਹਦਾ ਨਾਂ ਹੈ। ਉਹਨਾਂ ਦੀ ਸਵੈ ਜੀਵਨੀ ਹੈ ਵੀ ਬੰਦਾ ਕਿਵੇਂ ਹਾਲਾਤਾਂ ਵਿੱਚੋਂ ਨਿਕਲ ਕੇ ਪਾਰ ਪਾ ਲੈਂਦਾ ਹੈ। ਉਹ 7ਵੀਂ 'ਚੋਂ ਫੇਲ ਹੋ ਗਏ ਸੀਗੇ, 2 ਸਾਲ ਹਟੇ ਰਹੇ। ਘਰਦਿਆਂ ਨੇ ਕਿਹਾ ਕਾਕਾ ਨਹੀਂ ਪੜ੍ਹਨਾ ਤੇ ਆ ਜਾ। ਫਿਰ ਉਹਨਾਂ ਨੇ ਵਾਢੀ ਚਲਾ ਲਿਆ। 2 ਸਾਲ ਧੱਸਿਆ। ਜਦੋਂ ਵੱਢ ਦੇ ਵਿੱਚ ਕਰਜ਼ੇ ਵੀ ਚੁੱਕਦੇ ਹੁੰਦੇ ਆ, ਫਿਰ ਉਹਨਾਂ ਨੇ ਪੈਸੇ ਪੂਏ ਕੀਤੇ ਇਕੱਠੇ ਤੇ ਆਪ ਹੀ ਸਕੂਲ ਚਲਾ ਗਿਆ। ਜਾ ਕੇ ਕਹਿੰਦਾ ਜੀ ਮੈਨੂੰ ਦਾਖਲ ਕਰ ਲਓ। ਤਾਂ 2 ਸਾਲ ਪੜ੍ਹਿਆ, 9ਵੀਂ 'ਚ ਫੇਰ ਬ੍ਰੇਕ ਲੱਗ ਗਈ। ਜਿਹੜਾ ਬੱਚੇ ਦੀ ਪੜ੍ਹਾਈ ਦੇ ਵਿੱਚ ਇਹੋ ਜਿਹੀ ਹਾਲਤ ਹੋਊਗੀ ਤੇ ਉਹਨੇ ਤਾਂ ਪਾਰ ਕਿਵੇਂ ਲੰਘਿਆ ਹੋਊਗਾ। ਪਰ ਤੁਸੀਂ ਹੈਰਾਨ ਰਹੋਗੇ, ਉਹ ਦੇਖ ਲਓ ਉਹੀ ਬੰਦਾ ਜਿਹੜਾ 9ਵੀਂ 'ਚੋਂ ਵੀ ਫੇਲ ਹੋ ਜਾਂਦਾ ਵਾ, 7ਵੀਂ 'ਚੋਂ ਵੀ ਕਿਸੇ ਟਾਈਮ ਤੇ ਡਿੱਗਦਾ ਢੈਂਦਾ ਪਾਸ ਹੋਇਆ ਹੁੰਦਾ ਹੈ, ਉਹ ਦੇਸ਼ ਦਾ ਸਭ ਤੋਂ ਵੱਡਾ ਇਕਨੋਮਿਸਟ ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਮੁਸੀਬਤਾਂ ਸਾਡੇ, ਮੈਨੂੰ ਬਹੁਤਾ ਸਕੂਲਾਂ ਕਾਲਜਾਂ 'ਚ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਗਾ। ਠੀਕ ਹੈ।
ਮੈਂ ਜਦੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਲਿਆ, ਮੇਰੀ ਇੱਛਾ ਸੀ ਕਿ ਵੀ ਇਹ ਜਿਹੜਾ ਖੇਤਰ ਹੈਗਾ ਇਹ ਤਾਂ ਬਈ ਹੇਰਾ ਫੇਰੀਆਂ ਵਾਲਾ ਕਰਪਸ਼ਨ ਵਾਲਾ ਖੇਤਰ ਆ, ਉਹ ਮੈਂ ਕਰ ਨਹੀਂ ਸਕਦਾਗਾ। ਤਾਂ ਮੇਰੀ ਇੱਛਾ ਸੀ ਕਿ ਮੈਂ ਕਿਸੇ ਕਾਲਜ ਦੇ ਵਿੱਚ ਪੜ੍ਹਾਵਾਂ। ਮੈਂ ਪ੍ਰਾਈਵੇਟ ਜਿਹੜੀ ਆ BA ਪੜ੍ਹਨੀ ਸ਼ੁਰੂ ਕਰਤੀ। ਮੈਂ ਕਿਹਾ BA ਕਰਦੇ ਆ, ਹੁਣ ਸਾਰਾ ਕੁਝ ਆਪ ਹੀ ਕਰਨਾ ਹੁੰਦਾ। BA ਦੇ ਵਿੱਚ ਮੇਰੇ ਪੇਪਰ ਬਹੁਤ ਵਧੀਆ ਹੋਏ, ਰਿਜ਼ਲਟ ਨਾ ਆਇਆ, ਸਾਰਿਆਂ ਦੇ ਰਿਜ਼ਲਟ ਆ ਗਏ। ਮੈਂ ਯੂਨੀਵਰਸਿਟੀ ਚਲਾ ਗਿਆ, ਮੈਨੂੰ ਕਿਸੇ ਨੇ ਦੱਸਿਆ ਭਾਈ ਉੱਥੇ ਯੂਨੀਵਰਸਿਟੀ ਜਾ, ਤਾਂ ਉੱਥੇ ਪਤਾ ਲੱਗੂਗਾ ਤੈਨੂੰ। ਮੈਂ ਯੂਨੀਵਰਸਿਟੀ ਗਿਆ, ਉੱਥੇ ਨਾ ਮੈਂ ਪ੍ਰੀਖਿਆ ਸ਼ਾਖਾ ਦੇ ਸੁਪਰਡੈਂਟ ਕੋਲੇ ਚਲਾ ਗਿਆ। ਉਹਨੇ ਆਪ ਰਿਜ਼ਲਟ ਜਿਹਾ ਮੰਗਾਇਆ। ਮੈਂ ਕਿਹਾ ਜੀ ਆਹ ਮੇਰੇ ਕੋਲ ਆਇਆ ਵਾ ਰਿਜ਼ਲਟ, ਲੇਟ ਆ ਤੇਰਾ। ਤੇ ਉਹਨੇ ਉੱਥੋਂ ਮੰਗਾ ਲਿਆ, ਆਪਦਾ ਸਾਰਾ ਹਿਸਾਬ ਕਿਤਾਬ ਜਿਹਾ ਦੇਖਿਆ, ਫਰੋਲਿਆ, ਤੇ ਫਿਰ ਮੇਰੇ ਮੂੰਹ ਲਈ ਐਂ ਝਾਕੀ ਗਿਆ। ਮੈਂ ਕਿਹਾ ਜੀ ਕੀ ਗੱਲ? ਆਂਦਾ ਤੇਰੇ ਤੇ ਬਾਕੀਆਂ ਚੋਂ ਤਾਂ ਯਾਰ ਚੰਗੇ ਨੰਬਰ ਆ, ਹਿਸਟਰੀ 'ਚੋਂ ਵੀ ਚੰਗੇ ਨੰਬਰ ਆ, ਪੋਲੀਟੀਕਲ 'ਚੋਂ ਵੀ ਚੰਗੇ ਨੰਬਰ, ਤੇ ਤੂੰ ਇੰਗਲਿਸ਼ ਦਾ ਪੇਪਰ ਕਿਉਂ ਨਹੀਂ ਦਿੱਤਾ ਗਾ? ਮੈਂ ਕਿਹਾ ਜੀ ਮੈਂ ਪੇਪਰ ਦਿੱਤਾ, ਇੰਗਲਿਸ਼ ਦਾ ਪੇਪਰ ਦਿੱਤਾ, ਮੈਂ ਕਿਉਂ ਨਹੀਂ ਦਿੱਤਾ ਗਾ? ਮੈਂ ਤਾਂ ਹਾਜ਼ਰ ਰਿਹਾ ਉੱਥੇ। ਉਹ ਫਿਰ ਕਹਿੰਦਾ ਨਹੀਂ ਆਹ ਪੇਪਰ ਤੂੰ ਦੇਤਾ, ਕਮਿਊਨੀਕੇਸ਼ਨ ਸਕਿੱਲ ਦਾ, ਇਲੈਕਟਿਵ ਦਾ ਪੇਪਰ ਤੂੰ ਦੇਣਾ ਇਹ ਕਮਿਊਨੀਕੇਸ਼ਨ ਸਕਿੱਲ ਦਾ ਸੀ। ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਕਮਿਊਨੀਕੇਸ਼ਨ ਸਕਿੱਲ ਤੇ ਇਲੈਕਟਿਵ ਅੱਡ ਹੁੰਦੀ ਕੋਈ ਚੀਜ਼। ਮੇਰੇ ਲਈ ਤਾਂ ਸਾਰਾ ਕੁਝ ਮੇਰੇ ਦਿਮਾਗ 'ਚ ਸੀ ਕਿ ਇੰਗਲਿਸ਼ ਹੀ ਹੁੰਦੀ ਹੈ। ਤੇ ਮੈਂ ਉਹ ਭਰਾਵਾ ਫੇਲ ਹੋ ਗਿਆ ਸਾਲ ਦੇ ਵਿੱਚ। ਫਿਰ ਮਨ ਉਦਾਸ ਹੋਇਆ। ਫਿਰ ਅਗਲੇ ਸਾਲ ਫਿਰ ਪੇਪਰ ਦਿੱਤਾ, ਪਾਸ ਹੋਇਆ। ਫਿਰ ਤਾਂ ਚਲੋ ਮੌਕਾ ਮਿਲਿਆ, MA ਕਰ ਲਈ, ਹੋਰ MA ਕਰ ਲਈ, ਪੰਜਾਬੀ ਯੂਨੀਵਰਸਿਟੀ ਦੇਖ ਲਈ। ਇਹ ਭਰਾਵੋ ਇੰਨਾ ਕੁ ਦੱਸਣ ਦਾ ਮੇਰਾ ਮਕਸਦ ਇਹ ਸੀਗਾ, ਜੇ ਕੋਈ ਜ਼ਿੰਦਗੀ ਤੁਹਾਨੂੰ ਇੱਕ ਦਰਵਾਜ਼ਾ ਬੰਦ ਕਰਦੀ ਹੈ ਨਾ, ਤੇ 10 ਖੋਲ ਵੀ ਦਿੰਦੀ ਹੈ। ਕੋਈ ਅੜਚਨ ਵੱਡੀ ਨਹੀਂ ਹੁੰਦੀ। ਇੰਨੀਆਂ ਕੁ ਗੱਲਾਂ ਜਿਹੜੀਆਂ ਮੈਂ ਸਿਰਫ ਤੇ ਸਿਰਫ ਇਸ ਦੱਸਣ ਵਾਸਤੇ ਕੀਤੀਆਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਸਟਿਸ ਕੁਲਦੀਪ ਸਿੰਘ ਆਏ, ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਰਿਕਸ਼ਾ ਰੇੜਾ ਚਲਾ ਲਿਆ, ਮੈਂ ਨਹਿਰ ਦੇ ਉੱਤੇ ਇੱਟਾਂ ਢੋਂਦਾ ਰਿਹਾ। ਉਹਨਾਂ ਨੇ ਹੋਰ ਇਸ ਤਰ੍ਹਾਂ ਦੀਆਂ ਮਜ਼ਦੂਰੀਆਂ ਕਰ ਲਈਆਂ। ਮੈਂ ਬੇਲਦਾਰ ਲੱਗਾ ਰਿਹਾ। ਮੈਂ ਤੁਸੀਂ ਸਿੰਘਾਂ ਵਾਲੇ ਜਾਂਦੇ ਆ, ਸਾਰੀ ਨਹਿਰ ਜਿਹੜੀ ਖਾਲਾ ਉਹ ਮੇਰੇ ਹੱਥਾਂ ਦਾ ਜਿਹੜਾ ਪੱਟਿਆ ਹੋਇਆ ਹੈ। ਮੈਂ ਦਰਿਆ ਤੇ ਵੀ ਕਰਦਾ ਰਿਹਾ। ਮੈਂ ਨੈਸਲੇ ਫੈਕਟਰੀ ਮੋਗੇ ਤੁਸੀਂ ਸਾਰੇ ਜਾਣਦੇ ਆ, ਦੁੱਧ ਵਾਲੀ ਹੈ ਨਾ, ਉਹਦੇ ਉੱਤੇ ਵੀ ਮਤਲਬ ਮੁਨਸ਼ੀਗਿਰੀ ਕਰਦਾ ਰਿਹਾ। ਕਹਿਣ ਨੂੰ ਸੁਪਰਵਾਈਜ਼ਰ ਸੀਗਾ, ਸੀ ਤਾਂ ਮੁਨਸ਼ੀਗਿਰੀ ਸੀਗੀ। ਬੜੇ ਕੰਮ ਕਰ ਤੁਰ ਕੇ ਟੈਂਕੀਆਂ ਵਾਲੇ ਮਹਿਕਮੇ 'ਚ ਵੀ ਲੱਗਾ ਰਿਹਾ। ਕਰਦਿਆਂ 16ਵਾਂ 17ਵਾਂ ਮਹਿਕਮਾ। ਮੈਂ ਨਾ ਟੈਸਟ ਦਿੰਦਾ ਹੁੰਦਾ ਸੀ ਵਾਰ-ਵਾਰ, ਚੰਗੇ ਮਤਲਬ ਨਿੱਕੇ ਤੋਂ ਲੈ ਕੇ ਨਾ PCS ਤੱਕ ਸਾਰੇ ਟੈਸਟ ਕਲੀਅਰ ਕਰ ਲੈਣੇ। ਦਿਮਾਗ ਚਲੋ ਚੱਲਣ ਲੱਗ ਗਿਆ। ਸਾਹਿਤ ਨਾਲ ਜੁੜੇ ਸੀ। ਹਰ ਵਾਰੀ ਇੰਟਰਵਿਊ ਦੇਣੀ, ਤੇ ਇੰਟਰਵਿਊ ਦੇ ਵਿੱਚ ਸਾਰਾ ਤੁਹਾਨੂੰ ਪਤਾ ਹੀ ਕੀ ਸਿਸਟਮ ਚੱਲਦਾ ਸੀ। ਹੁਣ ਤਾਂ ਸੁਧਰਿਆ ਹੋਇਆ ਬਹੁਤ, ਹਾਲ ਚੰਗੀ ਹੈ। ਤੇ ਜੋ ਤੀਜੀ ਇੰਟਰਵਿਊ ਦੇਣ ਗਿਆ ਨਾ, ਜਿਹੜਾ ਚੇਅਰਮੈਨ ਸੀਗਾ, ਰੱਬ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ, ਜਸਦੇਵ ਸਿੰਘ ਸੰਧੂ ਸੀ ਉਹਦਾ ਨਾਮ, ਮੈਨੂੰ ਆਂਦਾ ਤੂੰ ਅੱਗੇ ਵੀ ਆਇਆ? ਮੈਂ ਕਿਹਾ ਜੀ ਅੱਗੇ ਵੀ ਆਊਂਗਾ। ਮੈਂ ਕਿਹਾ ਤੁਸੀਂ ਰੱਖਣਾ ਨਹੀਂ ਗਾ, ਮੈਂ ਟੈਸਟ ਦਿੰਦੇ ਰਹਿਣਾ ਤੇ ਇੰਟਰਵਿਊ 'ਚ ਆਉਂਦੇ ਰਹਿਣਾ। ਤੇ ਕਾਕਾ ਦਾ ਵੈਸੇ ਤਾਂ ਉਹਦਾ ਸਾਰਾ ਕੁਝ ਉੱਤੋਂ ਹੀ ਬਣਾ ਕੇ ਆ ਜਾਂਦਾ, ਪਰ ਜੇ ਆਂਦਾ ਇੱਥੇ ਮੇਰਾ ਵਸ ਚੱਲਿਆ ਨਾ, ਤੈਨੂੰ ਜ਼ਰੂਰ ਰੱਖ ਲੂੰਗਾ। ਇਸ ਤਰ੍ਹਾਂ ਦਾ ਵਾਰ-ਵਾਰ ਕੋਸ਼ਿਸ਼ ਕਰਦੇ ਰਹੋ, ਕੋਈ ਗੱਲ ਨਹੀਂ। ਹੁਣ ਗੱਲਾਂ ਕਰਦੇ ਆਪਾਂ 2-4 ਅੰਤਰਰਾਸ਼ਟਰੀ ਭਾਸ਼ਾ ਦੇ ਉਹਦੇ ਬਾਰੇ। ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਵਿੱਚ ਜਾਂ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ, ਲੇਕਿਨ ਸਾਡਾ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ ਹੈਗਾ। ਮਾਤ ਭਾਸ਼ਾ ਨੂੰ ਕੋਈ ਹੁਣ ਤਾਂ ਬੋਲਣ ਤੇ ਜੁਰਮਾਨਾ ਲੱਗਣ ਲੱਗ ਗਿਆ। ਜਿਵੇਂ ਸਰਜੀਤ ਪਾਤਰ ਜੀ ਨਹੀਂ ਕਹਿੰਦੇਗੇ, ਚੀਂ ਕਰਦੀਆਂ ਚਿੜੀਆਂ ਦਾ, ਕਲ ਕਰਦੀਆਂ ਨਦੀਆਂ ਦਾ, ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਲੱਗਦਾ ਹੈ। ਬੜੇ ਮਾਣ ਨਾਲ ਜਾਈਦਾ ਵਾ। ਕਈ ਵਾਰ ਕਿਸੇ ਦੇ ਘਰਾਂ ਵਿੱਚ ਬੱਚੇ ਆਪਣੇ ਅੰਕਲ ਕੇ ਲਈ ਪਾਣੀ ਲਾਓ, ਹੋਰ ਤਾਂ ਹੋਰ। ਉਹ ਸਾਡੇ ਕੋਲੇ ਨਾ ਇੱਕ ਦਿਨ ਪਿੰਡਾਂ ਦੇ ਬਿਲਕੁਲ ਗਰੀਬ ਉਹ ਫਾਈਲ ਦੇਣ ਆਉਂਦੇ ਆ। ਅੰਕਲ ਜੀ ਮੈਨੇ ਫਾਈਲ ਦੇਣੀ ਸੀ। ਮੈਂ ਕਿਹਾ ਬੀਬਾ ਤੁਸੀਂ ਕਿੱਥੋਂ ਆਏ ਆ? ਕਹਿੰਦੇ ਉਹ ਕਿਸੇ ਕੋਈ ਪਿੰਡ ਹੀ ਦੱਸਿਆ ਉਹਨੇ, ਕਹਿੰਦੇ ਬੀਲੇ ਵਾਲਾ ਕਿ ਕਿਹੜਾ। ਮੈਂ ਕਿਹਾ ਇਹ ਕਿੱਥੇ ਦਾ ਪਿੰਡ? ਕਹਿੰਦੇ ਜੀ ਆ ਇੱਥੇ ਫਰੀਦਕੋਟ ਕੇ ਪਾਸ ਹੀ ਹੈ। ਮੈਂ ਕਿਹਾ ਇਹ ਕੋਈ यूपी में है? ਆਹ ਤਾਂ ਹਾਲ ਹੈ। ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਜਿਹੜਾ ਕਰਦਾ ਗਾ, ਉਹ ਦੱਸੋ ਆਪਣੇ ਭਰਾ ਨੂੰ ਕਿਵੇਂ ਪਿਆਰ ਕਰ ਸਕਦਾ, ਮਾਂ ਨੂੰ ਪਿਆਰ ਕਿਵੇਂ ਕਰ ਸਕਦਾ, ਆਪਣੇ ਬਾਪ ਨੂੰ ਪਿਆਰ ਕਿਵੇਂ ਕਰ ਸਕਦਾ, ਆਪਣੇ ਸਮਾਜ ਨੂੰ ਪਿਆਰ ਕਿਵੇਂ ਕਰ ਸਕਦਾ। ਪੰਜਾਬੀ ਜਿਹੜੀ ਹੈਗੀ ਹੈ ਇਹ ਦੁਨੀਆ ਦੀ 8ਵੀਂ ਵੱਡੀ ਭਾਸ਼ਾ ਹੈ।
13-14 ਕਰੋੜ ਦੁਨੀਆ ਦੇ ਵਿੱਚ ਜਿਹੜੇ ਆ ਪੰਜਾਬੀ ਬੋਲਦੇ ਲੋਕ ਹੈ। 14 ਕਰੋੜ ਪੂਰਾ ਪੰਜਾਬ ਬੋਲਦਾ ਹੈ, ਅੱਧਿਓਂ ਵੱਧ ਹਰਿਆਣਾ ਬੋਲਦਾ ਹੈ, ਅੱਧਿਓਂ ਵੱਧ ਹਿਮਾਚਲ ਬੋਲਦਾ ਹੈ, ਪਾਕਿਸਤਾਨ ਦਾ ਬਹੁਤ ਵੱਡਾ ਪੰਜਾਬ ਹੈ ਉਹ ਬੋਲਦਾ, ਅੱਧਾ ਅਫਗਾਨਿਸਤਾਨ ਬੋਲਦਾ ਹੈ। ਕੈਨੇਡਾ ਦੇ ਵਿੱਚ ਵੀ ਦੇਖੋ ਵੈਨਕੂਵਰ ਦੇ ਜਿਹੜੇ ਆ ਇਹ ਆ 에ਅਰਪੋਰਟ ਹੈ, ਬਹੁਤ ਵੱਡਾ 에ਅਰਪੋਰਟ ਆ, ਉੱਥੇ ਪੰਜਾਬੀ 'ਚ ਸਾਰੇ ਬੋਰਡ ਲੱਗੇ ਹੋਏ ਆ। ਤੇ ਜਦੋਂ ਉਤਰਦੇ ਆ ਨਾ ਤੇ ਪੁਰਾਣੇ ਜਿਹੜੇ ਬਾਬੇ ਜੀ ਉਹਨਾਂ ਦੇ ਫਾਰਮ ਭਰਨ ਵਾਸਤੇ ਨਾ ਪੰਜਾਬੀ ਜੀ ਭਰ ਦਿੰਦੇ ਆ, ਅੰਗਰੇਜ਼ੀ ਦੀ ਨਹੀਂ ਲੋੜ ਪੈਂਦੀ ਉੱਥੇ। ਟੋਰਾਂਟੋ ਸਾਰਾ ਕੁਝ ਮੈਂ ਦੇਖ ਕੇ ਆਇਆ ਵਾ, ਬੋਰਡ ਲੱਗੇ ਹੋਏ ਆ ਉੱਥੇ ਪੰਜਾਬੀ ਦੇ। ਇੱਥੇ ਸਾਡੇ ਰੌਲਾ ਪਿਆ ਸੀ ਨਾ, ਉੱਤੇ ਹਿੰਦੀ ਲਿਖਤੀ, ਥੱਲੇ ਅੰਗਰੇਜ਼ੀ ਲਿਖਤੀ, ਸਭ ਤੋਂ ਥੱਲੇ ਪੰਜਾਬੀ ਸੀਗੀ। ਉੱਥੇ ਮਤਲਬ ਸਾਰੇ ਬੋਰਡ ਜਿਹੜੇ ਸੀਗੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਸੀਗੇ। ਔਰ ਕਿਸੇ ਅਦਾਰੇ 'ਚ ਗਏ ਆ ਉੱਥੇ ਪੰਜਾਬੀ ਨਾਲ ਕੰਮ ਚੱਲ ਜਾਂਦਾ ਸੀਗਾ। ਪਰ ਇੱਕ ਰਵਿੰਦਰਨਾਥ ਟੈਗੋਰ ਜੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਤੁਸੀਂ ਰਾਸ਼ਟਰੀ ਗੀਤ ਲਿਖਿਆ ਹੈ, ਤੁਸੀਂ ਅੰਤਰਰਾਸ਼ਟਰੀ ਗੀਤ ਕਿਉਂ ਨਹੀਂ ਲਿਖਿਆ? ਉਹਨਾਂ ਨੇ ਜਵਾਬ ਦਿੱਤਾ ਕਿ ਅੰਤਰਰਾਸ਼ਟਰੀ ਗੀਤ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ ਹੈ। ਉਹਦੇ ਕਿਵੇਂ? ਉਹਦੇ ਅੰਤਰਰਾਸ਼ਟਰੀ ਗੀਤ ਆਰਤੀ ਦੇ ਰੂਪ ਦੇ ਵਿੱਚ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ ਹੈ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਗੁਰੂ ਨਾਨਕ ਸਾਹਿਬ ਦੀ ਆਰਤੀ, ਉਹ ਤਾਂ ਵਿਸ਼ਵ ਦਾ ਗੀਤ ਹੈ, ਉਹ ਤਾਂ ਪੂਰੇ ਬ੍ਰਹਿਮੰਡ ਦਾ ਗੀਤ ਹੈ। ਬਲਰਾਜ ਸਾਹਨੀ ਬਹੁਤ ਵੱਡਾ ਫਿਲਮੀ ਅਦਾਕਾਰ ਹੋਇਆ ਹੈ। ਉਹ BBC ਦੇ ਵਿੱਚ ਉੱਥੇ ਦਿੱਲੀ ਲੰਡਨ ਸਰਵਿਸ ਕਰਦੇ ਸੀ। ਉਹਨਾਂ ਦੀ ਪਤਨੀ ਦਮਯੰਤੀ ਵੀ ਬਹੁਤ ਵੱਡੀ ਐਕਟਰੈਸ ਸੀਗੀ ਉਹਨਾਂ ਸਮਿਆਂ ਦੇ ਵਿੱਚ। ਜਿਵੇਂ ਹੁਣ ਅਮਿਤਾਭ ਹੈ ਇਸ ਤਰ੍ਹਾਂ ਕਰੇਜ਼ ਸੀਗਾ ਬਲਰਾਜ ਸਾਹਨੀ ਦਾ ਵੀ। ਉਹ ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਕੋਲੇ ਆ ਕੇ ਉਹਨਾਂ ਦੇ ਅਦਾਰੇ 'ਚ ਪੜ੍ਹਾਉਣ ਲੱਗ ਗਏ। ਇੱਕ ਦਿਨ ਚਾਅ ਦੇ ਵਿੱਚ ਆਪਣੀਆਂ ਨਾ ਰਚਨਾਵਾਂ ਜਿਹੜੀਆਂ ਉਹ ਗੁਰੂਦੇਵ ਰਵਿੰਦਰਨਾਥ ਟੈਗੋਰ ਕੋਲੇ ਲੈ ਗਏ। ਕਹਿੰਦੇ ਆਹ ਦੇਖੋ ਜੀ ਮੈਂ ਲਿਖਿਆ ਹੈ। ਉਹਨਾਂ ਨੇ ਅਜੇ ਪੜ੍ਹਿਆ ਪੁੜ੍ਹਿਆ ਨਹੀਂ ਸੀ, ਆਂਦਾ ਕਿਹੜੀ ਭਾਸ਼ਾ 'ਚ ਲਿਖਿਆ? ਕਹਿੰਦੇ ਜੀ ਮੈਂ ਇੰਗਲਿਸ਼ 'ਚ ਲਿਖਿਆ। ਅਰੇ ਤੇਰੀ ਮਾਤ ਭਾਸ਼ਾ ਕਿਹੜੀ ਹੈ? ਉਹ ਕਹਿੰਦਾ ਪੰਜਾਬੀ। ਕਹਿੰਦਾ ਪਰ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਲਿਖਦੇ? ਕਹਿੰਦਾ ਜੀ ਉਹ ਤਾਂ ਐਵੇਂ ਛੋਟੀ ਜਿਹੀ ਭਾਸ਼ਾ ਹੈ, ਸਾਡੀ ਭਾਸ਼ਾ ਛੋਟੀ ਹੈ ਐਕਚੁਅਲੀ। ਤੇ ਗੁਰੂ ਰਵਿੰਦਰਨਾਥ ਟੈਗੋਰ ਹੱਸ ਕੇ ਕਹਿੰਦਾ ਜਿਹੜੀ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋ ਚੁੱਕੀ ਹੋਵੇ ਉਹ ਭਾਸ਼ਾ ਛੋਟੀ ਹੋ ਸਕਦੀ ਹੈ? ਕਹਿੰਦੇ ਆਪਣੀ ਮਾਤ ਭਾਸ਼ਾ 'ਚ ਲਿਖਿਆ ਕਰ। ਤੇ ਉਸ ਤੋਂ ਬਾਅਦ ਬਲਰਾਜ ਸਾਹਨੀ ਨੇ ਕਦੇ ਵੀ ਹੋਰ ਭਾਸ਼ਾ 'ਚ ਨਹੀਂ ਲਿਖਿਆ, ਉਹਨੇ ਮਾਂ ਭਾਸ਼ਾ 'ਚ ਲਿਖਿਆ, ਮਾਂ ਬੋਲੀ 'ਚ ਲਿਖਿਆ, ਜਿਹੜੀ ਉਹਦੀ ਮਾਂ ਦੀ ਬੋਲੀ ਸੀਗੀ। ਮੇਰੀ ਗੈਰ ਜਜ਼ਬਾਤੀ ਡਾਇਰੀ, ਮੇਰਾ ਰੂਸੀ ਸਫ਼ਰਨਾਮਾ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰੀ ਫਿਲਮੀ ਡਾਇਰੀ, ਬਹੁਤ ਕੁਝ ਲਿਖਿਆ ਫਿਰ ਉਹਨਾਂ ਨੇ ਆਪਣੀ ਮਾਤ ਭਾਸ਼ਾ ਦੇ ਵਿੱਚ ਲਿਖਿਆ। ਇੱਕ ਫਿਲਮ ਤਾਂ ਤੁਸੀਂ ਹੁਣ ਫਿਲਮਾਂ ਨਾਲ ਵੀ ਦੇਖਦੇ ਰਹਿੰਦੇ ਆ। ਮੇਰਾ ਦੋਸਤ ਆ ਅਮਰੀਕ ਗਿੱਲ, ਬਹੁਤ ਵੱਡਾ ਫਿਲਮ ਡਾਇਰੈਕਟਰ ਵੀ ਆ, ਫਿਲਮ ਲੇਖਕ ਵੀ ਆ, ਸੰਵਾਦ ਲੇਖਕ ਵੀ ਆ, ਡਾਇਲੌਗ ਲਿਖਦਾ ਹੈ। ਫਿਲਮ ਸੁਣੀ ਆ ਤੁਸੀਂ ਦਿਲ ਦੇ ਚੁੱਕੇ ਸਨਮ? ਇਹਦਾ ਸੁਣੀ ਹੋਣੀ ਨਾ। ਉਹਦੇ ਡਾਇਲੌਗ ਉਸ ਬੰਦੇ ਨੇ ਲਿਖੇ ਹੋਏ ਆ। ਕਿੱਡੀ ਸੁਪਰ ਹਿੱਟ ਫਿਲਮ ਹੈ। ਫਿਲਮ ਜੀਤ ਫਿਲਮ ਬਾਰੇ ਸੁਣਿਆ ਹੋਣਾ ਤੁਸੀਂ, ਸਨੀ ਦਿਓਲ ਵਾਲੀ ਹੈ ਨਾ। ਉਹ ਫਿਲਮ ਦੇ ਡਾਇਲੌਗ ਵੀ ਅਮਰੀਕ ਗਿੱਲ ਨੇ ਲਿਖੇ ਹੋਏ ਆ। ਉਹ ਲਿਖਦਾ ਕਿਸੇ ਜਗ੍ਹਾ ਤੇ, ਕਹਿੰਦਾ ਉਹ ਫਿਲਮਾਂ ਹੈ ਬੰਦਾ ਪੰਜਾਬੀ ਆ, ਉਹ ਹਿੰਦੀ ਫਿਲਮਾਂ ਦੇ ਡਾਇਲੌਗ ਲਿਖਦਾ ਤੇ ਲੱਖਾਂ ਰੁਪਈਆ ਉਹਨੂੰ ਮਿਲਦਾ। ਕਹਿੰਦਾ ਕੋਈ ਮੈਂ ਜੀਤ ਫਿਲਮ ਦੇ ਡਾਇਲੌਗ ਲਿਖ ਰਿਹਾ ਸੀਗਾ ਤੇ ਮੈਨੂੰ ਕਿਸੇ ਡਾਇਲੌਗ ਤੇ ਮੈਂ ਅੜ ਗਿਆ, ਮੈਨੂੰ ਸੁੱਝੇ ਨਾ ਮੈਂ ਕੀ ਲਿਖਾਂ। ਮੈਂ ਬੜਾ ਮੱਥਾ ਮਾਰਿਆ ਵੀ ਕੀ ਕਰਾਂ ਮੈਂ, ਕੀ ਕਰਾਂ। ਉਹਦਾ ਜ਼ੋਰ ਬੜਾ ਲਾਇਆ ਤੇ ਫਿਰ ਮੈਂ ਉਹਦਾ ਦਲੀਪ ਕੁਮਾਰ ਕੋਲੇ ਚਲਾ ਗਿਆ। ਉਹਦਾ ਮੈਂ ਕਿਹਾ ਦਾਦਾ ਮੈਨੂੰ ਨਾ ਇੱਕ ਬੜੀ ਸਮੱਸਿਆ ਹੋਈ ਪਈ ਆ, ਇੱਕ ਡਾਇਲੌਗ ਨਹੀਂ ਸੁੱਝਦਾ, ਗੱਲ ਵੀ ਇੱਥੇ ਬੜਾ ਕਸੂਤਾ ਮਾਮਲਾ ਉਲਝਿਆ ਪਿਆ। ਤੇ ਦਲੀਪ ਕੁਮਾਰ ਵੀ ਪੰਜਾਬੀ ਹੈ। ਕਿਸੇ ਟਾਈਮ ਤੇ ਫਿਲਮ ਇੰਡਸਟਰੀ 'ਚ ਸਾਰੇ ਪੰਜਾਬੀ ਹੁੰਦੇ ਸੀਗੇ। ਜਿੰਨੇ ਕਪੂਰ ਆ ਨਾ, ਰਿਸ਼ੀ ਕਪੂਰ, ਅਰਜਨ ਕਪੂਰ, ਰਣਵੀਰ ਕਪੂਰ, ਸਾਰੇ ਪੰਜਾਬੀ ਆ। ਇਹ ਖੰਨੇ ਵੀ ਸਾਰੇ ਪੰਜਾਬੀ ਸੀ, ਸਾਰੀ ਦੱਤ ਵੀ ਸਾਰੇ ਪੰਜਾਬੀ ਸੀਗੇ, ਸੰਜੇ ਦੱਤ ਹੋਣੀ ਸਾਰੇ ਪੰਜਾਬੀ ਆ। ਸਾਰੀ ਇੰਡਸਟਰੀ ਦੇ ਉੱਤੇ ਪੰਜਾਬੀ ਕਾਬਜ਼ ਸੀਗੇ। ਦਲੀਪ ਕੁਮਾਰ ਵੀ ਪੰਜਾਬੀ ਸੀ। ਉਹਦਾ ਅਮਰੀਕ ਗਿੱਲ ਤੂੰ ਲਿਖਦਾ ਕਿਵੇਂ ਆਦਾ ਜੀ ਮੈਂ ਹਿੰਦੀ 'ਚ ਲਿਖ ਰਿਹਾ, ਮੈਂ ਡਾਇਲੌਗ ਹਿੰਦੀ ਫਿਲਮ ਦਾ।
ਆਦਾ ਐਂ ਕਰ, ਐਂ ਨਹੀਂ ਗੱਲ ਬਣਨੀ। ਆਦਾ ਯਾਰ ਤੂੰ ਸੋਚ ਪਹਿਲਾਂ ਪੰਜਾਬੀ 'ਚ ਸੋਚ, ਇਹਨੂੰ ਪੰਜਾਬੀ 'ਚ ਲਿਖ ਲੈ, ਬਾਅਦ 'ਚ ਹਿੰਦੀ ਕਰ ਲਈ ਇਹਦੀ। ਉਹ ਮੇਰੀ ਗੱਲ ਲਿਖਦਾ, ਫਿਰ ਮੈਂ ਇੱਕਦਮ ਤਾਂ ਮੇਰੇ ਗੱਲ 'ਚ ਦਿਮਾਗ ਜਾਈ ਨਾ, ਮੈਂ ਆਪਣੇ ਆਪ ਨੂੰ ਕੱਢ ਕੇ ਪਿੰਡ ਦੇ ਉਹ ਮੋਟਰ ਤੇ ਲੈ ਗਿਆ, ਉਹਨਾਂ ਖੇਤਾਂ ਦੇ ਵਿੱਚ ਲੈ ਗਿਆ। ਖੇਤਾਂ 'ਚ ਜਾ ਕੇ ਮੈਂ ਸੋਚਿਆ ਆਪਣੇ ਆਪ ਮਨ ਨੂੰ, ਆਦਾ ਮੈਂ ਪੰਜਾਬੀ 'ਚ ਡਾਇਲਾਗ ਲਿਖਿਆ, ਪੰਜਾਬੀ 'ਚ ਡਾਇਲਾਗ ਲੈ ਕੇ ਫਿਰ ਮੈਂ ਉਹਦਾ ਹਿੰਦੀ ਟ੍ਰਾਂਸਲੇਸ਼ਨ ਕਰ ਲਈ। ਮੈਂ ਕਿਹਾ ਚਲੋ ਹੁਣ ਇਹਨੂੰ ਹਿੰਦੀ ਬਣਾ ਦਿੰਦੇ। ਤੇ ਉਹ ਲਿਖਦਾ, ਉਹ ਫਿਲਮ ਜੀਤ ਦੇ ਵਿੱਚ ਸਭ ਤੋਂ ਵੱਧ ਤਾੜੀਆਂ ਉਸ ਡਾਇਲਾਗ ਤੇ ਵੱਜਦੀਆਂ, ਕਿਉਂਕਿ ਉਹ ਮਾਤ ਭਾਸ਼ਾ ਦੇ ਵਿੱਚ ਲਿਖਿਆ ਤੇ ਸੋਚਿਆ ਗਿਆ ਸੀ। ਹੁਣ ਆਪਾਂ ਅਦਾਲਤਾਂ ਦੇ ਵਿੱਚ ਹੈ, ਸਾਰੇ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ, ਕਿੰਨੇ ਕੇਸ ਅਦਾਲਤਾਂ ਦੇ ਵਿੱਚ ਜਾਂਦੇ ਆ। ਉਹ ਕੀ ਹੁੰਦਾ, ਉੱਥੇ ਜੱਜ ਤੇ ਵਕੀਲ ਆਪਸ ਵਿੱਚ ਘੁਸਰ ਮੁਸਰ ਜੀ ਕਰੀ ਜਾਂਦੇ ਆ। ਜਿਹਦੀ ਕਿਸਮਤ ਦਾ ਫੈਸਲਾ ਆਉਣਾ ਹੁੰਦਾ ਉਹਨੂੰ ਸਮਝ ਕੁਝ ਨਹੀਂ ਲੱਗਦਾ, ਕਿਉਂਕਿ ਮਾਤ ਭਾਸ਼ਾ 'ਚ ਗੱਲ ਨਹੀਂ ਨਾ ਹੋ ਰਹੀ ਹੁੰਦੀ ਗੀ। ਸਾਡੀ ਕਾਨੂੰਨੀ ਭਾਸ਼ਾ ਜਿਹੜੀ ਹੈਗੀ ਹੈ ਉਹ ਇੰਗਲਿਸ਼ ਬਣਾ ਦਿੱਤੀ ਗਈ ਹੈ। ਮੈਂ ਸਵੇਰੇ ਇਹ ਸੁਣ ਰਿਹਾ ਸੀਗਾ, ਕਹਿੰਦੇ ਇੰਨੀ ਪੰਜਾਬੀ ਦੀ ਬੇਕਦਰੀ ਅੰਗਰੇਜ਼ਾਂ ਦੇ ਰਾਜ 'ਚ ਵੀ ਨਹੀਂ ਹੋਈ ਸੀ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਿਹੜਾ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਨਹੀਂ ਸੀਗਾ, ਕਿਸੇ ਸੂਬੇ ਦੇ ਵਿੱਚ ਵੀ ਨਹੀਂ ਸੀਗਾ। ਚੰਦ ਸਕੂਲ ਹੁੰਦੇ ਸੀਗੇ, ਜਿਵੇਂ ਮਸੂਰੀ ਹੋ ਗਿਆ, ਡਲਹੌਜੀ ਹੋ ਗਿਆ, ਦੇਹਰਾਦੂਨ ਦਾ ਹੋ ਗਿਆ, ਇਹ ਕੋਈ ਵਿਰਲਾ ਜਿਹੜਾ ਜਿੱਥੇ ਐਲੀਟ ਕਲਾਸ ਦੇ ਬੱਚੇ ਪੜ੍ਹਦੇ ਸੀ ਨਾ, ਉਹੀ ਇੰਗਲਿਸ਼ ਦਾ ਉਹਨਾਂ ਦਾ ਮਾਧਿਅਮ ਹੁੰਦਾ ਸੀ। ਬਾਕੀ ਸਾਰੇ ਸਥਾਨਕ ਭਾਸ਼ਾਵਾਂ ਦੇ ਵਿੱਚ ਹੁੰਦੇ। ਪੰਜਾਬ ਦੇ ਵਿੱਚ ਵੀ ਉਰਦੂ ਜਾਂ ਫਾਰਸੀ ਬਹੁਤ ਲੰਮਾ ਸਮਾਂ ਜਿਹੜਾ ਭਾਸ਼ਾ ਦਾ ਮਾਧਿਅਮ ਰਿਹਾ। ਤਾਂ ਇੰਨੀ ਬੇਕਦਰੀ ਅੰਗਰੇਜ਼ਾਂ ਦੇ ਸਮੇਂ 'ਚ ਵੀ ਨਹੀਂ ਸੀ। ਹੁਣ ਕੀ ਆ, ਹੁਣ ਸਕੂਲਾਂ ਦੇ ਵਿੱਚ ਮਾਂ ਬੋਲੀ ਬੋਲਣ ਤੇ ਜੁਰਮਾਨਾ ਲੱਗ ਰਿਹਾ। ਆ ਸਾਡੇ ਭੈਣ ਜੀ ਇਹ ਜਰਮਨ 'ਚ ਰਹਿ ਕੇ ਆਏ, ਮੈਨੂੰ ਪਤਾ ਲੱਗਾ, ਅੱਜ ਹੀ ਪਤਾ ਲੱਗਾ। ਜਰਮਨ ਦੇ ਵਿੱਚ ਉਹ ਅੰਗਰੇਜ਼ੀ ਨੂੰ ਬਹੁਤ ਘੱਟ ਤਰਜੀਹ ਦਿੰਦੇ ਆ। ਦੱਖਣੀ ਕੋਰੀਆ ਦੇ ਵਿੱਚ ਉਹ ਅੰਗਰੇਜ਼ੀ ਨਹੀਂ ਵੜਨ ਦਿੰਦੇ। ਚੀਨ ਦੇ ਵਿੱਚ ਅੰਗਰੇਜ਼ੀ ਹੈ ਨਹੀਂ। ਉਹ ਉਹਨਾਂ ਦੇਸ਼ਾਂ ਨੇ ਘੱਟ ਤਰੱਕੀ ਕੀਤੀ ਹੈ। ਚੀਨ ਜਿਹੜਾ ਦੁਨੀਆ ਦੀ ਸਾਰੀ ਟੈਕਨੋਲੋਜੀ ਦੇ ਉੱਤੇ ਛਾਇਆ ਹੋਇਆ ਹੈ, ਪੌਲਾ ਫੜ ਕੇ ਬਾਕੀ ਸਾਰੇ ਦੇਸ਼ ਮੰਗਦੇ ਆ, ਉੱਥੇ ਤਾਂ ਅੰਗਰੇਜ਼ੀ ਹੈ ਹੀ ਨਹੀਂ ਗੀ। ਇਹ ਕਿਉਂ ਫਿਰ ਸਾਡੇ ਮਨਾਂ ਦੇ ਵਿੱਚ, ਕਿਉਂ ਸਾਡੇ ਦਿਮਾਗਾਂ ਦੇ ਵਿੱਚ ਇਹ ਭਰ ਦਿੱਤਾ ਜਾਂਦਾ ਵੀ ਅੰਗਰੇਜ਼ੀ ਆਉਂਦੀ ਹੋਵੇ ਤਾਂ ਸਾਰਾ ਕੁਝ ਆਉਂਦਾ ਹੋਊਗਾ। ਸੋ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਾਡੇ ਮਨ 'ਚ ਭ੍ਰਾਂਤੀਆਂ ਇਹ ਪੈਦਾ ਕੀਤੀਆਂ ਜਾ ਰਹੀਆਂ ਕਿ ਪੰਜਾਬੀ ਤਾਂ ਵਿਚਾਰੀ ਗਰੀਬ ਜੀ ਭਾਸ਼ਾ ਹੈਗੀ ਆ। ਇੱਥੇ ਰਿਸ਼ਤਿਆਂ ਦੇ ਵਾਧੂ ਨਾ ਪੰਜਾਬੀ 'ਚ, ਉੱਥੇ ਪੈਟਰਨਲ ਅੰਕਲ ਤੇ ਮਟਰਨਲ ਅੰਕਲ ਤੇ ਗੱਲ ਖਤਮ ਹੋ ਜਾਂਦੀ ਹੈ। ਇਦੋਂ ਗਾਂ ਤਾਂ ਗੱਲ ਹੀ ਨਹੀਂ ਤੁਰਦੀ। ਸਾਡੀ ਭਾਸ਼ਾ ਦੀ ਅਮੀਰੀ ਦੇਖੋ, ਇੱਥੇ ਰਿਸ਼ਤਿਆਂ ਦੇ ਨਾਂ ਹੈ। ਇੱਥੇ ਚਾਚੇ ਦਾ ਮੁੰਡਾ ਹੈ ਚਚੇਰ ਹੈ, ਮਾਮੇ ਦਾ ਮੁੰਡਾ ਮਸੇਰ ਹੈ, ਫਫੇਰ ਹੈ, ਦਦੇਰ ਹੈ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਹੈ। ਆ ਕੁੜੀਆਂ ਜਾਣਦੀਆਂ ਹੋਣੀਆਂ, ਮਮਿਆਉਰਾ ਹੈ, ਨਨਿਆਉਰਾ ਹੈ, ਦਦਿਆਉਰਾ ਹੈ। ਹਰ ਰਿਸ਼ਤੇ ਲਈ ਵੱਖਰਾ ਸ਼ਬਦ ਹੈ। ਇਹ ਪਤੀਸ ਹੈ, ਪਤਿਆਉਰਾ ਹੈ, ਪਤਾ ਨਹੀਂ ਹਰ ਇੱਕ ਰਿਸ਼ਤੇ ਲਈ ਸਾਡੇ ਕੋਲੇ ਵੱਖਰਾ ਸ਼ਬਦ ਹੈਗਾ ਕਿ ਉਹਨਾਂ ਦੇ ਪੈਟਰਨਲ ਤੇ ਮਟਰਨਲ ਤੋਂ ਗਾ ਬੰਦ ਹੋ ਜਾਂਦੀ ਗੱਲ। ਤੇ ਇਸੇ ਤਰ੍ਹਾਂ ਹੀ ਜਿਹੜੇ ਮਤਲਬ ਸਾਡੇ ਕੋਲੇ ਆ ਹੁਣ ਸਧਾਰਨ ਸ਼ਬਦ ਹੈਗਾ ਜੁੱਤੀ ਹੈਗੀ ਆ, ਉਹ ਸ਼ੂਜ਼ ਤੇ ਜਾ ਕੇ ਮੇਰੇ ਖਿਆਲ ਬਹੁਤੀ ਗੱਲ ਬੰਦ ਹੋ ਜਾਂਦੀ ਉਹਨਾਂ ਦੇ। ਇੱਥੇ ਤਾਂ ਪੌਲਾ ਵੀ ਆ, ਛਿੱਤਰ ਵੀ ਆ, ਧੌੜੀ ਵੀ ਆ, ਠਿੱਬੀ ਵੀ ਆ, ਪਤਾ ਨਹੀਂ ਕਿੰਨੇ ਕੁ ਵਰਤ ਲੈਂਦੇ ਆ। ਜ਼ਿਆਦਾ ਖੜਕਾਉਣਾ ਜਿਵੇਂ ਜਿਵੇਂ ਵਰਤਣਾ ਉਸੇ ਹਿਸਾਬ ਨਾਲ ਤੇਰੇ ਪੌਲਾ ਪਊਗਾ, ਉਸ ਹਿਸਾਬ ਨਾਲ ਵਰਤ ਲੈਂਦੇ ਆ। ਇਹ ਮਤਲਬ ਕਿਸੇ ਭਾਸ਼ਾ ਦੀ ਅਮੀਰੀ ਦਾ ਹੁੰਦਾ ਹੈ, ਸੌਦਾ ਹੁੰਦਾ। ਸਾਡੀ ਭਾਸ਼ਾ ਬਹੁਤ ਅਮੀਰ ਹੈ, ਇਸ ਕਰਕੇ ਇਹਦੇ ਤੇ ਕੋਈ ਬਹੁਤਾ ਜਿਹੜਾ ਜਕਣ ਜਗਾਉਣ ਦੀ ਲੋੜ ਨਹੀਂ ਗੀ। ਆਪਣੀ ਮਾਂ ਬੋਲੀ ਨੂੰ ਉਨਾ ਹੀ ਪਿਆਰ ਕਰਨਾ ਚਾਹੀਦਾ ਜਿੰਨਾ ਅਸੀਂ ਆਪਣੀ ਮਾਂ ਨੂੰ ਕਰਦੇ ਹਾਂ। ਜ਼ਿਆਦਾ ਲੰਮਾ ਸਮਾਂ ਇਸ ਕਰਕੇ ਨਹੀਂ ਕਰਨਾ ਕਿਉਂਕਿ ਸਾਡੇ ਕੋਲੇ ਹੋਰ ਵਿਦਵਾਨ ਵੀ ਬਹੁਤ ਆਏ ਹੋਏ ਆ। ਮਾਂ ਬੋਲੀ ਨਹੀਂ ਦੇ ਰਾਹੀਂ ਆਪਣੀ ਜਿਹੜੀ ਹੈਗੀ ਆ, ਅਸੀਂ ਹੋਰ ਭਾਸ਼ਾ, ਮੈਂ ਨਹੀਂ ਕਹਿੰਦਾ ਇੰਗਲਿਸ਼ ਨਹੀਂ ਸਿੱਖਣੀ ਚਾਹੀਦੀ, ਕਿ ਸਿੱਖਣੀ ਚਾਹੀਦੀ ਆ। ਸਾਰੀਆਂ ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਆਉਂਦੀਆਂ ਸਾਨੂੰ ਆਉਣੀਆਂ ਚਾਹੀਦੀਆਂ, ਪਰ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ, ਆਪਣੇ ਆਪ ਨੂੰ ਪ੍ਰਗਟਾ ਜਿਹੜਾ ਉਹ ਆਪਣੀ ਮਾਂ ਭਾਸ਼ਾ ਰਾਹੀਂ ਜ਼ਿਆਦਾ ਸਕਦੇ ਆ। ਕਿਉਂਕਿ ਜਦੋਂ ਮਤਲਬ ਦੁੱਖ ਦਰਦ ਦੇ ਵਿੱਚ ਹੋਈਏ ਉਦੋਂ ਹਾਏ ਤਾਂ ਆਪਦੀ ਮਾਂ ਬੋਲੀ 'ਚ ਹੀ ਨਿਕਲਦਾ ਹੈ। ਤੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਖੋਜ ਹੋਈ, ਉਹਦੇ ਵਿੱਚ ਇਹੀ ਕਿਹਾ ਗਿਆ ਕਿ ਮਾਤ ਭਾਸ਼ਾ ਰਾਹੀਂ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਵੱਧ ਪ੍ਰਭਾਵੀ ਹੁੰਦੀ ਹੈ।
ਔਰ ਇੰਗਲਿਸ਼ ਵੀ ਉਹਨਾਂ ਬੱਚਿਆਂ ਦੀ ਚੰਗੀ ਹੁੰਦੀ ਹੈ। ਇਹ ਵੀ ਕੈਨੇਡਾ ਦੀ ਖੋਜ ਹੈ। ਮੈਂ ਉੱਥੇ ਦੀਆਂ ਬਹੁਤ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਜਾ ਕੇ ਵਿਜ਼ਿਟ ਕਰਕੇ ਆਇਆ ਬਈ, ਮੈਂ ਦੇਖਿਆ। ਉਹ ਕਹਿੰਦੇ ਸਾਡੀ ਇਹ ਖੋਜ ਦਾ ਇਹ ਨਿਰਣਾ ਨਿਕਲਿਆ ਕਿ ਜਿਹੜੇ ਲੋਕ ਮਾਤ ਭਾਸ਼ਾ ਵਿੱਚ ਅਮੀਰ ਹੁੰਦੇ ਆ, ਜਿਹੜਾ ਪੰਜਾਬੀ ਬੋਲਣ 'ਚ ਅਮੀਰ ਹੈਗਾ, ਉਹਦੀ ਇੰਗਲਿਸ਼ ਵੀ ਉਹਦੀ ਮਜ਼ਬੂਤ ਹੋਣੀ ਹੈ। ਔਰ ਬਾਹਰਲੇ ਅੰਗਰੇਜ਼ ਆ ਜਾਂ ਦੂਜੇ ਤੀਜੇ ਆਪਾਂ ਸੋਚਦੇ ਹਾਂ ਬੜੀ ਅੰਗਰੇਜ਼ੀ, ਉਹਦਾ ਜਿਵੇਂ ਆਪਾਂ ਪੰਜਾਬੀ ਬੋਲਦੇ ਉਵੇਂ ਬੋਲਦੇ ਆ, ਉਹਨਾਂ ਨੂੰ ਵੀ ਗ੍ਰਾਮੈਟਿਕਲੀ ਬਹੁਤ ਕਮਜ਼ੋਰ ਹੁੰਦੇ ਆ, ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਗਾ। ਸੋ ਇਸ ਕਰਕੇ ਇਹ ਨਹੀਂ ਹੁੰਦਾ ਗਾ। ਇੰਨਾ ਹੈਗਾ ਵੀ ਉਹ ਜਿਹੜੇ ਲੋਕ ਨਾ ਬਹੁਤ ਜ਼ਿਆਦਾ ਸੈਂਸਿਟਿਵ ਹੈ, ਉਹ ਆਪਣੀ ਮਾਤ ਭਾਸ਼ਾ ਨੂੰ ਪਿਆਰ ਬਹੁਤ ਕਰਦੇ ਆ। ਸਾਡੇ ਸਿੱਖਿਆ ਦੇ ਅਰਥ ਬਦਲ ਦਿੱਤੇ ਗਏ ਆ। ਸਾਨੂੰ ਤਾਂ ਰਾਮ ਤੇ ਸ਼ਾਮ ਨੇ ਨਹੀਂ ਛੱਡਿਆ ਸਾਰੀ ਉਮਰ। ਰਾਮ ਇਜ਼ ਮਾਈ ਬੈਸਟ ਫਰੈਂਡ, ਸ਼ਾਮ ਇਜ਼ ਮਾਈ ਬੈਸਟ ਫਰੈਂਡ, ਸੀਤਾ ਇਜ਼ ਮਾਈ ਬੈਸਟ ਫਰੈਂਡ, ਪਤਾ ਨਹੀਂ ਇਹ ਵੀ ਸਮਝੀ ਫਿਰਦੇ ਆ। ਭਾਸ਼ਾ ਕਿੱਥੇ ਤੁਹਾਨੂੰ ਸਮਝਣ ਦਾ ਮੌਕਾ ਨਹੀਂ ਦਿੱਤਾ ਗਿਆ। ਰਾਮ ਤੇ ਸ਼ਾਮ ਨਹੀਂ ਸਾਨੂੰ ਛੱਡ ਦੇਗੇ। ਹੁਣ ਇੱਕ ਨਹੀਂ, ਸਾਡੀ ਐਜੂਕੇਸ਼ਨ ਇਸ ਢੰਗ ਦੀ ਬਣਾ ਦਿੱਤੀ ਗਈ ਹੈ। ਹੁਣ ਸਾਨੂੰ ਕਹਿਣਗੇ ਜੀ ਅਰਜ਼ੀ ਲਿਖੋ। ਕੀ ਅਰਜ਼ੀ ਲਿਖੋ? ਚਾਚੇ ਨੇ ਘੜੀ ਭੇਜੀ, ਉਹਦਾ ਧੰਨਵਾਦ। ਚਾਚੇ ਨੇ ਸਿਰ ਦੀ ਮਰੀ ਜੂ ਨਹੀਂ ਦਿੱਤੀ ਹੁੰਦੀ। ਨੌਨਸੈਂਸ ਗੱਲਾਂ ਹੀ ਯਾਰ ਇਹ ਮਤਲਬ ਇਸ ਤਰ੍ਹਾਂ ਦਾ ਹੁੰਦਾ। ਫਿਰ ਕਹਿਣਗੇ ਜੀ ਅਗੇ ਮਤਲਬ ਇੱਕ ਬੰਦੇ ਨੇ ਦਰਜਨ ਕੇਲੇ ਲਏ, ਉਹਦੇ ਚੋਂ 5 ਖਰਾਬ ਹੋ ਗਏ, 20 ਰੁਪਏ ਦੇ ਦਰਜਨ ਕੇਲੇ ਲਏ ਸੀ, ਕਿੰਨੇ ਦੇ ਹਿਸਾਬ ਦੇ ਨਾਲ ਵੇਚੇ ਤੇ ਉਹਨੂੰ 20% ਫਾਇਦਾ ਹੋਵੇ। ਲੈ ਉਹ ਕੇਲੇ ਖਰਾਬ ਹੋ ਗਏ, ਉਹ ਤਾਂ ਘਾਟਾ ਹੀ ਪੈਣਾ। ਉਹ ਹੁਣ ਕਿੰਨੇ ਦੇ ਵੇਚੇ? ਖਰਾਬ ਕੇਲੇ ਹੋ ਗਏ ਤਾਂ ਅੱਬਲ ਤਾਂ ਹੁਣ ਅੱਜ ਵਾਲਾ ਜਿਹੜਾ ਬੰਦਾ ਉਹ ਖਰਾਬ ਹੀ ਵੇਚੂਗਾ, ਉਹਨੇ ਕਹਿਣਾ ਲੋੜ ਨਹੀਂ ਦੱਸਣਗੀ। ਇਹ ਸਿਸਟਮ ਜਿਹੜਾ ਐਜੂਕੇਸ਼ਨ ਦਾ ਵੀ ਬਹੁਤ ਜਿਹੜਾ ਮਤਲਬ ਤਬਦੀਲ ਕਰਨ ਵਾਲਾ ਹੈ। ਇਹਦੇ ਸਿੱਖਿਆ ਦਾ ਅਰਥ ਕੀ ਹੁੰਦਾ? ਸਿੱਖਣਾ। ਜੇ ਹੁਣ ਮਤਲਬ ਸਿੱਖਿਆ ਦਾ ਅਰਥ ਇਹ ਹੈ, ਜੇ ਤੁਸੀਂ 10ਵੀਂ ਪਾਸ ਹੈ, ਇਹਦਾ ਕੀ ਮਤਲਬ ਹੈ? 10ਵੀਂ ਪਾਸ ਦਾ ਅਰਥ ਇਹ ਹੈ ਵੀ ਕਮ ਸੇ ਕਮ ਉਹ 9ਵੀਂ ਤੱਕ ਵਾਲਿਆਂ ਨੂੰ ਪੜ੍ਹਾ ਸਕੇ। ਇਹ ਸਿੱਖਿਆ ਦਾ ਅਰਥ ਹੁੰਦਾ ਹੈ। ਤੇ ਸਿੱਖਿਆ ਦਾ ਅਰਥ ਕੀ ਆ ਸਾਡੇ? ਸਿਰਫ ਤੇ ਸਿਰਫ ਇਨਫੋਰਮੇਸ਼ਨ ਆ। ਜਿਵੇਂ ਤੁਹਾਡੇ ਆਪਾਂ ਕਲਿੱਕ ਕਰਕੇ ਨਾ ਕੰਪਿਊਟਰ ਵਾਲੇ ਬੈਠੇ ਨੇ ਸਰ ਸੁਭਾਸ਼ ਚੰਦਰ ਜੀ, ਸਿੱਖਿਆ ਸਾਡੀ ਇਨਫੋਰਮੇਸ਼ਨ ਹੈ। ਇਧਰੋਂ ਡਾਟਾ ਚੱਕਿਆ, ਉਹਦੀ ਮਾਰੀ ਕਾਪੀ ਤੇ ਇੱਧਰ ਕਰਤਾ ਪੇਸਟ। ਜਿਵੇਂ ਅਸੀਂ ਦਫ਼ਤਰ ਵਾਲੇ ਕਰਦੇ ਆ ਨਾ, ਕੋਈ ਚਿੱਠੀ ਆਉਂਦੀ ਉਹਦਾ ਜਵਾਬ ਲੈ ਦਿੰਦੇ ਆ, ਹਵਾਲਾ ਆਪ ਜੀ ਦੇ ਪੱਤਰ ਨੰਬਰ ਇੰਨੇ ਦੇ ਸੰਬੰਧ ਵਿੱਚ ਉਪਰੋਕਤ ਅਨੁਸਾਰ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਦੇ ਨਾਲ ਨੱਥੀ ਕੀਤਾ ਜਾਂਦਾ ਜੀ ਤੇ ਕਰਕੇ ਸਾਰਾ ਫੇਰ ਵਾਪਸ ਕਰ ਦਿੰਦੇ ਆ। ਨਾ ਉਂਗਲਾ ਪੜ੍ਹਦਾ ਨਾ ਖੜਾ ਪੜ੍ਹਦਾ, ਗਾਂ ਥੱਲੇ ਦੀ ਥੱਲੇ ਤੁਰਿਆ ਆਉਂਦਾ ਸਾਰਾ ਢਾਂਚਾ। ਇਹ ਆਨਲਾਈਨ, ਅੱਛਾ ਆਨਲਾਈਨ ਸਿੱਖਿਆ ਵੀ ਇਦਾਂ ਹੀ ਸਿਸਟਮ ਚੱਲੀ ਜਾਂਦਾ ਵਾ। ਉੱਥੇ ਮਾਣਯੋਗ ਉੱਪਰਲੇ ਜਿਹੜੇ ਆ ਅਧਿਕਾਰੀ ਪੁੱਛੀ ਜਾਂਦੇ ਕਿੰਨੇ ਬੱਚਿਆਂ ਨੂੰ ਪੜ੍ਹਾਤਾ, ਉਹ ਕਹਿੰਦੇ ਜੀ ਇੰਨੇ ਜਿਹੜੇ ਲੈਸਨ ਸਾਰਿਆਂ ਨੂੰ ਪੜ੍ਹਾਤੇ ਆ। ਉਹ ਗਾਂ ਦੀ ਗਾਂ ਉੱਤੋਂ ਝੂਠ ਚੱਲਦਾ, ਥੱਲੇ ਤੇ ਕਰਾਉਂਦਾ ਆਉਂਦਾ ਤਾਂ ਹੋਰ ਵੱਡਾ ਬਣਦਾ ਝੂਠ ਵੱਡਾ ਬਣਦਾ ਜਾਂਦਾ ਹੈ। ਤੇ ਹੁਣ ਹਾਲਤ ਕੀ ਆ ਕਿਤਾਬਾਂ ਦੇ ਵਿੱਚ, ਆਨਲਾਈਨ ਦੇ ਵਿੱਚ ਇਹ ਲਈ ਸਾਰਾ ਪੰਜਾਬ ਪੜ੍ਹ ਗਿਆ। ਹਾਲਤ ਇਹ ਵਾਲੇ ਬੱਚੇ ਨੂੰ ਅਰਜ਼ੀ ਨਹੀਂ ਲਿਖਣੀ ਆਉਂਦੀ ਗੀ। ਸੱਚੀ ਗੱਲ ਦੱਸੋ ਵੀ ਕੋਈ ਕਿਹੜਾ ਬੱਚਾ, ਸਾਡੇ ਕੋਲੇ ਸਕਾਲਰਸ਼ਿਪ ਦੇ ਫਾਰਮ ਆਉਂਦੇ ਆ, ਇੰਨੀਆਂ ਗਲਤੀਆਂ ਹੁੰਦੀਆਂ ਨਾ, ਰਾਏ ਰੱਬ ਦਾ ਨਾਮ। ਇਹ ਐਜੂਕੇਸ਼ਨ ਆ ਨਾ ਜਿਹੜੀ, ਇਹ ਸਾਡੀ ਵਿਹਾਰਕ ਐਜੂਕੇਸ਼ਨ ਨਹੀਂ, ਅਸੀਂ ਜ਼ਿੰਦਗੀ 'ਚ ਇਹਨੂੰ ਲਾਗੂ ਨਹੀਂ ਕਰ ਸਕਦੇਗੇ। ਹਾਲਤ ਤਾਂ ਇਹ ਹੈ ਲਈ ਆ ਕੁੜੀਆਂ ਮੇਰੀਆਂ ਬੇਟੀਆਂ ਬੈਠੀਆਂ ਬੱਸ ਦੇ ਵਿੱਚ, ਚੜ੍ਹਨਾ ਕਿਵੇਂ ਤੇ ਉਤਰਨਾ ਕਿਵੇਂ ਇਹ ਹੀ ਨਹੀਂ ਆਉਂਦਾ ਸਾਨੂੰ। ਵੱਡੀ ਗੱਲ ਤਾਂ ਹੈ, ਸੱਚੀ ਗੱਲ ਹੈ ਨਾ। ਉਹ ਕਈ ਵਾਰ ਬੱਸ ਇੱਧਰ ਨੂੰ ਜਾਂਦੀ ਹੁੰਦੀ, ਪਛਾਣ ਮੂੰਹ ਕਰਕੇ ਉਤਰ ਦਿੰਦੇ, ਦੰਦ ਬਣਾ ਲੈਂਦੇ, ਜਾਂ ਬੱਸ ਬੈਕ ਹੋ ਰਹੀ ਹੁੰਦੀ ਹੈ ਤੇ ਅਸੀਂ ਮੂੰਹ। ਇਹ ਗੱਲਾਂ ਨਾ ਮਤਲਬ ਦੇਖਣ ਨੂੰ ਲੱਗਦੀਆਂ ਬਹੁਤ ਛੋਟੀਆਂ, ਅਰਥ ਬਹੁਤ ਵੱਡੇ ਆ। ਸੋਚ ਕੇ ਦੇਖਿਓ, ਇਹ ਸਾਡੀਆਂ ਵਿਹਾਰਕ ਜ਼ਿੰਦਗੀ ਦੇ ਵਿੱਚ ਹੋਣੀਆਂ ਚਾਹੀਦੀਆਂ। ਉਹ ਤਾਂ ਇਹ ਵਿਹਾਰਕ ਜੀਵਨ ਦੇ ਵਿੱਚ ਤਾਂ ਆਉਣਗੀਆਂ। ਅੱਛਾ ਹੁਣ ਜਰਮਨ ਦੇ ਵਿੱਚ ਹੈ, ਇਹ ਭੈਣ ਜੀ ਰਹਿ ਕੇ ਮੈਂ ਇੱਕ ਮੋਟੀ ਜਿਹੀ ਉਦਾਹਰਨ ਦਿੰਦਾ। ਉੱਥੇ ਨਾ ਇੱਕ ਕਿਸੇ ਕੰਪਨੀ ਨੇ ਇੰਜੀਨੀਅਰ ਰੱਖਣਾ ਸੀਗਾ। 2-3 ਮਿੰਟ ਤੁਹਾਡੇ ਹੋਰ ਲੈਣੇ ਆ, ਮੇਰੀ ਗੱਲ ਸੁਣਿਓ ਧਿਆਨ ਨਾਲ। ਉੱਥੇ ਕਿਸੇ ਕੰਪਨੀ ਨੇ ਇੰਜੀਨੀਅਰ ਰੱਖਣਾ ਸੀਗਾ ਤੇ ਉਹ ਵਿੱਚ ਇੰਡੀਅਨ ਵੀ ਬੁਲਾ ਲਏ ਤੇ ਦੂਜੇ ਤੀਜੇ ਸਾਰੇ ਬੁਲਾ ਲਏ। ਉਹ ਵੈਲਡਿੰਗ, ਓਵਰਹੈਡ ਵੈਲਡਿੰਗ ਕਹਿੰਦੇ ਆ ਜਿਹਨੂੰ, ਉੱਪਰ ਵੈਲਡਿੰਗ ਕਰਨਾ ਹੁੰਦਾ ਨਾ, ਮਤਲਬ ਲੈ ਕੇ ਛੱਤ ਤੇ ਕੋਈ ਵੈਲਡਿੰਗ ਕਰਨੀ ਹੋਵੇ ਉਹਨੂੰ ਕਹਿੰਦੇ ਓਵਰਹੈਡ ਵੈਲਡਿੰਗ। ਉਹ ਨਾ ਇੱਕ ਪਹਿਲਾਂ ਇੰਡੀਅਨ ਵਾਲਾ ਬੁਲਾਇਆ ਤੇ ਉੱਤੇ ਮਿਸਤਰੀ ਕਰ ਰਹੇ ਸੀਗੇ, ਵੈਲਡਿੰਗ ਕਰੀ ਜਾਵੇ ਤੇ ਥੱਲੇ ਜਿਹੜਾ ਇੰਡੀਅਨ ਖੜਾ ਸੀ ਇੰਜੀਨੀਅਰ, ਉਹ ਆਏਗਾ, ਤੂੰ ਥੋੜਾ ਜਿਹਾ ਇੱਧਰ ਹੋ ਜਾ, ਐਂ ਕਰ ਲਾ। ਅੱਛਾ ਨੇੜੇ ਹੀ ਖੜਾ ਸੀਗਾ ਕੋਈ ਜਰਮਨ ਵਾਲਾ, ਉਹ ਆਇਆ, ਉਹਨੇ ਮਤਲਬ ਉਹਨੂੰ ਮਿਸਤਰੀ ਨੂੰ ਕਹਿੰਦਾ
ਥੱਲੇ ਆ ਜਾ, ਉਹਨੇ ਥੱਲੇ ਆ ਗਿਆ, ਉਹ ਆਪ ਚੜਿਆ ਪੌੜੀ ਤੇ ਵੇਣੇ ਕਰਕੇ ਕਹਿੰਦਾ ਐਂ ਕਰ ਲੈਣਾ। ਇਹ ਹੈ ਐਜੂਕੇਸ਼ਨ। ਇੰਡੀਅਨ ਵਾਲਾ ਥੱਲੇ ਖੜਾ ਡਾਇਰੈਕਸ਼ਨ ਦੇਈ ਜਾਂਦਾ, ਸਾਡੇ ਜਿਵੇਂ ਅਫਸਰ ਚੰਡੀਗੜ੍ਹ ਵਾਲੇ ਦਿੰਦੇ ਰਹਿੰਦੇ ਨਾ ਡਾਇਰੈਕਸ਼ਨ, ਐਂ ਕਰ ਲਓ, ਐਂ ਕਰ ਲਓ, ਐਂ ਕਰ ਲਓ। ਉਹ ਨਹੀਂ ਕਰਦੇ, ਉਹ ਵਿਹਾਰਕ ਹੈ। ਉੱਥੇ ਜੇ ਉਹ ਮਤਲਬ ਸਿੱਖਿਆ, ਇੱਥੇ ਤਾਂ ਆਈਟੀਆਈਆਂ ਦਾ ਇਹ ਹਾਲ ਆ, ਪ੍ਰਿੰਸੀਪਲ ਰਹਿ ਕੇ ਨਹੀਂ ਆਈਟੀਆਈ ਚ ਆਏ, ਇਹਨਾਂ ਨੂੰ ਪੁੱਛ ਕੇ ਦੇਖ ਲਓ ਤੇ ਸਾਰਾ ਕੁਝ ਕਾਗਜ਼ਾਂ 'ਚ ਹੀ ਪੜ੍ਹਾਈ ਜਾਂਦੇ ਆ। ਇੱਥੇ ਉੱਥੇ ਜੇ ਮਤਲਬ ਤੁਹਾਨੂੰ ਕਿੱਲ ਠੋਕਣ ਦੀ ਜਾਣਕਾਰੀ ਦੇ ਰਹੇ ਆ ਨਾ, ਤਾਂ ਉਹ ਇੰਜੀਨੀਅਰ ਆ ਨਾ ਜਿਹੜਾ ਬਹੁਤ ਜ਼ਿਆਦਾ ਪੜ੍ਹਿਆ, ਉਹ ਕਿੱਲ ਠੋਕਣ ਜਾਣਦਾ ਹੈ, ਜਮਾ ਚੂਲ 'ਚ ਚੂਲ ਪਾ ਦੂਗਾ ਉਹ। ਇਹ ਵਿਹਾਰਕ ਐਜੂਕੇਸ਼ਨ ਹੈ, ਉਹ ਕਹਿੰਦੇ ਆ। ਜ਼ਿੰਦਗੀ 'ਚ ਸਾਨੂੰ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ। ਇਹ ਨਹੀਂ ਹੈਗਾ ਮਤਲਬ ਕਾਗਜ਼ੀ ਕਾਰਵਾਈ ਸਾਰੀ ਆਉਂਦੀ ਹੈ, ਕਿਉਂਕਿ ਤੁਸੀਂ ਜ਼ਿੰਦਗੀ 'ਚ ਅੱਗੇ ਜਾਣਾ। ਇਹ ਗੱਲਾਂ ਤਾਂ ਮੈਂ ਦੱਸੀਆਂ ਭਰਾਓ, ਉਹ ਤਾਂ ਵੈਸੇ ਕੋਈ ਇਹਦਾ ਅਰਥ ਬਹੁਤਾ ਨਾ ਵੀ ਹੋਵੇ, ਪਰ ਇਹਨਾਂ ਗੱਲਾਂ ਦਾ ਇਸ ਕਰਕੇ ਅਰਥ ਜ਼ਿਆਦਾ ਹੈ। ਜਿਵੇਂ ਅਸੀਂ ਹੋਰ ਤਾਂ ਇੱਧਰੋਂ ਗੱਲਾਂ ਇੱਧਰ ਉੱਧਰ ਕਰਦੇ ਰਹਿੰਦੇ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਗੱਲ ਵੀ ਸਾਡੇ ਪਿੰਡ ਦਾ ਸਰਪੰਚ ਜਿਹੜਾ ਸਾਰੀ ਗ੍ਰਾਂਟ ਖਾ ਗਿਆ, ਉਹਦੀ ਯਾਰ ਸ਼ਿਕਾਇਤ ਕਿੱਥੇ ਕਰਨੀ ਹੈ। ਪਤਾ ਤਾਂ ਇਹ ਹੋਣਾ ਚਾਹੀਦਾ ਨਾ, ਇਹ ਪਤਾ ਹੋਣਾ ਚਾਹੀਦਾ। ਲਈ ਜੇ ਸਰਪੰਚ ਸਾਡਾ ਗ੍ਰਾਂਟ ਖਾ ਗਿਆ, ਉਹਦੀ ਦਰਖਾਸਤ ਕਿੱਥੇ ਜਾਣੀ ਚਾਹੀਦੀ ਹੈ। ਤੇ ਭਾਈ ਜੇ ਵੀਡੀਓ ਨਹੀਂ ਸੁਣਦਾ, ਫਿਰ ਉੱਤੋਂ ਹੋਰ ਕਿਹਦੇ ਕੋਲੇ ਦਰਖਾਸਤ ਦੇਣੀ ਹੈ। ਇਹ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਰਫ ਤੇ ਸਿਰਫ ਕਿਤਾਬੀ ਗਿਆਨ ਨਹੀਂ ਸਿਖਾਉਂਦਾ, ਇਹ ਸਾਨੂੰ ਸਾਹਿਤ ਨਾਲ ਤੇ ਦੁਨੀਆ ਨਾਲ ਜੁੜੀਆਂ ਗੱਲਾਂ ਵੀ ਸਿਖਾਉਂਦੀਆਂ। ਇਹ ਸਾਰੀਆਂ ਚੀਜ਼ਾਂ ਸਾਨੂੰ ਸਾਹਿਤ ਨੇ ਦੱਸਣੀਆਂ ਹੁੰਦੀਆਂ। ਸਾਨੂੰ ਜਿਹੜਾ ਕਾਨੂੰਨ ਉਹ ਧਾਰਾਵਾਂ ਤਾਂ ਦੱਸ ਸਕਦਾ, ਪਰ ਬੰਦੇ ਨੂੰ ਅੰਦਰ ਕਿਵੇਂ ਪੜ੍ਹਨਾ ਉਹ ਸਾਨੂੰ ਸਾਹਿਤ ਨੇ ਦੱਸਣਾ। ਫਿਜ਼ਿਕਸ ਸਾਨੂੰ ਇਹ ਤਾਂ ਦੱਸ ਸਕਦਾ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜੀਟ। ਹਰ ਇੱਕ ਚੀਜ਼ ਦਾ ਅਸੀਂ ਕੋਈ ਗੇਂਦ ਮਾਰਦੇ ਆ, ਕੰਧ 'ਚ ਵੱਜ ਕੇ ਉਨੀ ਜ਼ੋਰ ਨਾਲ ਵਾਪਸ ਆਉਣੀ ਆ, ਇਹ ਸਾਨੂੰ ਸਾਇੰਸ ਨੇ ਦੱਸਣਾ ਹੈ ਨਾ। ਮਨੁੱਖ ਨੇ ਕਿਵੇਂ ਚੀਜ਼ਾਂ ਬਣਾ ਲਈਆਂ, ਆ ਸਾਰੇ ਜੋ ਵੀ ਟੂਲਸ ਬਣਾਏ ਆ ਕਿਵੇਂ ਬਣਾ ਲਏ ਆ, ਪਰ ਉਹਨਾਂ ਦੇ ਪਿੱਛੇ ਐਡੀਸਨ ਨੇ ਬਲਬ ਦੀ ਖੋਜ ਕਰ ਲਈ ਹੈ ਨਾ, ਕੀਤੀ ਨਾ। ਸੁਣਦੇ ਨਾ ਆਪਾਂ ਬਲਬ ਦੀ ਖੋਜ ਕੀਤੀ ਹੈ, ਤੇ ਉਹ ਦਰਖਤ ਦੇ ਥੱਲੇ ਬੈਠਾ ਸੀਗਾ, ਉਤੋਂ ਇੱਕ ਵਾਰੀ ਕਹਿੰਦੇ ਉਹ ਸੇਬ ਡਿੱਗਿਆ, ਤੇ ਉਹ ਤਾਂ ਇਹ ਹੀ ਸੋਚਦਾ ਰਿਹਾ ਵੀ ਸੇਬ ਤਾਂ ਕਿਉਂ ਨਹੀਂ ਗਿਆ ਗਾ, ਇਹ ਥੱਲੇ ਨੂੰ ਕਿਉਂ ਆ ਗਿਆ। ਇਹ ਹੀ ਗੱਲ ਆ ਨਾ। ਫਿਰ ਉਹਨੇ ਕਹਿ ਲਿਆ ਵੀ ਯਾਰ ਕੋਈ ਨਾ ਕੋਈ ਚੀਜ਼ ਥੱਲੇ ਨੂੰ ਖਿੱਚਦੀ ਹੈ, ਤੇ ਉਹਨੇ ਖੋਜ ਕਰ ਲਈ ਗੁਰੂਤਾ ਸ਼ਕਤੀ ਦੀ, ਹੈ ਨਾ। ਪਰ ਯਾਰ ਜਿਹੜਾ ਇਤਿਹਾਸ ਹੈ ਉਹਨੇ ਇਹ ਵੀ ਦੱਸਣਾ ਵੀ ਉਸ ਟਾਈਮ ਤੇ ਨਿਊਟਨ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੋਊਗਾ। ਸੇਬ ਤਾਂ ਥੱਲੇ ਆ ਗਿਆ, ਪਰ ਇਹ ਨਿਊਟਨ ਨੇ ਕਿੰਨਾ ਆਪਣੇ ਅੰਦਰ ਉਹਦੇ ਖਿੱਚੂ ਚੱਲਦੀ ਰਹੀ ਹੋਊਗੀ, ਉਹਦੇ ਅੰਦਰ ਕਿੰਨੀ ਕਸ਼ਮਕਸ਼ ਚੱਲਦੀ ਰਹੀ ਹੋਊਗੀ। ਸਾਹਿਤ ਨੇ ਦੱਸਣਾ ਹੈ, ਸਾਹਿਤ ਨੇ ਦੱਸਣਾ ਹੈ ਕਿ ਮਨੁੱਖ ਜਿਹੜਾ ਹੈ ਰੋਜ਼ਾਨਾ ਜੇ ਉਹ ਇਸ ਤਰ੍ਹਾਂ ਇੰਨੇ ਅਪਰਾਧਾਂ ਦੇ ਵਿੱਚ ਜਾ ਰਿਹਾ ਹੈ ਤੇ ਕਿਉਂ ਜਾ ਰਿਹਾ ਹੈ। ਹੁਣ ਡਾਕਟਰ ਹੈ, ਡਾਕਟਰ ਯਾਰ ਬਣ ਜਾਂਦੇ ਚੰਗੇ ਭਲੇ, ਤੇ ਉਹ ਦੁਨੀਆ ਨਾਲ ਕਿਉਂ ਦੂਰ ਆ, ਕਿਉਂ ਉਹ ਮਤਲਬ ਛਿੱਲ ਲਾਉਣੀ ਸ਼ੁਰੂ ਕਰ ਦਿੰਦੇ ਆ, ਕਿਉਂ ਉਹਨਾਂ ਨੇ ਕਰਨਾ ਤਾਂ ਪੇਟ ਪਾੜ ਕੇ ਆਪਰੇਸ਼ਨ ਹੁੰਦਾ ਹੈ, ਤੇ ਕਿਉਂ ਮਨੁੱਖ ਦਾ ਦਿਮਾਗ ਵੀ ਨਾਲ ਪਾੜੀ ਜਾਂਦੇ, ਉਹਦੀ ਜੇਬ ਵੀ ਪਾੜੀ ਜਾਂਦੇ, ਕਿਉਂਕਿ ਉਹ ਜ਼ਿੰਦਗੀ ਨਾਲ ਨਹੀਂ ਜੁੜੇ ਹੋਏ। ਉਹਨਾਂ ਨੂੰ ਆਮ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਜ਼ਿੰਦਗੀ ਤੋਂ ਦੂਰ ਹੈ। ਤੇ ਹੁਣ ਜੇ ਮਤਲਬ ਸਿਰਫ ਤੇ ਸਿਰਫ ਕਿਤਾਬੀ ਗਿਆਨ ਨਾਲ ਜੁੜਿਆ ਹੋਇਆ ਹੈ, ਤਾਂ ਉਹਨੂੰ ਤਾਂ ਜਦੋਂ ਕਿਸੇ ਆ ਕੇ ਪਿੰਡ ਦੀ ਬੁੜੀ ਨੇ ਕਹਿੰਦਾ ਮੇਰਾ ਦਿਲ ਘਾਊ ਮਾਊ ਹੁੰਦਾ, ਉਹਨੂੰ ਤਾਂ ਇਹ ਨਹੀਂ ਪਤਾ ਲੱਗਣਾ ਵੀ ਘਾਊ ਮਾਊ ਕੀ ਹੈ। ਫਿਰ ਜੇ ਕਹਿੰਦੇ ਇਹ ਦੱਸਦਾ ਵੀ ਇੱਥੋਂ ਗੋਲਾ ਜਿਹਾ ਉੜਦਾ ਜੀ ਫਿਰਦਾ ਮੇਰੇ ਸਿਰ ਨੂੰ ਜਾਂਦਾ, ਉਹਨੂੰ ਕੀ ਪਤਾ ਲੱਗਣਾ ਵੀ ਗੋਲਾ ਕਿੱਥੋਂ ਉੜਦਾ ਤੇ ਕਿੱਧਰ ਨੂੰ ਜਾਂਦਾ ਹੈ। ਸਾਇੰਸ ਦੀ ਪੜ੍ਹਾਈ ਜਿਹੜੀ ਹੈ ਠੀਕ ਹੈ, ਅੰਗਰੇਜ਼ੀ ਦੀ ਕਰਾਈ, ਚਲੋ ਸਾਨੂੰ ਕੋਈ ਇਤਰਾਜ਼ ਨਹੀਂ। ਇੰਜੀਨੀਅਰ ਯਾਰ ਉਹਨੇ ਲਾਗੂ ਜਿੱਥੇ ਜ਼ਮੀਨੀ ਤੌਰ ਤੇ ਅਸੀਂ ਭਾਸ਼ਾ ਦੇ ਪੰਜਾਬ 'ਚ ਲਾਗੂ ਕਰਨੀਆਂ ਚੀਜ਼ਾਂ, ਤੇ ਉਹਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਵੇ। ਕਿਉਂ ਨਾ ਇੰਜੀਨੀਅਰਿੰਗ ਦੇ ਵਿੱਚ ਪੰਜਾਬੀ ਸਾਹਿਤ ਪੜ੍ਹਾਇਆ ਜਾਵੇ, ਕਿਉਂਕਿ ਸਾਹਿਤ ਨੇ ਚੰਗਾ ਮਨੁੱਖ ਬਣਾਉਣਾ ਹੈ। ਡਾਕਟਰ ਵੀ ਵਧੀਆ ਹੋ ਸਕਦਾ, ਪਰ ਚੰਗਾ ਮਨੁੱਖ ਕਿਹਨੇ ਬਣਾਉਣਾ? ਪੰਜਾਬੀ ਭਾਸ਼ਾ ਨੇ। ਉਹ 'ਚ ਗੁਰਬਾਣੀ ਪੜੂਗਾ, ਉਹ 'ਚ ਕਿੱਸੇ ਪੜੂਗਾ, ਉਹ 'ਚ ਕਹਾਣੀਆਂ ਪੜੂਗਾ, ਉਹ 'ਚ ਕਵਿਤਾਵਾਂ ਪੜੂਗਾ, ਉਹ 'ਚ ਵਾਰਸ ਪੜੂਗਾ, ਉਹ 'ਚ ਬੁੱਲਾ ਪੜੂਗਾ, ਉਹ 'ਚ ਸਾਰੇ ਪੜੂਗਾ। ਸ਼ਾਹ ਹੁਸੈਨ ਹੋਣੀ, ਫੇਰ ਹੀ ਜ਼ਿੰਦਗੀ ਉਹਨੇ ਨਾਲ ਜੁੜਨਾ। ਤਾਂ ਉਹ ਡਾਕਟਰ ਨੂੰ ਇਹ ਪੰਜਾਬੀ ਭਾਸ਼ਾ ਕਿਉਂ ਨਹੀਂ ਪੜਾਉਣੀ ਚਾਹੀਦੀ ਇੱਕ ਸਬਜੈਕਟ ਦੇ ਤੌਰ ਤੇ? ਇੱਕ ਜੱਜ ਸਹੀ ਫੈਸਲੇ ਤਾਂ ਦੇਊਗਾ ਜੇ ਉਹਦੇ ਅੰਦਰ ਮਨੁੱਖ ਹੋਊਗਾ। ਤਾਂ ਇਸ ਕਰਕੇ ਉਹਨੂੰ ਵੀ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ, ਉਹਨੂੰ ਵੀ ਪੜ੍ਹਨਾ ਚਾਹੀਦਾ ਉੱਦਾਂ ਹੀ। ਔਰ ਇੱਕ ਮੈਂ ਹੋਰ ਇੰਟਰਸਟਿੰਗ ਗੱਲ ਦੱਸਦਾ, ਬਾਹਰ ਦੇ ਜਿੰਨੇ ਵਿਗਿਆਨੀ ਹੈ, ਇਹ ਭੈਣ ਜੀ ਜਾਣਦੇ ਆ ਕਿਉਂਕਿ ਫਿਜ਼ਿਕਸ ਨਾਲ ਜੁੜੇ ਹੋਏ ਆ, ਜਿੰਨੇ ਵਿਗਿਆਨੀ ਹੈ ਉਹ ਸਾਰੇ ਨਾਲ ਦੀ ਨਾਲ ਸ਼ਾਇਰ ਵੀ ਹੋਏ ਆ। ਹੋਏ ਕਿ ਨਹੀਂ ਹੋਏ ਜੀ? ਸਾਰੇ ਜਿਹੜੇ ਵਿਗਿਆਨੀ ਆ ਉਹ ਸ਼ਾਇਰ ਹੋਏ ਆ, ਕਿਉਂਕਿ ਉਹ ਨਾਲ ਦੀ ਨਾਲ ਜ਼ਿੰਦਗੀ ਨੂੰ ਵੀ ਸਮਝਣ ਲੱਗ ਜਾਂਦੇ ਆ। ਤੇ ਬਈ ਜੀ ਜਿਹੜਾ ਸਾਹਿਤ ਨਹੀਂ ਪੜ੍ਹਦਾ ਗਾ, ਉਹ ਤਾਂ ਵਣਾ 'ਚ ਖੜੀ ਇਕੱਲੀ ਲੱਕੜੀ ਵਰਗਾ ਹੁੰਦਾ ਵਾ, ਉਹਦਾ ਕੋਈ ਬਹੁਤਾ ਅਰਥ ਨਹੀਂ ਹੁੰਦਾ ਗਾ।
ਤੇ ਮੇਰਾ ਖਿਆਲ ਤਾਂ ਤੁਸੀਂ ਇੰਨਾ ਚਿਰ ਬਰਦਾਸ਼ਤ ਕਰ ਲਿਆ ਜੀ, ਇਹੀ ਬਹੁਤ ਵੱਡੀ ਗੱਲ ਹੈ। ਸਮਾਂ ਹੋ ਗਿਆ ਬਹੁਤ। ਇੱਕ ਆਪਣਾ ਨਾ ਹੀਰੋ ਬਦਲ ਲਓ ਭਰਾਵੋ ਥੋੜੇ ਜਿਹੇ। ਵੈਸੇ ਤਾਂ ਮਤਲਬ ਇਹ ਗੱਲ ਥੋੜੀ ਜਿਹੀ ਹੋਰ ਤਰ੍ਹਾਂ ਲੱਗਦੀ ਹੈ। ਹੀਰੋ ਦਾ ਮੇਰਾ ਕਹਿਣ ਦਾ ਭਾਵ ਇਹ ਹੈ, ਬੈਲੀ ਬਣ ਮਿੱਤਰਾ ਆ ਕੇ ਬੜੇ ਡਰਾਵੇ ਕਰ ਲਏ। ਸਾਡੇ ਹੀਰੋ ਕੌਣ ਹੈ? ਸਾਡੇ ਹੀਰੋ ਗੈਂਗਸਟਰ ਹੈ। ਉਹ ਗਾਂਧੀ ਕੇ ਪਤਾ ਨਹੀਂ ਕਿਹੜੀ ਕੋਈ ਫਿਲਮ ਆਈ ਸੀ ਨਾ, 3-4 ਹੀ ਸੀਰੀਅਲ ਬਣਾ ਲਈਆਂ, ਉਹੀ ਫਿਲਮਾਂ ਵੇਖਣ ਤੁਰੇ ਜਾਂਦੇ। ਸਾਡੇ ਹੀਰੋ ਭਗਤ ਸਿੰਘ ਆ, ਸਾਡੇ ਹੀਰੋ ਯਾਰ ਗੁਰੂ ਗੋਬਿੰਦ ਸਿੰਘ ਆ, ਸਾਡੇ ਹੀਰੋ ਕਰਤਾਰ ਸਿੰਘ ਸਰਾਭੇ ਆ। ਇਸ ਤਰ੍ਹਾਂ ਦੇ ਸਾਡੇ ਹੀਰੋ ਹੈ। ਸਾਡੇ ਹੀਰੋ ਉਹ ਨਹੀਂ ਕਿ ਜਿਹੜੇ ਮਤਲਬ ਅਸੀਂ ਦੇਖਦੇ ਆ ਨਾ। ਸਾਡੇ ਹੀਰੋ ਬਦਲੋ। ਤੋ ਇਸ ਕਰਕੇ ਨਾ ਸਿਰਫ ਇੱਕ ਕਵਿਤਾ ਸੁਣਾ ਕੇ ਤੁਹਾਡੇ ਤੋਂ ਖਿਮਾ ਚਾਹੁੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾਵਾ, ਇੰਨਾ ਬਰਦਾਸ਼ਤ ਕਰ ਲਿਆ। ਤੇ ਮੈਂ ਹੀਰੋ ਦੀ ਤਾਂ ਗੱਲ ਕੀਤੀ ਨਾ, ਪਿਛਲੇ ਸਮੇਂ ਦੇ ਵਿੱਚ ਨਾ ਹੈਦਰਾਬਾਦ ਦੇ ਵਿੱਚ ਨਾ ਹੈਗੀ ਇੱਕ ਸੰਸਥਾ, ਹੈਦਰਾਬਾਦ ਐਜੂਕੇਸ਼ਨਲ ਰਿਸਰਚ ਸੈਂਟਰ। ਉਹਦੇ ਵਿੱਚ ਨਾ 2015 ਦੇ ਵਿੱਚ ਇੱਕ ਖੋਜ ਹੋਈ, ਲੇਕਿਨ ਕਿਸੇ ਵੀ ਸਮਾਜ ਦੀ ਸਾਈਕੀ ਕਿਉਂ ਹੁੰਦੀ ਹੈ, ਸਮਾਜ ਕਿਸ ਤਰ੍ਹਾਂ ਦਾ ਹੁੰਦਾ ਵਾ, ਉੱਥੇ ਖੋਜ ਇਹ ਕਰਦੇ ਆ। ਉਹ ਕਿਸੇ ਵੀ ਹਰ ਸਾਲ ਨਾ ਇੱਕ ਭਾਸ਼ਾ ਚੁਣ ਲੈਂਦੇ ਆ, ਫਿਰ ਉਹਦੇ ਗੀਤ ਚੁਣਦੇ ਆ। ਉਹਨਾਂ ਨੇ ਉਹ ਸਾਲ ਦੇ ਵਿੱਚ 2015 ਦੇ ਵਿੱਚ ਪੰਜਾਬੀ ਭਾਸ਼ਾ ਚੁਣ ਲਈ। ਉਹਦੇ ਉਹਨਾਂ ਨੇ 600 ਗੀਤ ਇਕੱਠੇ ਕੀਤੇ। 600 ਗੀਤਾਂ ਦੇ ਵਿੱਚੋਂ ਕਿਹੜੇ ਸੀਗੇ ਤੁਸੀਂ ਆਪ ਅੰਦਾਜ਼ਾ ਲਾਓ। ਕੋਈ ਦਾ ਬੰਬ ਮਾਰ ਕੇ ਫੂਕ ਦੂੰ, ਕੋਈ ਆਂਦਾ ਮੈਂ ਉੱਥੇ ਫੇਰ ਕਰ ਦੂੰਗਾ ਜਿੱਥੇ ਕੋਈ ਨਹੀਂ ਫੇਰ ਕਰਦਾ, ਕੋਈ ਕਹਿੰਦਾ ਮੈਂ ਜਲੇਬੀਆਂ ਪਾ ਦੂੰ, ਕਿਤੇ ਵਿਆਹ ਵਾਲੇ ਟੈਂਟ ਪਾੜ ਦੂੰ। ਪਤਾ ਨਹੀਂ ਇਹੋ ਜਿਹੇ ਗੀਤ ਸੀਗੇ ਭਰਾਓ। 600 ਗੀਤ ਦੇ ਵਿੱਚੋਂ 95% ਗੀਤ ਸੀਗੇ ਇਹੋ ਜਿਹੇ। ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜੇ ਸਮਾਜ ਦੇ, ਜਿਹੜੇ ਕੌਮ ਦੇ ਇਸ ਤਰ੍ਹਾਂ ਦੇ ਗੀਤ ਹੋਣਗੇ, ਬਈ ਉਹ ਕੌਮ ਨੇ ਕਿੱਥੇ ਜਾਣਾ। ਸਾਡੀ ਕੌਮ ਯਾਰ ਕੁਰਬਾਨੀਆਂ ਵਾਲੀ ਕੌਮ ਹੈ। ਸਾਡਾ ਪਹਿਲਾ ਨਾਇਕ ਰਾਜਾ ਪੋਰਸ, ਉਸ ਤੋਂ ਬਾਅਦ ਸਾਰੇ ਤੁਰੇ ਆਉਂਦੇ ਆ। ਦੇਖ ਲਓ ਦੁੱਲੇ ਭੱਟੀ ਵਰਗੇ ਜਿਹਨਾਂ ਨੇ ਉਸ ਟਾਈਮ ਦੇ ਹਾਕਮ ਅਕਬਰ ਨੂੰ ਵਿਗਾੜਤਾ। ਉਸ ਤੋਂ ਬਾਅਦ ਤਾਂ ਫਿਰ ਬਘੇਲ ਸਿੰਘ ਵਰਗੇ, ਬਾਬੇ ਬਘੇਲ ਸਿੰਘ ਵਰਗੇ ਦਿੱਲੀ ਤੱਕ ਜਾ ਕੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ, ਕਿੰਨੇ ਆ, ਕੋਈ ਹਮਲਾਵਰ ਆਉਂਦਾ ਵਾ। ਕਿਸਾਨ ਆਏ, ਮੁਗਲ ਆਏ, ਹੂਣ ਆਏ, ਕਿੰਨੇ ਇੱਥੇ ਹਮਲਾਵਰ ਆਉਂਦੇ ਆ। ਸਾਰਿਆਂ ਨੂੰ ਟੱਕਰ ਕੌਣ ਦਿੰਦੇ ਰਹੇ ਆ? ਪੰਜਾਬੀ ਦਿੰਦੇ ਰਹੇ ਆ। ਤੇ ਅਸੀਂ ਉਹ ਯਾਰ ਉਹਨਾਂ ਨੂੰ ਨਾਇਕਾਂ ਨੂੰ ਭੁੱਲ ਕੇ, ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ 80% ਤੋਂ ਕੁਰਬਾਨੀਆਂ ਕੀਤੀਆਂ ਪੰਜਾਬੀਆਂ ਨੇ, ਅਸੀਂ ਉਹਨਾਂ ਨਾਇਕਾਂ ਨੂੰ ਭੁੱਲ ਕੇ ਅਸੀਂ ਕਹਿੰਦੇ ਆ ਬੜੇ ਡਰਾਵੇ ਜਰਲੇ, ਬੈਲੀ ਬਣ ਮਿੱਤਰਾ। ਇਹ ਤਾਂ ਸਾਡਾ ਨਾਇਕ ਨਹੀਂ ਗਾ ਕੋਈ। ਸੋ ਇਸ ਕਰਕੇ ਮੇਰਾ ਥੋੜੀ ਜਿਹੀ ਬੇਨਤੀ ਹੈਗੀ ਯਾਰ ਭਰਾਵੋ, ਥੋੜਾ ਜਿਹਾ ਗੱਲ ਤੇ ਵਿਚਾਰ ਕਰਿਓ। ਲੈ ਹੁਣ ਮੈਂ ਇੱਕ ਦੋ ਨਾ ਕਵਿਤਾ ਸੁਣਾ ਕੇ ਤੁਹਾਡੀ ਜੇ ਖੁੱਲ੍ਹ ਜੇ ਗਿਆ ਜਗਾੜ ਜਿਆਦਾ, ਫਿਰ ਭਰਾਵੋ ਸੁਣਾਉਣਾ ਤੁਹਾਨੂੰ। ਸਾਡੀ ਜਿਹੜੀ ਆ ਮਤਲਬ ਕਰੈਕਟਰ ਕਿਵੇਂ ਬਣਦਾ ਹੈ। ਬੋਰਡ ਵਾਲਿਆਂ ਦਾ ਸਾਦਾ ਹੈ, ਕਵਿਤਾ ਦਾ ਨਾਂ ਹੈ। ਮੈਂ ਸਿਆਣੀਆਂ ਗੱਲਾਂ ਤਾਂ ਨਹੀਂ ਕੀਤੀਆਂ। ਮੈਂ ਕਿਹਾ ਨਾ ਸਿਆਣੇ ਬਾਹਲੇ ਨਾ ਜਿਹੜੇ ਆ ਉਹ ਹੋਣੇ ਨਹੀਂ ਚਾਹੀਦੇ। ਮਤਲਬ ਬਾਹਲਾ ਸਿਆਣਾ, ਬਹੁਤ ਸਿਆਣਪ ਨੇ ਇੰਨਾ ਨੁਕਸਾਨ ਕਰਤਾ ਨਾ ਪੰਜਾਬ ਦਾ। ਬੋਰਡ ਵਾਲਿਆਂ ਦਾ ਸਾਦਾ, ਬੋਰਡ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ। ਬੋਰਡ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ। ਅਨਪੜ੍ਹ ਮਾਂ ਉਸ ਨੂੰ ਪਿਆਰ ਨਾਲ ਸਾਡਾ ਪੜਾ ਆਖਦੀ ਹੈ। ਬੋਰਡ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ। ਅਨਪੜ੍ਹ ਮਾਂ ਉਸ ਨੂੰ ਪਿਆਰ ਨਾਲ ਸਾਡਾ ਪੜਾ ਆਖਦੀ ਹੈ। ਮਾਂ ਦਾ ਸਾਡਾ ਪੜਾ 7ਵੀਂ ਤੋਂ ਅੱਗੇ ਵੀ ਪੜਦਾ ਜੇ ਉਸ ਦਾ ਪੁੱਤਾਂ ਨਾਲ ਅੜਦਾ। ਪੁੱਤਾਂ ਦਾ ਪਤਾ ਨਹੀਂ ਕਿਵੇਂ ਅੜਦਾ ਹੁੰਦਾ, ਜਾਣਦੇ ਤੁਸੀਂ? ਇਹ ਹੁਣ ਆਪਣੇ ਸੱਭਿਆਚਾਰ ਤੇ ਵਿਰਸੇ ਦੇ ਵਿੱਚੋਂ ਦੇਖਿਓ। ਮੈਂ ਤਾਂ ਕਹਿੰਦਾ ਭਾਸ਼ਾ ਨਾਲ ਜੁੜੇ ਜਾ ਕੇ। ਮਾਂ ਦਾ ਸਾਡਾ ਪੜਾ 7ਵੀਂ ਤੋਂ ਅੱਗੇ ਵੀ ਪੜਦਾ ਜੇ ਉਸ ਦਾ ਪੁੱਤਾਂ ਨਾਲ ਅੜਦਾ। ਮਾਸਟਰ ਨੇ ਬੋਰਡ ਤੇ ਚਾਕ ਘਸਾਉਂਦਿਆਂ ਆਖਿਆ ਮੰਨ ਲਓ ਮੂਲ ਧਨ 100। ਮਾਸਟਰ ਨੇ ਬੋਰਡ ਤੇ ਚਾਕ ਘਸਾਉਂਦਿਆਂ
ਆਖਿਆ ਮੰਨ ਲਓ ਮੂਲ ਧਨ 100 ਸਾਦਾ ਆਕੜ ਗਿਆ, ਐ ਕਿਵੇਂ ਮੰਨ ਲਈਏ। ਮਾਸਟਰ ਨੂੰ ਗੁੱਸਾ ਆਇਆ, ਮੰਨਣ 'ਚ ਕੀ ਹਰਜ ਹੈ। ਸਾਦਾ ਨਹੀਂ ਮੰਨਿਆ, ਸਾਦਾ ਨਹੀਂ ਮੰਨਿਆ। ਮਾਸਟਰ ਜੀ ਕੱਲ ਨੂੰ ਆਖ ਦਿਓਗੇ ਮੰਨ ਲਓ ਰੋਂਦੂ ਤੇਰਾ ਬਾਪ ਹੈ, ਇਹ ਤਾਂ ਜਮਾ ਪਾਪ ਹੈ। ਮਾਸਟਰ ਜੀ ਕੱਲ ਨੂੰ ਆਖ ਦਿਓਗੇ ਮੰਨ ਲਓ ਰੋਂਦੂ ਤੇਰਾ ਬਾਪ ਆ, ਇਹ ਤਾਂ ਜਮਾ ਪਾਪ ਹੈ। ਸਾਧੇ ਨੇ ਭੂਗੋਲ ਵਾਲੇ ਨਾਲ ਕੁੱਤਾ ਫਸਾ ਲਿਆ। ਭੂਗੋਲ ਵਾਲੇ ਨੇ ਕਿਵੇਂ ਫਸਿਆ ਇਹ ਦੇਖ ਲਓ। ਫਿਜ਼ਿਕਸ ਵਾਲੇ ਨਾਲ ਨਹੀਂ ਫਸਾਉਣਾ ਮੈਂ। ਸਾਧੇ ਨੇ ਭੂਗੋਲ ਵਾਲੇ ਨਾਲ ਕੁੱਤਾ ਫਸਾ ਲਿਆ। ਮਾਸਟਰ ਜੀ ਜਮਾ ਝੂਠ ਮਾਰਦੇ ਹੋ, ਧਰਤੀ ਘੁੰਮਦੀ ਨਹੀਂ, ਇੱਕ ਥਾਂ ਤੇ ਖੜੀ ਹੈ। ਘੁੰਮਣ ਵਾਲੀ ਗੱਲ ਤਾਂ ਬਸ ਤੂੰ ਤੇ ਮੈਂ ਘੜੀ ਹੈ, ਘੁੰਮਦੀ ਆ ਤਾਂ ਦਿਖਾਓ ਭਾਈ, ਘੁੰਮਦੀ ਆ ਤਾਂ ਘੁੰਮਦੀ ਦਿਖਾਓ। ਸਾਧੇ ਦਾ ਬਾਪ ਉਸ ਤੋਂ ਵੀ ਅਲੱਗ, ਸਾਧੇ ਦਾ ਬਾਪ ਉਸ ਤੋਂ ਵੀ ਸਲੱਗ ਹੈ। ਉਹਦਾ ਮਾਸਟਰ ਸਾਧੇ ਦੀ ਸਮਝ ਭਾਈ ਬਾਹਲੀ ਬਰੀਕ ਹੈ। ਗੱਲ ਤਾਂ ਇਹਦੀ ਭਾਈ ਜਮਾ ਠੀਕ ਹੈ, ਘੁੰਮਦੀ ਆ ਤਾਂ ਘੁੰਮਦਿਆਂ ਦਿਖਾ ਦੇ। ਹੁਣ ਹਿਸਟਰੀ ਵਾਲੇ ਨਾਲ ਕੁੱਤਾ ਕਿਵੇਂ ਫਸਾਉਂਦਾ ਹੈ। ਪਾਣੀਪਤ ਦੀ ਤੀਜੀ ਲੜਾਈ 'ਚ ਸਾਧਾ ਮਰਾਠਿਆਂ ਵੱਲ ਹੋ ਖਲੋਤਾ। ਪਤਾ ਨਾ ਪਾਣੀਪਤ ਦੀ ਤੀਜੀ ਲੜਾਈ ਦਾ ਕਿੰਨੀਆਂ ਹੋਈਆਂ ਸੀ? 3 ਲੜਾਈਆਂ ਹੋਈਆਂ ਹੈ ਨਾ। 1526 'ਚ ਪਹਿਲਾਂ ਹੋਈ ਸੀਗੀ ਜਦੋਂ ਬਾਬਰ ਨੇ ਹਮਲਾ ਕੀਤਾ, ਇਬਰਾਹਿਮ ਲੋਧੀ ਸੀਗਾ ਹੈ ਨਾ। ਦੂਜੀ ਲੜਾਈ ਜਿਹੜੀ ਹੈਗੀ ਹੈ ਉਹ 1556 'ਚ ਹੋਈ। ਤੀਜੀ ਲੜਾਈ 1761 ਦੇ ਵਿੱਚ ਹੋਈ, ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਜੀ 'ਚ ਅਬਦਾਲੀ ਜਿੱਤ ਗਿਆ ਸੀਗਾ। ਉਹਦੇ 'ਚ ਹੁਣ ਜਿੱਤਿਆ ਤਾਂ ਅਬਦਾਲੀ ਸੀਗਾ। ਉਹ ਪਾਣੀਪਤ ਦੀ ਤੀਜੀ ਲੜਾਈ 'ਚ ਸਾਧਾ ਮਰਾਠਿਆਂ ਵੱਲ ਹੋ ਖਲੋਤਾ, ਆਂਦਾ ਅਹਿਮਦ ਸ਼ਾਹ ਅਬਦਾਲੀ ਨਹੀਂ, ਮਰਾਠੇ ਜਿੱਤੇ ਸਨ। ਮਾਸਟਰ ਨੇ ਮੱਥੇ ਦੀਆਂ ਠੀਕਰੀਆਂ ਭੰਨ ਲਈਆਂ, ਸਾਧਾ ਟਸ ਤੋਂ ਮਸ ਨਹੀਂ ਹੋਇਆ। ਉਹਨੇ ਇੱਕੋ ਰੱਟ ਫੜ ਲਈ, ਯਾਰ ਤਾਂ ਦਾ ਮਾੜੀ ਧਰਨਾ ਖੜਦੇ ਹੁੰਦੇ ਆ। ਹੁਣ ਅਸਲ ਗੱਲ ਤੁਹਾਨੂੰ ਸਮਝਾਉਣਾ, ਅਸਲ ਗੱਲ ਜਿਹੜੀ ਹੁਣ ਅੱਜ ਕੱਲ ਸਾਰੇ ਕੌਣ ਆ? ਆਪਾਂ ਸਾਰੇ। ਅੱਜ ਕੱਲ ਸਾਰੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ। ਅੱਜ ਕੱਲ ਸਾਰੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ। ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ, ਮੇਰਾ ਆੜੀ ਸ਼ਾਹੂਕਾਰ ਤੇਰੀ ਫਸਲ ਸਿੱਧੀ ਖੇਤ ਚੋਂ ਚੱਕ ਲਿਆ ਕਰੂ, ਸ਼ਾਹੂਕਾਰ ਨਾਲ ਪੱਕਾ ਕਰਾਰ ਹੋ ਜੂ, ਜੋ ਉਹ ਆਖੂ ਬੀਜ ਲਿਆ ਕਰੀ। ਸ਼ਾਹੂਕਾਰ ਨਾਲ ਪੱਕੀ ਆੜੀ, ਰਾਤ ਦਿਨ ਢੋਲੇ ਦੀਆਂ ਲਾਵੀਂ, ਰੱਜਵੇਂ ਪੈਸੇ ਭਾਈ ਬੋਝੇ ਪਾਵੀਂ। ਸਾਦੇ ਦਾ ਕੁੱਤਾ ਅੜਿਆ ਪਿਆ। ਓਏ ਦਿੱਲੀ ਵਾਲਿਆ, ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ। ਨਾਲੇ ਇੱਕ ਗੱਲ ਸੁਣ, ਖੇਤ ਸਾਡੇ, ਫਸਲਾਂ ਸਾਡੀਆਂ, ਤੂੰ ਢੇਕਾ ਲੱਗਦਾ। ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰ ਕੇ ਡੰਗ ਟਪਾਉਂਦਾ ਹੈ, ਝਾੜ 'ਚ ਫਸੇ ਬਿੱਲੇ ਵਾਂਗੂ ਹੋਰੂ ਝਾਕਦਾ ਹੈ। ਉਸ ਦਾ ਚੀਲ 'ਚ ਗਿੱਟਾ ਫਸਿਆ ਪਿਆ ਹੈ। ਦਿੱਲੀ ਵਾਲਾ ਕੀ ਜਾਣੇ, ਸਾਧੇ ਦਾ ਕੁੱਤਾ ਜਿਹੜੀ ਗੱਲ ਤੇ ਅੜ ਗਿਆ ਸੋ ਅੜ ਗਿਆ। ਸਾਧਾ ਕੀ ਆਂਦਾ, ਉਂਝ ਸਾਧੇ ਨੇ ਸਾਫ਼ ਕਰ ਦਿੱਤਾ, ਮੂਲ ਧਨ ਵੀ 100 ਮੰਨ ਲੈਣਾ ਹੈ। ਧਰਤੀ ਭਾਈ ਘੁੰਮਦੀ ਨਹੀਂ, ਛਕਾਟੇ ਪਾਉਂਦੀ ਹੈ। ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਬਦਾਲੀ ਨੂੰ ਜਿਤਾ ਦਿੰਦਾ ਹੈ। ਪਰ ਭਾਈ ਸਾਹਿਬ, ਆਪਣੀ ਫਸਲ ਦਾ ਫੈਸਲਾ ਤਾਂ ਸਾਦਾ ਆਪ ਕਰੋ। ਆਪਣੀ ਫਸਲ ਦਾ ਫੈਸਲਾ ਸਾਦਾ ਆਪ। ਸੋ ਪਿਆਰਿਓ ਮਿੱਤਰੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਦਰਜਾ ਬਦਰਜਾ ਸਾਰਿਆਂ ਨੂੰ ਸਤਿਕਾਰ। ਦੁਨੀਆ ਰਿਸ਼ਤਿਆਂ ਦਾ ਇੱਕ ਤਾਣਾ, ਹਰ ਰਿਸ਼ਤੇ ਦੀ ਤੰਦ ਨੇ ਧੀਆਂ, ਹਰ ਵਿਹੜਾ ਫੁਲਵਾੜੀ ਵਰਗਾ ਤੇ ਫੁੱਲਾਂ ਵਿੱਚ ਸੁਗੰਧ ਨੇ ਧੀਆਂ। ਮੋਹ ਮਮਤਾ ਆਸ਼ੀਰਵਾਦ ਨੇ ਜਾਂ ਕੋਈ ਅਨਮੋਲ ਧਨ ਨੇ। ਜ਼ਿੰਦਗੀ ਇੱਕ ਕਿਤਾਬ ਜਿਹੀ ਹੈ, ਜ਼ਿੰਦਗੀ ਦਾ ਮੁੱਖ ਬੰਦ ਨੇ ਧੀਆਂ, ਜ਼ਿੰਦਗੀ ਦਾ ਮੁੱਖ ਬੰਦ ਨੇ ਧੀਆਂ। ਜ਼ਿੰਦਗੀ ਵਿੱਚ 3 ਨੇਮ ਮੈਂ ਬਣਾਏ ਹੋਏ ਆ। ਤਿੰਨੇ ਨੇਮ ਜਿਹੜੇ ਆ ਤੁਸੀਂ ਵੀ ਬਣਾ ਲਓ। ਉਹ ਹੈਗੇ ਆ, ਆਈ ਐਮ
ਪੋਜ਼ਿਟਿਵ, ਅੰਗਰੇਜ਼ੀ ਵਾਲੇ ਆਉਂਦੇ ਹੁੰਦੇ ਆਈ ਐਮ ਪੋਜ਼ਿਟਿਵ, ਤੁਸੀਂ ਵੀ ਮਗਰ ਬੋਲ ਲਿਓ ਫਿਰ। I am positive. ਪਹਿਲਾਂ ਮੈਨੂੰ ਸੁਣ ਲਓ। ਆਈ ਐਮ ਪੋਜ਼ਿਟਿਵ। ਦੂਜਾ ਹੈਗਾ ਆਈ ਐਮ ਕੰਸਟਰਕਟਿਵ। ਕੰਸਟਰਕਟਿਵ ਹੁੰਦਾ ਵਾ ਜਿਹੜਾ ਨਵੇਂ ਖਿਆਲ ਜਿਹੜਾ ਪੈਦਾ ਕਰਦਾ ਰਹਿੰਦਾ, ਕੁਝ ਨਾ ਕੋਈ ਬੋਲਦਾ ਰਹਿੰਦਾ, ਨਵੇਂ ਖਿਆਲ ਪੈਦਾ ਕਰਨਾ। ਆਈ ਐਮ ਕੰਸਟਰਕਟਿਵ। ਆਈ ਐਮ ਪ੍ਰੋਡਕਟਿਵ, ਮੈਂ ਪੈਦਾ ਕਰਨਾ ਕੁਝ। ਆਈ ਐਮ ਪੋਜ਼ਿਟਿਵ, Positive. ਜ਼ੋਰ ਨਾਲ ਬੋਲੋ। ਆਈ ਐਮ ਪੋਜ਼ਿਟਿਵ। I am positive. ਆਈ ਐਮ ਪੋਜ਼ਿਟਿਵ। I am positive. ਆਈ ਐਮ ਕੰਸਟਰਕਟਿਵ। I am constructive. ਆਈ ਐਮ ਕੰਸਟਰਕਟਿਵ। I am constructive. ਆਈ ਐਮ ਪ੍ਰੋਡਕਟਿਵ। I am productive. ਆਈ ਐਮ ਪ੍ਰੋਡਕਟਿਵ। I am productive. ਜਿੰਦਾਬਾਦ। Jindabad. ਬਹੁਤ ਬਹੁਤ ਧੰਨਵਾਦ। Thank you. ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮੀਤ ਸਿੰਘ ਕੜਿਆਲਵੀ ਜੀ। ਜਿੰਨੀ ਦੇਰ ਵੀ ਇੱਥੇ ਖੜੇ ਰਹੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੇ ਬੜੀ ਸਾਰੀਆਂ ਮੈਨੂੰ ਐਂ ਲੱਗਦਾ ਹੈ ਕਿ ਸਿੱਖ ਵਾਲੀਆਂ ਗੱਲਾਂ ਜਾਂ ਮੱਤਾਂ ਤੁਹਾਨੂੰ ਇਹਨਾਂ ਨੇ ਦਿੱਤੀਆਂ। ਤੇ ਜਿਵੇਂ ਇਹ ਗੱਲ ਕਰ ਰਹੇ ਸੀਗੇ ਕਿ ਆਪਾਂ ਨੂੰ ਆਪਣੀ ਹੀ ਬੋਲੀ ਜਿਹੜੀ ਹੈ ਉਹਦੇ ਵਿੱਚ ਹੀ ਹਮੇਸ਼ਾ ਬੋਲਣਾ ਚਾਹੀਦਾ ਹੈ ਜਾਂ ਕੋਈ ਵੀ ਕੰਮ ਹੈ ਜਿਹੜਾ ਕਰਨਾ ਚਾਹੀਦਾ। ਉਸ ਟਾਈਮ ਬੈਠੇ ਮੈਨੂੰ ਵੀ ਯਾਦ ਆ ਰਿਹਾ ਸੀਗਾ ਕਿ ਤੇਨਾਲੀ ਰਾਮ ਦਾ ਨਾਮ ਸੁਣਿਆ ਹੋਊਗਾ ਸਭ ਨੇ। ਰਾਜਾ ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਦੇ ਵਿੱਚੋਂ ਹੁੰਦੇ ਸੀ ਤੇ ਬੜੇ ਇੱਕ ਬੁੱਧੀਮਾਨ ਜਿਹੜੇ ਪਰਸਨ ਦੇ ਨਾਮ ਨਾਲ ਉਹ ਫੇਮਸ ਸੀਗੇ। ਤੇ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਵਾਰ ਕੋਈ ਬੜਾ ਮਲਟੀਲਿੰਗੁਅਲ ਬੰਦਾ ਪਹੁੰਚ ਜਾਂਦਾ ਹੈ, ਕਹਿੰਦਾ ਜੀ ਮੈਨੂੰ 36 ਭਾਸ਼ਾਵਾਂ ਦਾ ਗਿਆਨ ਹੈ। ਤੇ ਬਟ ਜਿੰਨੇ ਵੀ ਤੁਹਾਡੇ ਦਰਬਾਰ ਦੇ ਵਿੱਚ ਦਰਬਾਰੀ ਹੈ ਜਾਂ ਕੋਈ, ਚਾਹੇ ਤੁਸੀਂ ਖੁਦ ਵੀ ਹੋ, ਅਗਰ ਕੋਈ ਇਹ ਪਤਾ ਕਰ ਲੇ ਕਿ ਮੇਰੀ ਮਾਤ ਭਾਸ਼ਾ ਕਿਹੜੀ ਹੈ ਤੇ ਮੈਂ ਸਿਰ ਮੁੰਡਵਾ ਲਵਾਂਗਾ। ਤੇ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਬਟ ਜਦੋਂ ਵੀ ਉਹ ਬੋਲਦੇ ਹਰ ਵਾਰ ਇੱਕ ਡਿਫਰੈਂਟ ਲੈਂਗੁਏਜ ਦੇ ਵਿੱਚ ਉਹ ਗੱਲ ਕਰਦੇ। ਤੇ ਫਿਰ ਰਾਜਾ ਕ੍ਰਿਸ਼ਨ ਦੇਵ ਰਾਏ ਨੂੰ ਜਦੋਂ ਕੁਝ ਨਹੀਂ ਸੀ ਸੁਝਦਾ ਹੁੰਦਾ ਤਾਂ ਉਹ ਤੇਨਾਲੀ ਰਾਮ ਦੀ ਡਿਊਟੀ ਲਾ ਦਿੰਦੇ ਹੁੰਦੇ ਸੀ ਵੀ ਹੁਣ ਤੂੰ ਸੰਭਾਲ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਪਤਾ ਕਰ ਲੂੰਗਾ। ਤੇ ਦੇਖਦੇ ਵੀ ਕੋਈ ਤਿਆਰੀ ਨਹੀਂ ਕਰੀ ਜਾਂਦਾ, ਕੋਈ ਉਹਨੂੰ ਕੁਝ ਦੇਖ ਹੀ ਨਹੀਂ ਜਾਂਦਾ, ਕੁਝ ਕਰ ਹੀ ਰਿਹਾ, ਪਤਾ ਨਹੀਂ ਕੱਲ ਕੀ ਕਰੂਗਾ ਦਰਬਾਰ ਦੇ ਵਿੱਚ ਆ ਕੇ। ਜਦੋਂ ਅਗਲੇ ਦਿਨ ਉਹ ਜਿਹੜੇ ਗਿਆਨੀ ਸੀ ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ, ਜਦੋਂ ਉਹ ਦਰਬਾਰ ਪਹੁੰਚ ਰਹੇ ਸੀ ਤੇ ਉਹਨਾਂ ਦੇ ਉੱਪਰ ਕਿਸੇ ਨੇ ਪਾਣੀ ਸਿੱਟ ਦਿੱਤਾ। 2-3 ਵਾਰ ਇਦਾਂ ਕੁਝ ਹੋਇਆ, ਕਦੇ ਪਾਣੀ ਸਿੱਟਤਾ, ਕਦੇ ਰਸਤੇ ਦੇ ਵਿੱਚ ਕੁਝ ਤੇ ਕਦੇ ਕੁਝ, ਤੇ ਅਲਟੀਮੇਟਲੀ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਤੇ ਉਹ ਗਾਲਾਂ ਜਿਸ ਲੈਂਗੁਏਜ ਦੇ ਵਿੱਚ ਕੱਢੀਆਂ, ਉਸੇ ਟਾਈਮ ਹੀ ਤੇਨਾਲੀ ਰਾਮ ਸਾਹਮਣੇ ਆ ਕੇ ਕਹਿੰਦੇ ਇਹ ਇਹਨਾਂ ਦੀ ਮਾਤ ਭਾਸ਼ਾ ਹੈ। ਤਾਂ ਜਿਵੇਂ ਸਰ ਬੋਲ ਰਹੇ ਸੀਗੇ ਕਿ ਬੰਦਾ ਜਦੋਂ ਆਪਦਾ ਦੁੱਖ ਪ੍ਰਗਟਾਉਂਦਾ ਹੈ ਜਾਂ ਤਕਲੀਫ ਦੇ ਵਿੱਚ ਹੁੰਦਾ ਹੈ ਤਾਂ ਉਸ ਟਾਈਮ ਕਿੰਨੀਆਂ ਮਰਜ਼ੀ ਭਾਸ਼ਾਵਾਂ ਦਾ ਉਹਨੂੰ ਗਿਆਨ ਹੋਵੇ, ਆਪਦੀ ਮਾਤ ਭਾਸ਼ਾ ਹੀ ਜਿਹੜੀ ਹੈ ਉਹਦੇ ਮੂੰਹ ਦੇ ਵਿੱਚੋਂ ਨਿਕਲਦੀ ਹੈ। ਆਪਣੇ ਪ੍ਰਧਾਨ ਮੰਤਰੀ ਹੋਏ ਨੇ ਅਟਲ ਬਿਹਾਰੀ ਵਾਜਪੇਈ। ਤੁਹਾਨੂੰ ਸਭ ਨੂੰ ਪਤਾ ਹੋਊਗਾ ਜਦੋਂ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਸੀ ਉਹ ਹਮੇਸ਼ਾ ਇਹ ਨਹੀਂ ਹੈ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਬਟ ਉਹ ਹਮੇਸ਼ਾ ਆਪਣੀ ਸਪੀਚ ਹਿੰਦੀ ਦੇ ਵਿੱਚ ਦਿੰਦੇ ਸੀ। ਇਸ ਕਰਕੇ ਕਿਉਂਕਿ ਉਹ ਇਹ ਕਹਿੰਦੇ ਸੀ ਕਿ ਹਿੰਦੀ ਜਿਹੜੀ ਹੈ ਉਹ ਸਾਡੀ ਰਾਸ਼ਟਰ ਭਾਸ਼ਾ ਹੈ। ਤਾਂ ਮਤਲਬ ਮੈਨੂੰ ਵੀ ਉਹ ਸਾਰਾ ਕੁਝ ਯਾਦ ਆ ਰਿਹਾ ਸੀ ਕਿ ਠੀਕ ਹੈ, ਆਪਾਂ ਨੂੰ ਆਪਣੀ ਭਾਸ਼ਾ ਨੂੰ ਓਨਾ ਹੀ ਸਨਮਾਨ ਦੇਣਾ ਚਾਹੀਦਾ ਜਿੰਨਾ ਸਨਮਾਨ ਆਪਾਂ ਆਪਣੀ ਮਾਤਾ ਨੂੰ ਦਿੰਦੇ ਹਾਂ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਇੱਕ ਹੋਰ ਵਿਦਵਾਨ ਅੱਜ ਸਾਡੇ ਵਿਚਕਾਰ ਨੇ, ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਸ਼੍ਰੀ ਕਸ਼ਮੀਰੀ ਲਾਲ ਜੀ ਚਾਵਲਾ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹੋਏ ਹਨ। ਇਹ ਅਦਬੀ ਪਰਿਕਰਮਾ ਮੰਚ ਚਲਾ ਰਹੇ ਹਨ ਅਤੇ ਹਾਇਕੂ ਵਿਦਾ ਲਿਖਣ ਦੇ ਵਿੱਚ ਇਹਨਾਂ ਨੂੰ ਵਿਸ਼ੇਸ਼ ਮਹਾਰਤ ਹਾਸਲ ਹੈ। ਇਹ ਜਾਪਾਨ ਦੀ ਕਵਿਤਾ ਵਿਦਾ ਹੈ ਤੇ 1997 ਵਿੱਚ ਇਸ ਦੀ ਸ਼ੁਰੂਆਤ ਕਰਨ ਦਾ ਸਿਹਰਾ ਵੀ ਇਹਨਾਂ ਦੇ ਸਿਰ ਜਾਂਦਾ ਹੈ। ਇਹ ਵੀ ਪੰਜਾਬੀ ਸਾਹਿਤ ਅਕੈਡਮੀ ਦੇ ਮੈਂਬਰ ਰਹੇ ਨੇ। ਕਹਿੰਦੇ ਕਿ ਜਦੋਂ ਕੋਈ ਵੀ ਇਨਸਾਨ ਇਕੱਲਾ ਹੋਵੇ ਤਾਂ ਅਗਰ ਤੁਸੀਂ ਕਿਤਾਬਾਂ ਦੇ ਨਾਲ ਦੋਸਤੀ ਪਾ ਲਓ ਤਾਂ ਉਹਨੂੰ ਕਦੇ ਇਕੱਲਾ ਨਹੀਂ ਛੱਡਦੀਆਂ, ਤੇ ਕੁਝ ਇਹੋ ਜਿਹੀ ਸੋਚ ਦੇ ਇਹ ਮਾਲਕ ਨੇ। ਇਸ ਕਰਕੇ ਇਹ 51 ਬੁੱਕਸ ਆਪਣੇ ਕਾਲਜ ਦੀ ਲਾਇਬ੍ਰੇਰੀ ਨੂੰ ਦਾਨ ਵਿੱਚ ਦੇ ਰਹੇ ਨੇ। 51 ਬੁੱਕਸ ਆਪਣੇ ਕਾਲਜ ਦੀ ਲਾਇਬ੍ਰੇਰੀ ਨੂੰ ਦਾਨ ਵਿੱਚ ਦੇ ਰਹੇ ਨੇ। ਮੈਂ ਗੁਜ਼ਾਰਿਸ਼ ਕਰਦੀ ਹਾਂ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ ਨੂੰ ਕਿ ਉਹ ਇੱਥੇ ਮੰਚ ਤੇ ਆਉਣ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਮਾਨਯੋਗ ਗੁਰਮੀਤ ਕੜਿਆਲਵੀ ਜੀ ਤੇ ਸਟਾਫ ਦੇ ਮੈਂਬਰੋਂ ਤੇ ਪਿਆਰੇ ਵਿਦਿਆਰਥੀਓ, ਮੈਂ ਵੀ ਕਿਸੇ ਮੌਕੇ ਰੇਹੜੀ ਲਾਉਂਦਾ ਹੁੰਦਾ ਸੀ। ਮੈਂ ਹੀ ਬਹੁਤ ਬੀਚ ਦੇ ਵਿੱਚੋਂ ਚੱਲਿਆ ਹਾਂ।
ਤੇ ਮੈਂ ਵੀ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਇਆ ਹਾਂ ਤੇ ਪੜ੍ਹ ਲਿਆ। ਸਾਹਿਤਕ ਵਿਸ਼ਾ ਤਾਂ ਹੈ, ਪਰ ਮੇਰਾ ਐਜੂਕੇਸ਼ਨ MA ਪੰਜਾਬੀ ਤੇ BMA ਤੇ ਹਿਸਟਰੀ MA ਕੀਤੀ ਹੋਈ ਹੈ ਤੇ ਪਰ ਮੈਨੂੰ ਸਾਹਿਤ ਦਾ ਲਗਾਵ ਹੈ ਤੇ ਇਸ ਕਰਕੇ ਮੈਂ ਕੁਝ ਸਾਹਿਤ ਨਾਲ ਜੁੜਿਆ ਹੋਇਆ ਹਾਂ। ਹਾਈਕੂ ਇੱਕ ਜਾਪਾਨ ਦੀ ਕਵਿਤਾ ਹੈ, ਦੁਨੀਆ ਦੀ ਸਭ ਨਾਲੋਂ ਛੋਟੀ ਕਵਿਤਾ ਹੈ। ਇਹ 1997 ਦੇ ਵਿੱਚ ਮੈਂ ਪੰਜਾਬੀ ਭਾਸ਼ਾ ਵਿੱਚ ਲੈ ਆਂਦੀ ਸੀ ਤੇ ਇਹ ਭਾਰਤ ਦੀਆਂ ਭਾਸ਼ਾਵਾਂ ਰਾਹੀਂ ਆਇਆ ਹੈ। ਪਰਮਿੰਦਰ ਛੋਟੀ ਬਾਅਦ ਵਿੱਚ ਆਉਂਦਾ ਹੈ ਤੇ ਇਹ ਇਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤੇ ਤਿੰਨਾਂ ਭਾਸ਼ਾਵਾਂ ਵਿੱਚ ਮੈਂ ਲਿਖਦਾ ਹਾਂ। 3 ਅਖਬਾਰ ਕੱਢਦਾ ਹਾਂ, ਪੰਜਾਬੀ 'ਚ ਵੀ ਪ੍ਰਕਰਮਾ, ਹਿੰਦੀ 'ਚ ਵੀ ਮਾਲਾ, ਅੰਗਰੇਜ਼ੀ 'ਚ ਦਾ ਵਰਡ ਟੂ ਵਰਡ। ਤੇ ਇਹ ਮੈਂ ਪਿਛਲੇ 23-24 ਸਾਲਾਂ ਤੋਂ ਕੱਢ ਰਿਹਾ ਹਾਂ। ਅਖਬਾਰ ਮੈਂ ਲਿਆਂਦੇ ਹੋਏ ਹਨ, ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਇਹ ਅਜੀਤ, ਜਗਬਾਣੀ ਤੇ ਵਾਂਗ ਰਜਿਸਟਰਡ ਅਖਬਾਰ ਹਨ। ਤੁਸੀਂ ਪੁੱਠੇ ਸਿੱਧੇ ਜਿਵੇਂ ਮਰਜ਼ੀ ਮੈਨੂੰ ਹਾਈਕੂ ਭੇਜ ਦਿਓ, ਮੈਂ ਉਹ ਠੀਕ ਕਰਕੇ ਅਖਬਾਰ ਛਾਪ ਦੇਵਾਂਗਾ। ਕੱਲਾ ਹਾਈਕੂ ਨਹੀਂ ਗਾ, ਹਾਈਕੂ ਜਾਪਾਨ ਦੀ ਕਵਿਤਾ ਹੈ ਜੋ ਇੱਕੋ ਸਾਹ ਰਾਹੀਂ ਬੋਲੀ ਜਾਂਦੀ ਹੈ। ਇਹਦਾ ਮੀਟਰ 575 ਹੈ। ਇਹ ਕੱਲਾ ਹਾਈਕੂ ਨਹੀਂ ਗਾ, ਹਾਈਕੂ ਦੇ ਨਾਲ ਦੂਜੀਆਂ ਭਾਸ਼ਾਵਾਂ ਵੀ ਹਨ। ਦੂਜੀਆਂ ਉਦਾਹਰਨਾਂ ਜਿਵੇਂ ਤਾਂਕਾ, ਚੌਕਾ, ਹਾਈਗਾ। ਇੱਕ ਪਿਕਚਰ ਦੇ ਉੱਤੇ ਆਪਾਂ ਹਾਈਕੂ ਲਿਖ ਦਈਏ ਉਹਨੂੰ ਹਾਈਗਾ ਕਹਿ ਦਿੰਦੇ ਹਨ। ਜੇ ਆਪਾਂ ਇੱਕ ਸ਼ਾਰਟ ਸਟੋਰੀ ਲਿਖ ਦਈਏ ਉਹਦੇ ਪਿੱਛੇ ਇੱਕ ਹਾਈਕੂ ਲਿਖ ਦਈਏ ਉਹਨੂੰ ਹਾਈਬਨ ਕਹਿ ਦਿੰਦੇ ਹਨ। ਇਸ ਤਰ੍ਹਾਂ ਸਾਰਾ ਮੀਟਰ 505 ਹੈ। ਕੁਝ ਦੋਸਤ ਮਿੱਤਰ ਮਤਲਬ ਕਿ ਇਸ ਪੰਜਾਬੀ ਸ਼ਬਦ ਪੰਜਾਬੀ ਨੂੰ ਮੀਟਰ ਤੋੜ ਕੇ ਲਿਖਦੇ ਹਨ। ਪੰਜਾਬੀ ਦੇ ਵਿੱਚ, ਹਿੰਦੀ ਦੇ ਖੇਤਰ ਦੇ ਵਿੱਚ ਹਾਈਕੂ ਦੇ ਉੱਤੇ PhD D.Litt ਦੀਆਂ ਡਿਗਰੀਆਂ ਹੋ ਚੁੱਕੀਆਂ ਹਨ ਤੇ ਹਾਈਕੂ ਦੇ ਵਿੱਚ ਹਾਈਕੂ ਗਜ਼ਲ, ਹਾਈਕੂ ਰਬਾਈ ਸਭ ਲਿਖੀਆਂ ਜਾ ਚੁੱਕੀਆਂ ਹਨ। ਤੇ ਮੁਕਤਸਰ ਦੇ ਵਿੱਚ ਮੈਂ ਇੱਕ ਅਦਬੀ ਪ੍ਰੋਗਰਾਮਾ ਮੰਚ ਬਣਾਇਆ ਹੋਇਆ ਹੈ। ਉਸ ਦੇ ਵਿੱਚ ਕੁਝ ਉਹ ਮੁਕਤਸਰ ਦੀਆਂ 35 ਕਿਤਾਬਾਂ ਛਪ ਚੁੱਕੀਆਂ ਹਨ ਜੋ ਕਿ ਹੁਣ ਤੁਹਾਨੂੰ ਮੈਂ ਡੋਨੇਟ ਕਰਨ ਜਾ ਰਿਹਾ ਹਾਂ। ਤੁਹਾਡੀ ਤਦ ਇਹ ਸਿਰਫ ਹਾਈਕੂ ਦੀਆਂ ਕਿਤਾਬਾਂ ਹੀ ਹਨ। ਇਹ ਜਾਂ ਇਕੱਲਾ ਹਾਈਕੂ ਦੀਆਂ ਕਿਤਾਬਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੀਆਂ ਹਨ, ਇਕੱਲੇ ਇੱਕ ਭਾਸ਼ਾ ਵਿੱਚ ਨਹੀਂ। ਤੇ ਪੰਜਾਬੀ ਦੇ ਵਿੱਚ ਭਾਸ਼ਾ ਨੂੰ ਅਮੀਰ ਕਰਨ ਲਈ ਦੂਜੀਆਂ ਸਟੇਟਾਂ ਦੇ ਵਿੱਚ, ਦੂਜੇ ਦੇਸ਼ਾਂ ਦੇ ਵਿੱਚ ਮੁਕਾਬਲੇ ਪੰਜਾਬੀ ਨੂੰ ਅਮੀਰ ਕਰਨ ਲਈ ਇਹਦੇ ਵਿੱਚ ਵੱਖ-ਵੱਖ ਵਿਧਾਵਾਂ ਪੰਜਾਬੀ ਦੇ ਵਿੱਚ ਮੈਂ ਇਹ ਇੰਟਰੋਡਿਊਸ ਕਰ ਰਿਹਾ ਹਾਂ। ਇੱਕ ਨਵੀਂ ਕਿਸਮ ਦੀ ਕਵਿਤਾ ਹੈ ਜੋ ਤਾਸ਼ ਦੇ ਪੱਤਿਆਂ ਵਾਂਗ ਖੇਡੀ ਜਾਂਦੀ ਹੈ ਤੇ ਇਹ ਇੱਕ ਖੇਡ ਦੇ ਤੌਰ 'ਤੇ ਵੀ ਖੇਡੀ ਜਾ ਸਕਦੀ ਹੈ। ਤੇ ਇਹ ਕਿਤਾਬਾਂ ਤੁਹਾਡੀ ਲਾਇਬ੍ਰੇਰੀ 'ਚ ਰਹਿਣਗੀਆਂ। ਮੈਡਮ ਗੋਬਿੰਦਰ ਕੌਰ ਬਰਾੜ ਜੋ ਕਿ ਸਾਡੇ ਅਦਬੀ ਪ੍ਰੋਗਰਾਮਾਂ ਮੰਚ ਦੇ ਮੈਂਬਰ ਵੀ ਹਨ, ਇਹ ਉਹਨਾਂ ਨੂੰ ਮੈਂ ਕਈ ਦਫਾ ਮੰਚ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਇਹ ਉਹਦੇ ਵਿੱਚ ਸਾਡੀ ਮਦਦ ਕਰਦੇ ਹਨ। ਇਹ ਇੱਕ ਮੈਂ ਕੁਝ ਅਖਬਾਰ ਵੀ ਲਿਆਉਂਦੇ ਹਨ ਜੋ ਕਿ ਤੁਹਾਨੂੰ ਦੇਵਾਂਗਾ ਅਤੇ ਤੁਸੀਂ ਇਹਨਾਂ ਅਖਬਾਰ ਦੇ ਵਾਸਤੇ ਮੈਟਮ ਨੂੰ ਭੇਜ ਸਕਦੇ ਹੋ। ਅਤੇ ਮੇਰੀ ਪਹਿਲੀ ਕਿਤਾਬ ਡਾਕਟਰ ਨਜਮਾ ਹਬਤੁੱਲਾ ਪਾਰਲੀਮੈਂਟ ਦੇ ਵਿੱਚ ਰਿਲੀਜ਼ ਕੀਤੀ ਸੀ ਅਤੇ ਉਸ ਤੋਂ ਬਾਅਦ ਮੈਂ ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਸਭ ਦੇਖੇ ਹੋਏ ਹਨ ਅਤੇ ਮੈਂ ਪੰਜਾਬੀ ਮਾਂ ਬੋਲੀ ਦੇ ਸਿਰ ਦੇ ਉੱਤੇ ਹੀ ਉੱਥੇ ਇਹ ਦੋਵੇਂ ਥਾਵਾਂ ਜਾ ਚੁੱਕਿਆ ਹਾਂ। ਇੰਗਲੈਂਡ ਦੇ ਵਿੱਚ ਵੀ ਮੈਂ ਪੰਜਾਬੀ ਦੇ ਭਾਸ਼ਾ ਦੇ ਤੌਰ 'ਤੇ ਉਹ ਉੱਥੇ ਵਿਜ਼ਿਟ ਕਰ ਚੁੱਕਿਆ ਹਾਂ। ਉੱਥੇ ਪੰਜਾਬੀ ਲੋਕਾਂ ਦੀ ਇੱਕ ਸੰਸਥਾ ਸੀ, ਉਹਨਾਂ ਨੇ ਮੈਨੂੰ ਬੁਲਾਇਆ ਸੀ, ਮੈਂ ਉੱਥੇ ਗਿਆ ਸੀ। ਉੱਥੋਂ ਮੈਂ ਪੰਜਾਬੀ ਦੀ ਕਵਿਤਾ ਪੰਜਾਬੀ ਦੇ ਨਾਂ ਦੇ ਉੱਤੇ ਇੱਕ ਕਿਤਾਬ ਪ੍ਰਕਾਸ਼ ਕੀਤੀ ਆ, ਉਹ ਬਾਅਦ ਵਿੱਚ ਭੇਜਾਂਗਾ ਅਤੇ ਤੁਸੀਂ ਮੈਨੂੰ ਹਾਈਕੂ ਕਿਸੇ ਭਾਸ਼ਾ ਵਿੱਚ ਵੀ ਮਿਲ ਸਕਦੇ ਹੋ। ਇਹ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਚੁੱਕੀ ਹੈ ਅਤੇ ਪੰਜਾਬੀ ਦੇ ਵਿੱਚ ਵੀ ਇਹ ਸ਼ਾਮਲ ਹੋ ਰਹੀ ਹੈ। ਇਸ ਕਰਕੇ ਤੁਸੀਂ ਮੈਨੂੰ ਵੱਧ ਤੋਂ ਵੱਧ ਸਹਿਯੋਗ ਦਿਆ ਜੇ, ਤੁਸੀਂ ਮੈਨੂੰ ਭੇਜ ਦਿਆ ਜੇ, ਮੈਂ ਚੱਕ। ਬਹੁਤ ਬਹੁਤ ਸ਼ੁਕਰੀਆ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਇਹ ਇੱਥੇ ਆ ਰਹੇ ਸੀ ਮੰਚ 'ਤੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀ।
ਤੇ ਮੈਨੂੰ ਐ ਲੱਗਦਾ ਹੈ ਕਿ ਜਦੋਂ ਕਲਾ ਤੁਹਾਡੇ ਅੰਦਰ ਰਗ ਰਗ 'ਚ ਵਸੀ ਹੋਵੇ ਤਾਂ ਇਮੋਸ਼ਨਸ ਡੁੱਲ ਡੁੱਲ ਬਾਹਰ ਆ ਹੀ ਜਾਂਦੀਆਂ ਨੇ। ਸਾਡੇ ਕੁਝ ਵਿਦਿਆਰਥੀ ਵੀ ਨੇ ਜਿਨ੍ਹਾਂ ਨੇ ਇਹ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਅਸੀਂ ਵੀ ਅੱਜ ਮਾਂ ਬੋਲੀ ਦਿਹਾੜੇ ਤੇ ਇੱਥੇ ਆਪਣੇ ਵਿਚਾਰ ਪ੍ਰਗਟਾਉਣੇ ਹੈ ਤੇ ਮੈਂ ਉਹਨਾਂ ਵਿਦਿਆਰਥੀਆਂ ਨੂੰ ਇਸ ਤੋਂ ਬਾਅਦ ਮੰਚ ਤੇ ਸੱਦਾ ਦਿੰਦੀ ਹਾਂ। ਜਿਵੇਂ ਇਹਨਾਂ ਨੇ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ ਨੇ ਵੀ ਕਿਹਾ ਕਿ ਇਹਨਾਂ ਨੇ ਵੀ ਬੜੇ ਗਰਾਊਂਡ ਲੈਵਲ ਤੇ ਜਾ ਕੇ ਮਿਹਨਤ ਕੀਤੀ ਇੱਥੋਂ ਤੱਕ ਪਹੁੰਚਣ ਲਈ, ਤੇ ਮੈਨੂੰ ਚੰਦ ਲਾਈਨਾਂ ਯਾਦ ਹੋ ਆਈਆਂ। ਮਾਯੂਸ ਨਾ ਹੋਣਾ ਕਦੇ, ਮਾਯੂਸ ਨਾ ਹੋਣਾ ਕਦੇ, ਜਦੋਂ ਹੋ ਜਾਵੇਗੀ ਹਾਰ, ਪਾ ਹੀ ਲੈਂਦੀ ਹੈ ਮੰਜ਼ਿਲ, ਪਾ ਹੀ ਲੈਂਦੀ ਹੈ ਮੰਜ਼ਿਲ, ਇੱਕ ਕੀੜੀ ਵੀ ਗਿਰ ਗਿਰ ਕੇ ਕਈ ਵਾਰ, ਗਿਰ ਗਿਰ ਕੇ ਕਈ ਵਾਰ। ਸਾਡੇ ਕਾਲਜ ਦੀ ਵਿਦਿਆਰਥਣ ਸੁਰਿੰਦਰ ਕੌਰ ਜੋ ਕਿ BA ਸੈਕੰਡ ਈਅਰ ਦੀ ਵਿਦਿਆਰਥਣ ਹੈ, ਮੈਂ ਉਸ ਨੂੰ ਮੰਚ ਤੇ ਸੱਦਾ ਦਿੰਦੀ ਹਾਂ ਕਿ ਉਹ ਆ ਕੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੇ। पंजाबी मेरी माँ वर्गी, पंजाबी मेरी जान वर्गी, पंजाबी मेरी पहचान वर्गी, पंजाबी वारस दी हीर वर्गी, पंजाबी नैना दी नीर वर्गी, भुल के नहीं भुलाउणा इसनूं क्योंकि पंजाबी है मेरी माँ वर्गी, क्योंकि पंजाबी है मेरी माँ वर्गी। सत श्री अकाल, मैं यूनिवर्सिटी कॉलेज जैतू दी विद्यार्थन सुरिंदर कौर हाँ। मैं आज तुहाडे नाल पंजाबी भाषा जो हफ्ता मनाया जा रहा है इस दे संबंध विच कुछ कारणां नूं तुहाडे नाल विचार करना चाहती हाँ जिन्हां दे करके पंजाबी मात भाषा अज के दौर से अलोप हो रही है। एक ऑनलाइन रिपोर्ट के अनुसार देखा गया है कि आने वाले 50 वरियां दे विच पंजाबी भाषा बिल्कुल खत्म हो जाएगी, जिसके कई कारण हैं। पहला कारण देखा जाए तो यही है कि अज के सिक्ख्या संस्थानां दे विच पंजाबी नूं बनदा सत्कार नहीं दिता जाता ਅਤੇ ਉਸ ਦੇ ਨਾਲ ਮਤਰੀਆਂ ਵਾਲਾ ਸਲੂਕ ਕੀਤਾ ਜਾਂਦਾ ਹੈ। ਅੱਜ ਕੱਲ੍ਹ ਦੇ ਨਿੱਜੀ ਸਕੂਲਾਂ ਤੇ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚੋਂ ਇੱਕ ਭਾਸ਼ਾ ਚੁਣਨ ਦਾ ਰੁਝਾਨ ਵਧੇਰੇ ਪ੍ਰਫੁੱਲਤ ਹੈ, ਜਿਸ ਕਰਕੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਵਰਨਮਾਲਾ ਤੋਂ ਲੈ ਕੇ ਪੰਜਾਬੀ ਇਤਿਹਾਸ ਅਤੇ ਪੰਜਾਬੀ ਸਾਹਿਤ ਨੂੰ ਵੀ ਗੰਦਲਾ ਕੀਤਾ ਜਾ ਰਿਹਾ ਹੈ। ਜੇ ਅਸੀਂ ਇਸ ਦੇ ਦੂਸਰੇ ਪੁਆਇੰਟ ਵੱਲ ਝਾਤ ਮਾਰੀਏ ਤਾਂ ਉਹ ਇਹ ਹੈ ਕਿ ਅੱਜ ਕੱਲ੍ਹ ਮਾਪੇ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਵੱਲ ਵਧੇਰੇ ਪ੍ਰਚਲਿਤ ਕਰ ਰਹੇ ਹਨ ਅਤੇ ਜਦਕਿ ਦੇਖਿਆ ਜਾਵੇ ਸਕੂਲਾਂ ਦੇ ਵਿੱਚ ਊੜੇ ਆੜੇ ਤੋਂ ਪਹਿਲਾਂ ABC ਸਿਖਾਉਣ ਦਾ ਰੁਝਾਨ ਵਧੇਰੇ ਪ੍ਰਚਲਿਤ ਹੈ। ਜੇਕਰ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਅੰਦਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੇਖੀਏ ਤਾਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਸਿਰਫ ਆਪਣੇ ਸਿੱਖਾਂ ਦੀ ਭਾਸ਼ਾ ਹੈ, ਜਦਕਿ ਅਸੀਂ ਦੇਖਦੇ ਹਾਂ ਬਿਹਾਰ, ਬੰਗਾਲ ਅਤੇ ਮਹਾਰਾਸ਼ਟਰ ਵਿੱਚ ਉੱਥੋਂ ਦੇ ਵਸਣ ਵਾਲੇ ਲੋਕ ਬੰਗਾਲੀ, ਮਰਾਠੀ ਅਤੇ ਆਪਣੀ ਬਿਹਾਰ ਦੀ ਭਾਸ਼ਾ ਨੂੰ ਬੋਲਦੇ ਹਨ। ਜੇਕਰ ਉਹ ਲੋਕ ਇਸ ਤਰ੍ਹਾਂ ਕਰ ਸਕਦੇ ਹਨ ਤਾਂ ਆਪਣੀ ਭਾਸ਼ਾ ਪੰਜਾਬੀ ਬੋਲੀ ਕਿਉਂ ਨਹੀਂ ਹੋ ਸਕਦੀ। ਇਸ ਕਰਕੇ ਅੱਜ ਕੱਲ੍ਹ ਸਾਡੇ ਸਮਾਜਾਂ ਦੇ ਅੰਦਰ ਜੇ ਅਸੀਂ ਦੇਖਦੇ ਹਾਂ ਕਿ ਕੁਝ ਸਿੱਖ ਬੱਚੇ ਉਚੇਚੇ ਤੌਰ ਤੇ ਦਿੱਲੀ ਜਾਂ ਫਿਰ ਪੰਜਾਬ ਦੀਆਂ ਬਾਹਰ ਜਿਹੜੀ ਥਾਵਾਂ ਤੇ ਰਹਿੰਦੇ ਹਨ ਉੱਥੋਂ ਦੀ ਭਾਸ਼ਾ ਨੂੰ ਵੱਧ ਤਰਜੀਹ ਦਿੰਦੇ ਹਨ, ਜਦਕਿ ਸੋਚਿਆ ਜਾਵੇ ਕਿ ਜਿਹੜੇ ਸਿੱਖ ਬੱਚੇ ਹਨ ਜੇ ਆਪਾਂ ਦੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਵੇਂ ਪੜ੍ਹਨਗੇ ਅਤੇ ਵਿਚਾਰਨਗੇ। ਪੰਜਾਬੀ ਬੋਲਣ ਵਾਲੇ ਹਮੇਸ਼ਾ ਅਨਪੜ੍ਹ ਅਤੇ ਗਰੀਬ ਤਬਕੇ ਦੇ ਹੀ ਸਮਝੇ ਜਾਂਦੇ ਹਨ। ਅਸੀਂ ਅੰਗਰੇਜ਼ੀ ਭਾਸ਼ਾ ਅਤੇ ਹਿੰਦੀ ਭਾਸ਼ਾ ਵਿੱਚ ਵਧੇਰੇ ਗੱਲ ਕਰਨਾ ਸਾਰਥਕ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਸ ਕਰਕੇ ਮੈਂ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ, ਜੇ ਤੁਸੀਂ ਮੇਰੇ ਵਿਚਾਰਾਂ ਦੇ ਨਾਲ ਥੋੜਾ ਜਿਹਾ ਵੀ ਸਹਿਮਤ ਹੋ ਤਾਂ ਉਹ ਹਮਲਾ ਮਾਰੀਏ ਅਤੇ ਆਪਣੀ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਵਾਪਸ ਦਵਾਈਏ। ਧੰਨਵਾਦ। अगली विद्यार्थन जो मंच से आना चाहती है वो है दिलप्रीत कौर, BSc सेकंड ईयर की विद्यार्थन दिलप्रीत कौर। अध्यापक साहबान, जज साहबान, आए हुए मुख मेहमान ते प्यारे विद्यार्थी साथियों, मेरे वालों तुहानूं सारिआं नूं प्यार भरी सत श्री अकाल। अज अंतरराष्ट्रीय पंजाबी बोली दिहाड़े ते तुहानूं सारिआं नूं प्यार भरी लख लख मुबारकां। आज तुहाडे सारिਆਂ सामने एक कविता पेश करन जा रही हाँ जो कि जगमीत मत्ता जी की लिखी हुई है। माँ बोली लई एक खास दिहाड़ा मनाउणा पै रिहा है, माँ बोली लई होका लाउणा पै रिहा है, माँ बोली लई होका लाउणा पै रिहा है कि माँ बोली बोलन तो शर्मांदे फिरदे हो, कि माँ बोली बोलन तो शर्मांदे फिरदे हो। ਊੜਾ ਉਠਣੀ ਯਾਰਾ ਸਾਡਾ ਬੱਬਾ ਬੋਤਾ ਹੁੰਦਾ ਏ, ਊੜਾ ਉਠਣੀ ਯਾਰਾ
ਸਾਡਾ ਬੱਬਾ ਬੋਦਾ ਹੁੰਦਾ ਏ। ਆ ਹੁਣ ਦੀ ਪੀੜ੍ਹੀ ਨੂੰ ਖਰੇ ਹੋਇਆ ਕੀ ਏ, ਆ ਹੁਣ ਦੀ ਪੀੜ੍ਹੀ ਨੂੰ ਹੋਇਆ ਖਰੇ ਕੀ ਏ। ਭੈਣੇ ਤੋਂ ਹੋਇਆ ਦੀਦੀ ਤੇ ਫਿਰ ਦੀ ਹੋਇਆ ਏ, ਭੈਣੇ ਤੋਂ ਹੋਇਆ ਦੀ ਤੇ ਫਿਰ ਦੀ ਹੋਇਆ ਏ। ਬ੍ਰਦਰ ਕਰ ਲਿਆ ਬ్రో ਜੋ ਭਰਾ ਮਿੱਤਰਾ, ਬ੍ਰਦਰ ਕਰ ਲਿਆ ਬ్రో ਜੋ ਭਰਾ ਮਿੱਤਰਾ। ਮਾਂ ਬੋਲੀ ਨਾਲ ਐਵੇਂ ਨਾ ਦਗਾ ਕਮਾ ਮਿੱਤਰਾ, ਮਾਂ ਬੋਲੀ ਨਾਲ ਐਵੇਂ ਨਾ ਦਗਾ ਕਮਾ ਮਿੱਤਰਾ। ਜੀਜਾ ਕਰਤਾ ਜੀਜੂ ਤੇ ਭੂਆ ਹੋ ਗਈ ਭੂਜੀ ਓਏ, ਜੀਜਾ ਕਰਤਾ ਜੀਜੂ ਤੇ ਭੂਆ ਹੋ ਗਈ ਭੂਜੀ ਓਏ। ਭਾਜੀ ਮੁੱਕ ਗਿਆ ਸਜਣਾ ਹੁਣ ਭਾਜੀ ਹੋ ਗਿਆ, ਭਾਜੀ ਮੁੱਕ ਗਿਆ ਤੇ ਸਜਣਾ ਭਾਜੀ ਹੋ ਗਿਆ। ਕੀ ਕਰ ਲਿਆ ਆਪਣੀ ਭਾਸ਼ਾ ਦਾ ਹਾਲ ਕੁੜੇ, ਕੀ ਕਰ ਲਿਆ ਆਪਣੀ ਭਾਸ਼ਾ ਦਾ ਹਾਲ ਕੁੜੇ। SSA ਨੂੰ ਬਣਾ ਲਿਆ ਹੁਣ ਸਤਿ ਸ਼੍ਰੀ ਅਕਾਲ ਕੁੜੇ, SSA ਨੂੰ ਬਣਾ ਲਿਆ ਹੁਣ ਸਤਿ ਸ਼੍ਰੀ ਅਕਾਲ ਕੁੜੇ। ਅੰਕਲ ਆਂਟੀ ਵਿੱਚ ਰਿਸ਼ਤੇ ਸਾਰੇ ਰੰਗੇ ਗਏ, ਅੰਕਲ ਆਂਟੀ ਵਿੱਚ ਸਾਰੇ ਰਿਸ਼ਤੇ ਰੰਗੇ ਗਏ। ਕਿ ਚਾਚੇ ਤਾਏ ਫੁੱਫੜ ਮਾਸੜ ਸਾਰੇ ਖੁੰਝੇ ਲੱਗ ਗਏ, ਕਿ ਚਾਚੇ ਤਾਏ ਸਾਰੇ ਖੁੰਝੇ ਟੰਗੇ ਗਏ। ਵਿੱਚ ਗੀਤ ਪੰਜਾਬੀ ਨੱਚਦੇ, ਵਿੱਚ ਗੀਤ ਪੰਜਾਬੀ ਨੱਚਦੇ ਲਫ਼ਜ਼ ਅੰਗਰੇਜ਼ੀ ਦੇ। ਸਦਕੇ ਜਾਈਏ ਦੋਸਤੋ ਸਾਡੀ ਚੱਕਵੀਂ ਤੇਜ਼ੀ ਦੇ, ਸਦਕੇ ਜਾਈਏ ਦੋਸਤੋ ਸਾਡੀ ਚੱਕਵੀਂ ਤੇਜ਼ੀ ਦੇ। ਮੰਨਿਆ 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 ਹੋਰ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ, ਮੰਨਿਆ ਹੋਰ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ। ਪਰ ਆਪਣੀ ਬੋਲੀ ਤੋਂ ਕਿਉਂ ਪਾਈ ਦੂਰੀ ਏ, ਪਰ ਆਪਣੀ ਬੋਲੀ ਤੋਂ ਕਿਉਂ ਪਾਈ ਦੂਰੀ ਏ। ਔਂਕੜ ਦਲੈਂਕੜ ਸਿਆਰੀ ਪਿਆਰੀ ਸਿਆਣੀਏ ਆਪਣੀ ਵਿਸ਼ਾਲ ਸ਼ਬਦਕੋਸ਼ ਦਾ ਨਜ਼ਾਰਾ ਮਾਣੀਏ, ਆਪਣੀ ਵਿਸ਼ਾਲ ਸ਼ਬਦਕੋਸ਼ ਦਾ ਨਜ਼ਾਰਾ ਮਾਣੀਏ। ਬੜਾ ਫਰਕ ਪੈ ਜਾਂਦਾ ਹੈ ਬਿੰਦੀ ਟਿੱਪੀ ਨਾਲ, ਬੜਾ ਫਰਕ ਪੈ ਜਾਂਦਾ ਏ ਬਿੰਦੀ ਟਿੱਪੀ ਨਾਲ। ਗੋਟੀ ਦੇ ਨਿਆਣੇ ਨੂੰ ਆਪਣੀ ਲਿਪੀ ਨਾਲ, ਗੋਟੀ ਦੇ ਨਿਆਣੇ ਨੂੰ ਆਪਣੀ ਲਿਪੀ ਨਾਲ। ਪੜ੍ਹੋ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ, ਪੜ੍ਹੋ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ। ਕਰਕੇ ਸਹੀ ਉਚਾਰਨ ਯਾਰਾ ਸਿੱਖੋ ਪੰਜਾਬੀ, ਕਰਕੇ ਸਹੀ ਉਚਾਰਨ ਯਾਰਾ ਸਿੱਖੋ ਪੰਜਾਬੀ। ਕਿਉਂ ਦੋਸ਼ ਦੇਈਏ ਸੱਜਣਾ ਹੋਰਾਂ ਦੀ ਟੋਲੀ ਨੂੰ, ਕਿਉਂ ਦੋਸ਼ ਦੇਈਏ ਹੋਰਾਂ ਦੀ ਟੋਲੀ ਨੂੰ। ਸਾਡੇ ਤੋਂ ਹੀ ਖਤਰਾ ਹੈ ਬਾਬੇ ਸਾਨੂੰ ਸਾਡੀ ਬੋਲੀ ਤੋਂ, ਕਿਉਂ ਖਤਰਾ ਹੈ ਸਾਨੂੰ ਸਾਡੇ ਤੋਂ ਸਾਡੀ ਮਾਂ ਬੋਲੀ ਤੋਂ। ਜ਼ਿੰਦਗੀ ਦੇ ਜਿਸ ਵੀ ਹਿੱਸੇ ਤੇ ਆ ਖੜੇ ਹਾਂ, ਜ਼ਿੰਦਗੀ ਦੇ ਜਿਸ ਵੀ ਹਿੱਸੇ ਤੇ ਆ ਖੜੇ ਹਾਂ, ਮਾਂ ਬੋਲੀ ਕਰਕੇ ਹੀ ਹੋਰ ਭਾਸ਼ਾਵਾਂ ਪੜ੍ਹੇ ਹਾਂ, ਮਾਂ ਬੋਲੀ ਕਰਕੇ ਹੀ ਅੱਜ ਹੋਰ ਭਾਸ਼ਾਵਾਂ ਪੜ੍ਹੇ ਹਾਂ। ਵਿਖਾਵਿਆਂ ਤੋਂ ਸੱਜਣਾ ਬਹੁਤ ਦੂਰ ਰਹੀਏ ਜੀ, ਵਿਖਾਵਿਆਂ ਤੋਂ ਸੱਜਣਾ ਬਹੁਤ ਦੂਰ ਰਹੀਏ ਜੀ। ਹਾਂ ਅਸੀਂ ਪੰਜਾਬੀ ਹਾਂ ਹਿੱਕ ਠੋਕ ਕੇ ਕਹੀਏ ਜੀ, ਹਾਂ ਅਸੀਂ ਪੰਜਾਬੀ ਹਾਂ ਹਿੱਕ ਠੋਕ ਕੇ ਕਹੀਏ ਜੀ। ਸੇਵਾ ਛੱਡ ਕੰਮ ਕਰਨ ਦਾ ਫਰਜ਼ ਨਿਭਾਈਏ, ਸੇਵਾ ਛੱਡ ਕੰਮ ਕਰਨ ਦਾ ਫਰਜ਼ ਨਿਭਾਈਏ। ਜਗਮੀਤ ਬੋਲੀ ਕਿਤੇ ਨਾ ਹੱਥੋਂ ਗਵਾਈਏ, ਜਗਮੀਤ ਬੋਲੀ ਕਿਤੋਂ ਨਾ ਹੱਥੋਂ ਗਵਾਈਏ। ਹਾਂ ਆਪਾਂ ਹਿੱਕ ਠੋਕ ਕੇ ਕਹੀਏ ਕਿ ਆਪਾਂ ਪੰਜਾਬੀ ਹਾਂ, ਹਿੱਕ ਠੋਕ ਕੇ ਕਹੀਏ ਕਿ ਆਪਾਂ ਪੰਜਾਬੀ ਹਾਂ। ਧੰਨਵਾਦ। ਬਹੁਤ ਬਹੁਤ ਧੰਨਵਾਦ ਦਿਲਪ੍ਰੀਤ ਕੌਰ। ਅਗਲੇ ਵਿਦਿਆਰਥੀ ਜਿਨ੍ਹਾਂ ਨੂੰ ਮੈਂ ਮੰਚ ਤੇ ਸੱਦਾ ਦੇ ਰਹੀ ਹਾਂ ਉਹ ਨੇ ਈਸ਼ਵਰ ਸਿੰਘ, BA ਦੇ ਵਿਦਿਆਰਥੀ ਈਸ਼ਵਰ ਸਿੰਘ। ਅੱਤ ਦੇ ਸਤਿਕਾਰਯੋਗ ਵਿਦਿਆਰਥੀ ਸਾਹਿਬਾਨ, ਅਧਿਆਪਕ ਸਾਹਿਬਾਨ, ਮੇਰੇ ਪ੍ਰਿੰਸੀਪਲ ਸਾਹਿਬਾਨ, ਭਾਵੇਂ ਉਹ ਸਾਡੇ 'ਚ ਨਹੀਂ ਤਾਂ ਵੀ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਪਹੁੰਚੇ ਹੋਏ ਵਿਦਵਾਨ ਸਾਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਸਾਹਮਣੇ ਇੱਕ ਸਤਿੰਦਰ ਸਰਤਾਜ ਜੀ ਦਾ ਗੀਤ ਪੇਸ਼ ਕਰੂੰਗਾ ਜੋ ਕਿ ਇੱਕ ਬਹੁਤ ਵਧੀਆ ਸ਼ਾਇਰ ਵੀ ਨੇ ਪੰਜਾਬੀ ਦੇ, ਤੇ ਪੰਜਾਬੀ ਦੇ ਜਿਹੜੇ ਕਈ ਕਹਿੰਦੇ ਵੀ ਜਿਵੇਂ ਪੰਜਾਬੀ ਦਾ ਸਤਿਕਾਰ ਨਹੀਂ ਕਰ ਸਕਦੀ, ਵੀ ਉਹਨਾਂ ਦੇ ਗੀਤ ਤੇ ਉਹਨਾਂ ਦੇ ਲਿਖਤਾਂ ਜ਼ਰੂਰ ਸੁਣਿਓ, ਉਹ ਤੁਹਾਨੂੰ ਦੱਸਣਗੇ ਪੰਜਾਬੀ ਦਾ ਰਤਬਾ ਕੀ ਹੈ ਸਤਿਕਾਰ ਕਰਨ ਦੇ ਵਿੱਚ। ਹੁਣ ਮੈਂ ਉਹਨਾਂ ਦਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ। ਜੇ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ੀ ਕਵਿਤਾ, ਕਰਦੇ ਨੇ ਬਖਸ਼ੀ ਕਵਿਤਾ। ਹੋ ਜੇ ਨੂੰ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ੀ ਕਵਿਤਾ, ਜੇ ਨੂੰ ਖੁਦ ਬਣਾ ਕੇ ਸ਼ਾਇਰ
ਕਰ ਦੇਣ ਬਖਸ਼ ਕਵਿਤਾ ਸਰਤਾਜ ਨਾਮ ਦੇ ਕੇ ਇਹਨੂੰ ਖੋਰ ਦੇਣ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇਣ ਅੱਖਰ ਜੇ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇਣ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਹਜੜੀ ਟਿੱਬਿਆਂ ਚ ਟਹਿ ਕੇ ਉਸ ਕੋਲ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੇ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਕੋਇਲਾ ਨੂੰ ਮਿਲ ਗਈ ਸਭਨਾ ਦੀ ਸਹਿਮਤੀ ਪਰ ਕੋਇਲਾ ਨੂੰ ਮਿਲ ਗਈ ਐ ਸਭਨਾ ਦੀ ਸਹਿਮਤੀ ਪਰ ਆ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੇ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਉਹ ਪੰਜਾਬ ਦੀ ਵਿਰਾਸਤ ਹਜਬ ਮੜਕ ਨਾਲ ਤੁਰਦੀ ਪੰਜਾਬ ਦੀ ਵਿਰਾਸਤ ਜਗ ਮੜਕ ਨਾਲ ਤੁਰਦੀ ਚੰਜ ਚ ਜਿਹੜਾ ਛਣ ਕੇ ਉਸ ਬੋਲ ਦੇਣੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਹੋ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੇ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਈਸ਼ਵਰ ਸਿੰਘ। ਇਸ ਤੋਂ ਬਾਅਦ ਮੈਂ ਗੁਜ਼ਾਰਿਸ਼ ਕਰਦੀ ਹਾਂ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਗੁਰਵਿੰਦਰ ਕੌਰ ਨੂੰ ਕਿ ਉਹ ਇਸ ਮੰਚ ਤੇ ਆਣ ਤੇ 2 ਲਫ਼ਜ਼ ਤੁਹਾਡੇ ਨਾਲ ਸਾਂਝੇ। ਹਾਂਜੀ, ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਮੀਤ ਸਿੰਘ ਕੜਿਆਲਵੀ ਜੀ ਤੇ ਵਿਸ਼ੇਸ਼ ਮਹਿਮਾਨ ਕਸ਼ਮੀਰੀ ਲਾਲ ਚਾਵਲਾ ਜੀ ਜਿਹੜੇ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸਾਡੀ ਲਾਇਬ੍ਰੇਰੀ ਨੂੰ 51 ਕਿਤਾਬਾਂ ਦੇਣ ਦੇ ਲਈ ਆਏ ਹਨ। ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ। ਤੇ ਪਿਆਰੇ ਵਿਦਿਆਰਥੀਓ, ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੌਮਾਂਤਰੀ ਮਾਂ ਬੋਲੀ ਦਿਹਾੜਾ ਜਿਹੜਾ ਉਹ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਪਰ ਅੱਜ ਕੱਲ ਦਾ ਜਿਹੜਾ ਐਤਵਾਰ ਹੋਣ ਕਰਕੇ ਆਪਾਂ ਅੱਜ ਹੀ ਮਨਾ ਰਹੇ ਹਾਂ। ਕੱਲ ਦੀ ਛੁੱਟੀ ਹੈ, ਇਸ ਕਰਕੇ ਆਪਾਂ ਇੱਕ ਦਿਨ ਪਹਿਲਾਂ ਹੀ ਜਿਹੜਾ ਮਾਂ ਬੋਲੀ ਦਿਹਾੜਾ ਮਨਾ ਰਹੇ ਹਾਂ। ਪੰਜਾਬੀਆਂ ਨੂੰ ਜਿਹੜਾ ਪੰਜਾਬੀ ਹੋਣ ਤੇ ਫਖਰ ਮਹਿਸੂਸ ਕਰਨਾ ਚਾਹੀਦਾ ਤੇ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਓ, ਪਰ ਫਾਇਦੇ ਦੀ ਗੱਲ ਹੈ ਕਿ ਆਪਣੀ ਭਾਸ਼ਾ ਦੇ ਨਾਲ ਪਿਆਰ ਕਰੋ ਤੇ ਆਪਣੇ ਸੱਭਿਆਚਾਰ ਨੂੰ ਨਾਲ ਪਿਆਰ ਕਰੋ। ਇਸ ਦੇ ਅਸੀਂ ਹੀ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਰਿਸ਼ਤੇਦਾਰੀਆਂ ਦਾ ਵੀ ਪਤਾ ਨਹੀਂ, ਜਿਵੇਂ ਕਿ ਇੱਥੇ ਮੈਂ ਤੁਹਾਡੇ ਨਾਲ ਸੁਰਜੀਤ ਪਾਤਰ ਦੀ ਇੱਕ ਜਿਹੜੀ ਕਵਿਤਾ ਹੈ ਸਾਂਝੀ ਕਰਨ ਜਾ ਰਹੀ ਹਾਂ।
ਉਹ ਲਿਖਦੇ ਹਨ ਕਿ ਹਰ ਹੱਟ ਕੀ ਮਾਲਾ, ਕੁੱਤੇ ਦੀ ਟਿਕ ਟਿਕ, ਚੰਨੇ ਦਾ ਓਲਾ, ਗਾਟੀ ਦੇ ਊਟੇ, ਕਾਂਜਨ ਨਿਸਾਰ, ਚਕਲੀਆਂ ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ। ਟਿਊਬਵੈੱਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ, ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ। ਟਿਊਬਵੈੱਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ। ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ। ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ। ਬੀਜੀ ਤੇ ਪਾਪਾ ਜੀ ਵੀ ਤੁਰ ਗਏ ਤੇ ਕਿੰਨੇ ਰਿਸ਼ਤੇ ਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋ ਬਿਹਾਲ, ਤੇ ਕਿੰਨੇ ਰਿਸ਼ਤੇ ਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋ ਬਿਹਾਲ। ਤੇ ਕੱਲ ਪੰਜਾਬ ਦੇ ਵਿਹੜੇ ਵਿੱਚ ਕਹਿ ਰਿਹਾ ਸੀ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਪੁੱਤਰ, ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਮਰ ਰਹੀ ਹੈ ਆਪਣੀ ਭਾਸ਼ਾ, ਪੱਤਾ ਪੱਤਾ, ਸ਼ਬਦ ਸ਼ਬਦ, ਹੁਣ ਤਾਂ ਰੱਬ ਹੀ ਰਾਖਾ ਆਪਣੀ ਭਾਸ਼ਾ ਦਾ, ਪਰ ਰੱਬ ਤਾਂ ਆਪ ਹੈ ਮਰਨਹਾਰ। ਦੌੜੀ ਜਾ ਰਹੀ ਹੈ ਉਸ ਦੀ ਭੁੱਖੀ ਸੰਤਾਨ, ਉਸ ਨੂੰ ਛੱਡ ਕੇ ਗੌੜ ਦੀ ਪਨਾਹ ਵਿੱਚ। ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਬਾਈ ਗੌਡ। ਜਿਉਂਦਾ ਰਹੇ ਮੇਰਾ ਬੱਚਾ, ਮਰਦੀ ਏ ਤਾਂ ਮਰ ਜੇ ਤੁਹਾਡੀ ਬੁੱਢੜੀ ਭਾਸ਼ਾ। ਨਹੀਂ, ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ, ਇਸ ਤਰ੍ਹਾਂ ਨਹੀਂ ਮਰੇਗੀ ਮਰਦੀ ਹੁੰਦੀ ਕੋਈ ਵੀ ਭਾਸ਼ਾ। ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ। ਰੱਬ ਨਹੀਂ ਤਾਂ ਨਾ ਸਹੀ, ਸਤਿਗੁਰ ਇਸ ਦੇ ਸਹਾਈ ਹੋਣਗੇ, ਸਤਿਗੁਰ ਇਸ ਦੇ ਸਹਾਈ ਹੋਣਗੇ, ਇਸ ਨੂੰ ਬਚਾਉਣਗੇ। ਸੂਫੀ, ਸੰਤ, ਫਕੀਰ, ਕਿੱਸਾਕਾਰ, ਸ਼ਾਇਰ, ਨਾਬਰ, ਆਸ਼ਿਕ, ਯੋਧੇ, ਮੇਰੇ ਲੋਕ, ਅਸੀਂ, ਆਪਾਂ, ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਇਸ ਕਰਕੇ ਜਿਹੜਾ ਭਾਸ਼ਾ ਦਾ ਜਿਹੜਾ ਸਤਿਕਾਰ ਤੇ ਮਾਣ ਕਰਨਾ ਚਾਹੀਦਾ। ਸਾਨੂੰ ਪੰਜਾਬੀ ਭਾਸ਼ਾ ਦਾ ਬਹੁਤ ਜ਼ਿਆਦਾ ਸਤਿਕਾਰ ਕਰਨਾ ਚਾਹੀਦਾ। ਭਾਵੇਂ ਅਸੀਂ ਹੋਰ ਭਾਸ਼ਾਵਾਂ ਸਿੱਖ ਲਈਏ, ਪਰ ਮਾਂ ਬੋਲੀ ਨੂੰ ਜਿਹੜਾ ਪਿਆਰ ਬਹੁਤ ਜ਼ਿਆਦਾ ਕਰਨਾ ਚਾਹੀਦਾ। ਧੰਨਵਾਦ। ਇਸ ਤੋਂ ਬਾਅਦ ਅਸੀਂ ਵਧਦੇ ਹਾਂ ਇਸ ਸਮਾਗਮ ਦੇ ਅੰਤ ਦੀ ਤਰਫ। ਆਏ ਹੋਏ ਮਹਿਮਾਨਾਂ ਦੇ ਲਈ ਇੱਕ ਯਾਦਗਾਰ ਨਿਸ਼ਾਨੀ ਅਸੀਂ ਆਪਣੇ ਕਾਲਜ ਵੱਲੋਂ ਭੇਟ ਕਰਨਾ ਚਾਹੁੰਦੇ ਹਾਂ। ਗੁਜ਼ਾਰਿਸ਼ ਹੈ ਪ੍ਰੋਫੈਸਰ ਸਾਹਿਬਾਨ ਡਾਕਟਰ ਸੁਭਾਸ਼ ਚੰਦਰ, ਡਾਕਟਰ ਸਮਰਾਟ ਖੰਨਾ, ਡਾਕਟਰ ਗੁਰਵਿੰਦਰ ਕੌਰ, ਪ੍ਰੋਫੈਸਰ ਜਗਸੀਰ ਸਿੰਘ, ਡਾਕਟਰ ਭਵਨਦੀਪ ਕਿ ਇਹ ਆਏ ਹੋਏ ਮਹਿਮਾਨਾਂ ਨੂੰ ਇੱਕ ਯਾਦਗਾਰ ਨਿਸ਼ਾਨੀ ਸਾਡੇ ਕਾਲਜ ਵੱਲੋਂ ਪ੍ਰੈਜ਼ੈਂਟ ਕਰਨ। ਜੋ ਕਿਤਾਬਾਂ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ ਆਪਣੀ ਲਾਇਬ੍ਰੇਰੀ ਨੂੰ ਦਾਨ ਕਰ ਰਹੇ ਹਨ, ਉਹ ਕਿਤਾਬਾਂ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੂੰ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਜੀ ਦਿੰਦੇ ਹੋਏ ਇੱਕ ਵਾਰ ਇਸ ਇਨਸੀਡੈਂਟ ਦੇ ਲਈ ਜ਼ੋਰਦਾਰ ਤਾਲੀਆਂ।
ਵਿਦਿਆਰਥੀਆਂ ਨੂੰ ਅਖਬਾਰਾਂ ਡਿਸਟ੍ਰੀਬਿਊਟ ਕਰਨ ਦਾ ਕੰਮ ਵੀ ਇਸ ਦੇ ਨਾਲ ਚੱਲੇਗਾ। ਮੈਂ ਇੰਗਲਿਸ਼ ਵਿਭਾਗ ਦੇ ਮੁਖੀ ਡਾਕਟਰ ਸਮਰਾਟ ਖੰਨਾ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਇੱਥੇ ਡਾਇਸ ਤੇ ਆਉਣ ਤੇ ਧੰਨਵਾਦ ਦੀ ਰਸਮ ਅਦਾਇਗੀ। ਅੱਜ ਦੇ ਮਹਿਮਾਨ ਬੜੇ ਹੀ ਉੱਘੇ ਲੇਖਕ ਗੁਰਮੀਤ ਜੀ ਤੇ ਇੱਕ ਬਹੁਤ ਹੀ ਜ਼ਿਆਦਾ ਐਮੀਨੈਂਟ ਤੇ ਐਕਸਪੀਰੀਅੰਸਡ ਲਿਟਰੇਰੀ ਪਰਸਨੈਲਿਟੀ ਕਸ਼ਮੀਰੀ ਲਾਲ ਚਾਵਲਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਕਾਲਜ ਦੇ ਵਿਹੜੇ ਆਏ ਤੇ ਤੁਸੀਂ ਬੱਚਿਆਂ ਦਾ ਗਿਆਨ ਵਧਾਇਆ ਤੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਤੇ ਜੁੜੇ ਰਹਿਣ ਦੀ ਇੱਕ ਮਨਸ਼ਾ ਜ਼ਾਹਿਰ ਕੀਤੀ। ਨਾਲ ਹੀ ਮੈਂ ਸਾਰੇ ਬੱਚਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਪੇਸ਼ੈਂਸ ਦੇ ਨਾਲ, ਸਬਰ ਦੇ ਨਾਲ ਕਈ ਗੱਲਾਂ ਸੁਣੀਆਂ, ਸਿੱਖੀਆਂ ਤੇ ਉਮੀਦ ਕਰਦਾ ਹਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਆਹ ਗੱਲਾਂ ਨੂੰ ਅਪਣਾਉਣਗੇ ਤੇ ਸ਼ਾਇਦ ਆਪਣੀ ਭਾਸ਼ਾ, ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿ ਕੇ ਇਹਦੀ ਸੇਵਾ ਕਰਦੇ ਰਹਿਣਗੇ। ਕੁਝ ਗੱਲਾਂ ਸਰ ਨੇ ਕੀਤੀਆਂ ਤੇ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਬੱਚਿਆਂ ਨੂੰ ਜਿਹੜੇ ਆਪਣਾ ਕਿਸੇ ਕੰਮ ਵਿੱਚ ਰੁੱਝੇ ਨੇ ਇੱਧਰ ਧਿਆਨ ਦੇਣ। ਬੇਟੇ, ਮੈਂ ਲੈਂਗੁਏਜ ਦੇ ਮਾਧਿਅਮ ਨਾਲ ਕੁਝ ਗੱਲਾਂ ਅੰਗਰੇਜ਼ੀ ਭਾਸ਼ਾ 'ਚ ਕਰਕੇ ਉਹਦਾ ਅਨੁਵਾਦ ਪੰਜਾਬੀ 'ਚ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗਾ। ਅੰਗਰੇਜ਼ੀ 'ਚ ਕਿਉਂਕਿ ਮੇਰਾ ਵਿਸ਼ਾ ਅੰਗਰੇਜ਼ੀ ਹੈ ਪਰ ਮੇਰੀ ਮਾਂ ਬੋਲੀ ਪੰਜਾਬੀ। Language is a set of arbitrary symbols which are infinitely modifiable and extendable according to the changing needs and conditions of the speaker। ਇਹਦਾ ਮਤਲਬ ਹੈ ਕਿ ਜੋ ਭਾਸ਼ਾ ਹੈ, ਭਾਸ਼ਾ ਦੇ ਵਿੱਚ ਜਿਹੜੇ ਸਿੰਬਲਸ ਹੈ ਉਹ ਆਰਬਿਟਰਰੀ ਯਾਨੀ ਕਿ ਆਰਜੀ ਹੁੰਦੇ ਹੈ, ਜਿਨ੍ਹਾਂ ਵਿੱਚ ਮਤਲਬ ਰੂਪ ਰੋਣ ਦਾ ਕੰਮ ਅਸੀਂ ਆਪ ਕਰਦੇ ਹਾਂ ਆਪਣੇ ਹਾਲਾਤਾਂ, ਸਿਚੁਏਸ਼ਨਸ ਜਾਂ ਫਿਰ ਜ਼ਰੂਰਤਾਂ ਦੇ ਮੁਤਾਬਕ। ਅਸੀਂ ਜਿਹੜੀ ਵੀ ਕੋਈ ਗੱਲ ਅੱਜ ਸਿੱਖੀ ਹੈ, ਗੱਲ ਮੈਂ ਕਰਾਂਗਾ ਹਾਈਕੂ ਜੋ ਪ੍ਰੋਫੈਸਰ ਨੇ ਤੁਹਾਨੂੰ ਹਾਈਕੂ ਦੇ ਨਾਲ ਰੂਬਰੂ ਕਰਾਇਆ। ਮੈਂ ਨਹੀਂ ਜਾਣਦਾ ਕਿ ਵੀ ਕਿੰਨੇ ਕੁ ਬੱਚਿਆਂ ਨੇ ਆਹ ਗੱਲ ਸੁਣੀ ਤੇ ਕਿੰਨੇ ਕੁ ਬੱਚਿਆਂ ਨੇ ਆਹ ਗੱਲ ਆਪਣੇ ਪੱਲੇ ਬੰਨ ਲਈ, ਲੇਕਿਨ ਉਹਨਾਂ ਨੇ ਤੁਹਾਨੂੰ ਇੱਕ ਨਵਾਂ ਯੋਨਰ, ਜਿਹੜੇ ਲਿਟਰੇਚਰ ਦੇ ਬੱਚੇ ਇੱਥੇ ਬੈਠੇ ਹੈ, ਇੱਕ ਨਵਾਂ ਯੋਨਰ ਜਿਹਨੂੰ ਤੁਸੀਂ ਉੱਪਰੋਂ ਪੜ੍ਹਿਆ ਹੈ ਤੇ ਮੈਂ ਵੀ ਇਹਨਾਂ ਨਾਲ ਅੱਜ ਬਹੁਤ ਇੱਕ ਡੂੰਘੀ ਡਿਸਕਸ਼ਨ ਕੀਤੀ ਹੈ। ਮੈਂ ਵੀ ਇੱਥੇ ਹੁਣ ਵਰਕ ਕਰਾਂਗਾ। ਉਹਨਾਂ ਨੇ ਤੁਹਾਡੇ ਸਾਹਮਣੇ ਬੇਟੇ ਇੱਕ ਯੋਨਰ ਰੱਖਿਆ ਹੈ, ਬਹੁਤ ਅੱਛਾ ਹੋਏਗਾ। ਯੋਨਰ ਕੀ ਹੁੰਦਾ ਹੈ ਕਿ ਲਿਟਰੇਚਰ ਦਾ ਇੱਕ ਕੜ, ਇੱਕ ਹਿੱਸਾ। ਉਹਨਾਂ ਨੇ ਕਈ ਤਰ੍ਹਾਂ ਦੇ ਅਸੀਂ ਪੜ੍ਹੇ, ਟ੍ਰੈਜੇਡੀ, ਕਾਮੇਡੀ, ਕਈ ਤਰ੍ਹਾਂ ਦੇ ਅਸੀਂ ਹਿੱਸੇ ਪੜ੍ਹਦੇ ਹਾਂ। ਉਹਨਾਂ ਨੇ ਇੱਕ ਨਵਾਂ ਯੋਨਰ ਸਾਡੇ ਸਾਹਮਣੇ ਰੱਖਿਆ ਜਿਹਦੇ ਤੇ ਕੰਮ ਕੀਤਾ ਜਾ ਸਕਦਾ ਹੈ, ਰਿਸਰਚ ਕੀਤੀ ਜਾ ਸਕਦੀ ਹੈ। ਤੁਸੀਂ ਉੱਤੇ ਧਿਆਨ ਨਾਲ ਪੜ੍ਹ ਵੀ ਸਕਦੇ ਹੋ ਤੇ ਲਿਖ ਵੀ ਸਕਦੇ ਹੋ। ਆਹ ਪਹਿਲੀ ਗੱਲ। ਦੂਸਰੀ ਮੈਂ ਗੱਲ ਕਹਾਂਗਾ ਕਿ ਵੀ ਬੱਚਿਓ, ਜਦ ਤੱਕ ਤੁਸੀਂ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਤੱਕ ਇੱਕ ਰਸਤਾ ਨਹੀਂ ਬਣਾਉਂਦੇ ਯਾਨੀ ਕਿ ਟ੍ਰਾਂਸਲੇਸ਼ਨ ਤੇ ਕੰਮ ਨਹੀਂ ਕਰਦੇ, ਉਦੋਂ ਤੱਕ ਵੀ ਤੁਸੀਂ ਆਪਣੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਜੋ ਹੈ ਸੇਵਾ ਨਹੀਂ ਕਰ ਸਕਦੇ। ਜੇ ਤੁਸੀਂ ਅੰਗਰੇਜ਼ੀ 'ਚ ਕੋਈ ਨਾਵਲ, ਕੋਈ ਪੋਇਮ, ਕੋਈ ਕਹਾਣੀ ਪੜ੍ਹਦੇ ਹੋ ਤੇ ਤੁਹਾਡੀ ਉਹ ਰੂਹ ਨੂੰ ਛੂ ਜਾਂਦੀ ਹੈ, ਤੁਹਾਡੀ ਰੂਹ ਨੂੰ ਟੱਚ ਕਰਦੀ ਹੈ, ਤੁਸੀਂ ਉਹਦਾ ਪੰਜਾਬੀ ਅਨੁਵਾਦ ਕਰੋ ਤੇ ਉਹਨੂੰ ਮਾਂ ਬੋਲੀ ਦੇ ਵਿੱਚ ਲੈ ਕੇ ਆਓ ਤਾਂ ਕਿ ਉਹਦਾ ਜੋ ਹੈ ਲੋਕਾਂ ਤੱਕ, ਪੜ੍ਹਨ ਵਾਲਿਆਂ ਤੱਕ, ਸਰੋਤਿਆਂ ਤੱਕ ਉਹਦੀ ਪਹੁੰਚ ਹੋ ਸਕੇ। ਸੋ ਆਪਣੇ ਆਪ ਨੂੰ ਟ੍ਰਾਂਸਲੇਸ਼ਨ ਦੇ ਜ਼ਰੀਏ, ਪਹਿਲੀ ਗੱਲ ਮੈਂ ਹਾਈਕੂ ਦੀ ਗੱਲ ਕੀਤੀ ਹੈ, ਇੱਕ ਨਵੀਂ ਗੱਲ ਸਿੱਖੀ। ਦੂਸਰੀ ਮੈਂ ਗੱਲ ਜੋੜ ਰਿਹਾ ਕਿ ਟ੍ਰਾਂਸਲੇਸ਼ਨ ਤੇ ਵੀ ਕੰਮ ਕਰੋ। ਜੋ ਅੰਗਰੇਜ਼ੀ ਲਾਜ਼ਮੀ 'ਚ ਜਾਂ ਫਿਰ ਅੰਗਰੇਜ਼ੀ ਇਲੈਕਟਿਵ ਦੇ ਬੱਚੇ ਜਿਹੜੇ ਉੱਥੇ ਬੈਠੇ ਹੈ ਉਹ ਪੰਜਾਬੀ 'ਚ ਟ੍ਰਾਂਸਲੇਟ ਕਰਨ, ਪੰਜਾਬੀ ਵਾਲੇ ਅੰਗਰੇਜ਼ੀ 'ਚ ਕਰਨ ਤੇ ਇਸੇ ਤਰ੍ਹਾਂ ਹਿੰਦੀ ਵਾਲੇ ਜਿਹੜੇ ਬੱਚੇ ਬੈਠੇ ਹੈ ਉਹ ਵੀ ਪੰਜਾਬੀ ਟੂ ਹਿੰਦੀ ਟ੍ਰਾਂਸਲੇਟ ਕਰਨ। ਇਸ ਤਰ੍ਹਾਂ ਆਪਾਂ ਭਾਸ਼ਾ ਦਾ ਆਦਾਨ ਪ੍ਰਦਾਨ ਕਰਦੇ ਹਾਂ ਤੇ ਭਾਸ਼ਾ ਦਾ ਵਿਕਾਸ ਹੁੰਦਾ ਤੇ ਸਾਡੇ ਮਨੁੱਖ, ਸਾਡੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ। ਸੋ ਦੂਸਰੀ ਡੈਫੀਨੇਸ਼ਨ ਜੋ ਮੈਂ ਗੱਲ ਕਰਦੇ ਹੋਏ ਹੁਣ ਮੈਂ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ, ਉਹ ਹੈ ਕਿ ਲੈਂਗੁਏਜ ਇਜ਼ ਪਿਓਰਲੀ ਹਿਊਮਨ ਐਂਡ ਨਾਨ ਇਨਸਟਿੰਕਟਿਵ ਮੈਥਡ ਆਫ ਕਮਿਊਨੀਕੇਟਿੰਗ ਆਈਡੀਆਜ਼, ਇਮੋਸ਼ਨਸ ਐਂਡ ਡਿਜ਼ਾਇਰਸ by way of voluntarily produced oral auditory symbols। मैं कहना कि भी लैंग्वेज की है
एक नॉन इंस्टिंक्टिव चीज है कि बच्चा जन्म तो ही, कोई बच्चा पैदा होता सीधा आके थोड़ी बोलता हाँ मम्मी की हाल है, या फिर बोले हाय मॉम हाउ आर यू, ते मदर विचारी ਨੂੰ ਤੇ ਹਾਰਟ ਅਟੈਕ ਹੋ ਜਾਂਦੇ, ਬੋਲਦੇ ਹਾਏ ਹਾਏ ਕੀ ਜੰਮ ਪਿਆ। ਨਹੀਂ ਹੁੰਦਾ ਇਸ ਤਰ੍ਹਾਂ। ਭਾਸ਼ਾ ਜਿਹੜੀ ਬੇਟੇ ਆਪਾਂ ਸਿੱਖਦੇ ਹਾਂ ਮਾਹੌਲ ਰਾਹੀਂ, ਸਿਚੁਏਸ਼ਨ ਰਾਹੀਂ, ਕਿਸ ਕਮਿਊਨੀਕੇਟਿਵ এনवायरमेंट ਦੇ ਵਿੱਚ ਅਸੀਂ ਹੈਗੇ ਹਾਂ। ਸੋ ਇਟ ਇਜ਼ ਪਿਓਰਲੀ ਹਿਊਮਨ ਐਂਡ ਨਾਨ ਇਨਸਟਿੰਕਟਿਵ ਮੈਥਡ ਆਫ ਕਮਿਊਨੀਕੇਟਿੰਗ ਆਈਡੀਆਜ਼, ਇਮੋਸ਼ਨਸ ਐਂਡ ਡਿਜ਼ਾਇਰਸ। ਇਹਦੇ ਨਾਲ ਮੈਂ ਗੱਲ ਜੋੜਦਾ ਕਿ ਵੀ ਕਿਸੇ ਦੇ ਘਰ ਚੋਰੀ ਹੋ ਗਈ ਤੇ ਦੋ ਗਵਾਹ ਸੀਗੇ, ਇੱਕ ਉਹਨਾਂ ਦਾ ਕੁੱਤਾ ਤੇ ਇੱਕ ਉਹਨਾਂ ਦਾ ਨੌਕਰ। ਪੁਲਿਸ ਵਾਲਿਆਂ ਨੇ ਆ ਕੇ ਤਫਤੀਸ਼ ਕੀਤੀ ਤੇ ਬੋਲਦੇ ਭਾਈ ਕੀ ਹੋ ਗਿਆ? ਬੋਲਦੇ ਚੋਰੀ ਹੋ ਗਈ, ਨੁਕਸਾਨ ਹੋ ਗਿਆ, ਬਸ ਜਾਨ ਬਚ ਗਈ, ਬਟ ਕਈ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ। ਤੇ ਬੋਲਦੇ ਜੀ ਕੌਣ ਕੌਣ ਗਵਾਹੀ ਪਾਏਗਾ? ਬੋਲਦੇ ਇੱਕ ਸਾਡਾ ਕੁੱਤਾ ਸ਼ੇਰੂ ਹੈ ਤੇ ਇੱਕ ਸਾਡਾ ਨੌਕਰ ਸ਼ੇਰਾ ਹੈ। ਤੇ ਸ਼ੇਰੂ ਨੂੰ ਪੁੱਛਿਆ, ਸ਼ੇਰੂ ਚੂੰਕਿ ਮਹਿੰਗੀ ਬਰੀਡ ਦਾ ਸੀਗਾ, ਵਫਾਦਾਰ ਸੀਗਾ, ਉਹਨੂੰ ਪੁੱਛਿਆ ਕਿ ਭਾਈ ਕੀ ਹੋਇਆ? ਬੋਲਦਾ ਜੀ ਬਹੂ ਬਹੂ ਬਹੂ। ਬੋਲਦਾ ਚੋਰ ਕਿੱਥੋਂ ਆਈ ਸੀ? ਬੋਲਦਾ ਬਹੂ ਬਹੂ ਬਹੂ। ਬੋਲਦਾ ਕੀ ਕਰ ਗਏ? ਆ ਵੀ ਬਹੂ ਬਹੂ ਬਹੂ। ਬੋਲਦਾ ਭਾਈ ਤੂੰ ਤੇ ਕਿਸੇ ਕੰਮ ਦਾ ਨਹੀਂ। ਤੇ ਸ਼ੇਰੇ ਨੂੰ ਪੁੱਛਿਆ, ਬੋਲਦੇ ਜੀ ਚੋਰ ਆਏ, ਕੰਧ ਟੱਪੇ, 2 ਸਿਲੰਡਰ ਚੱਕ ਕੇ ਮੇਰੀ ਵੀ ਲੱਤ ਭੰਨ ਗਏ ਤੇ ਉਹਨਾਂ ਨੇ ਬਹੁਤ ਸਾਰਾ ਕੀਮਤੀ ਸਮਾਨ ਚੱਕ ਕੇ ਇੱਥੋਂ ਰਫਾ ਦਫਾ ਹੋ ਗਏ। ਤੇ ਬੋਲਦੇ ਕਿਹੜੀ ਕੰਧ ਤੋਂ ਆਏ ਸੀਗੇ, ਕੀ ਕੱਪੜੇ ਪਾਏ ਸੀਗੇ? ਉਹਨੇ ਕੀ ਕੀਤਾ? ਆਈਡੀਆਜ਼, ਇਮੋਸ਼ਨਸ ਤੇ ਡਿਜ਼ਾਇਰ, ਤਿੰਨੋਂ ਚੀਜ਼ਾਂ। ਸੋ ਇੱਕ ਹਿਊਮਨ ਜੂਨ, ਹਿਊਮਨ ਬੀਇੰਗ ਦੀ ਇਨਸਾਨੀ ਜੂਨ 'ਚ ਅਸੀਂ ਹੈਗੇ ਹਾਂ। ਸਾਡੇ ਕੋਲ ਕੀ ਤਾਕਤ ਹੈ? ਆ ਸ਼ਬਦਾਂ ਨੂੰ ਆਈਡੀਆਜ਼, ਇਮੋਸ਼ਨਸ ਤੇ ਡਿਜ਼ਾਇਰ ਤਿੰਨਾਂ ਨਾਲ ਜੋੜਨ ਦੀ। ਤੇ ਤੁਸੀਂ ਵੀ ਜੋੜਿਆ ਕਰੋ। ਲੈਂਗੁਏਜ ਦੀ ਖੁਰਾਕ ਕੀ ਹੈ? ਤੁਹਾਡੇ ਵਿਚਾਰ। ਉਹ ਵਿਚਾਰਾਂ ਨੂੰ ਸਿਰਫ ਦਿਮਾਗ ਤੱਕ ਸੀਮਿਤ ਨਾ ਰੱਖਿਆ ਕਰੋ, ਉਹਨੂੰ ਲਿਖਿਆ ਕਰੋ, ਲਿਖ ਕੇ ਵੰਡਿਆ ਕਰੋ। ਵੰਡ ਕੇ ਜੋ ਹੈ ਉਹਦਾ ਵਿਕਾਸ ਹੋਏਗਾ, ਤੁਹਾਡਾ ਵੀ ਨਾਮ ਹੋਏਗਾ ਤੇ ਤੁਹਾਡੀ ਲੈਂਗੁਏਜ ਦਾ ਵੀ ਨਾਮ ਹੋਏਗਾ। ਆ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਅਸੀਂ ਇੰਟਰੈਕਸ਼ਨਸ, ਇਸ ਤਰ੍ਹਾਂ ਦੀ ਅਸੀਂ ਡਿਸਕਸ਼ਨ ਅੱਗੇ ਵੀ ਕਰਦੇ ਰਵਾਂਗੇ ਤੇ ਸਰਵਰਾਂ ਨੂੰ ਫਿਰ ਤੋਂ ਬੁਲਾਵਾਂਗੇ ਤੇ ਉਹ ਆਪਣੇ ਹੋਰ ਕਈ ਸਾਰੇ ਤਜਰਬੇ ਸਾਡੇ ਨਾਲ ਸਾਂਝੇ ਕਰਨਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਕਾਲਜ ਦੀਆਂ ਵਿਦਿਆਰਥਣਾਂ ਨੂੰ ਮੈਂ ਰਾਸ਼ਟਰਗਾਨ ਦੀ ਪ੍ਰਸਤੁਤੀ ਦੇ ਲਈ ਇੱਥੇ ਮੰਚ ਤੇ ਸੱਦਾ ਦਿੰਦੀ ਹਾਂ। ਰਾਸ਼ਟਰਗਾਨ। मने मने अधिनायक जय हे भारत भाग्य विधाता, पंजाब सिंध गुजरात मराठा रावड़ी उत्कल वंग, विंध्य हिमाचल यमुना गंगा कुशल जलधि तरंग, तब शुभ नामे जागे तब शुभ आशीष मांगे, गाए तब जय गाथा जन गण मंगल दायक, जय हे भारत भाग्य विधाता।